आकाशवाणी 1690 नाल जुड़ चुके परिवार का स्वागत है जी। वाहिगुरु जी का खालसा वाहिगुरु जी की फतेह। सत श्री अकाल, आदाब, नमस्कार। मैं तुहाडा प्रोग्राम लेके हाजिर हाँ PTN 24 का फतेह प्रोग्राम। जे तुसी स्टूडियो दे विच कॉल करनी तो नंबर है 905 405 0002। कई वीर साडे जिहड़े है ना 20 ला के कॉल करते हैं WhatsApp ते ओह कॉल जिहड़ी कह दिंदे बिजी आ रही है, पर 30 है जी 0002 ते कॉल कर सकते 905 405 0002 ਤੇ ਕਿਉਂਕਿ ਕਾਫੀ ਮੈਸੇਜ ਆਏ ਸੀਗੇ ਕਹਿੰਦੇ ਫੋਨ ਥਰੂ ਨਹੀਂ ਹੁੰਦਾ। 30 ਆ ਜੀ 0002 ਆ ਨਾ ਕਿ 20 ਲਾ ਕੇ। ਤੇ ਤੁਸੀਂ ਆਪਣੇ ਨਾਲ ਪੰਜਾਬ ਭਾਰਤ ਤੋਂ ਬਖਤੌਰ ਸਿੰਘ ਢਿੱਲੋਂ ਹੁਣੀ ਜੁੜਨਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ 8 ਮਈ ਆ, ਦਿਨ ਫਰਾਈਡੇ ਆ ਤੇ ਵੀਕਐਂਡ ਤੇ ਮਦਰ ਡੇ ਆ ਤੇ ਆਪਾਂ ਕਿਉਂਕਿ ਅੱਜ ਫਰਾਈਡੇ ਜੁੜਨਾ ਦੀ ਤੇ ਸਾਰਿਆਂ ਨੂੰ ਅੱਜ ਮਦਰ ਡੇ ਦੀਆਂ ਬਹੁਤ ਬਹੁਤ ਵਧਾਈਆਂ। ਮਾਵਾਂ ਸਾਰਿਆਂ ਦੀਆਂ ਸਲਾਮਤ ਰਹਿਣ ਜੀ। ਜਿੰਨਾ ਚਿਰ ਸਿਰ ਦੇ ਉੱਤੇ ਮਾਪੇ ਆ ਤੇ ਉਹਨਾਂ ਨੂੰ ਪਤਾ ਹੁੰਦਾ, ਜਿਨ੍ਹਾਂ ਦੇ ਤੁਰ ਜਾਂਦੇ ਆ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਸਾਡਾ ਮਾਂ ਪਿਓ ਜਿਹੜਾ ਹੈ ਨਹੀਂ ਗੇ। ਖਾਸ ਕਰਕੇ ਜਿਹੜਾ ਮਾਂ ਦਾ ਰਿਸ਼ਤਾ ਆ ਇਹ ਬਹੁਤ ਹੀ ਅਨਮੁੱਲਾ ਆ। ਜੇ ਤੁਹਾਡੇ ਪੇਰੈਂਟਸ ਜਿਉਂਦੇ ਆ ਤੁਹਾਡੇ ਘਰਾਂ ਦੇ ਵਿੱਚ ਆ ਤੇ ਤੁਸੀਂ ਗੁਰਦੁਆਰੇ ਵੀ ਨਹੀਂ ਜਾਂਦੇ ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਤੁਹਾਡੇ ਮਾਪੇ ਜਿਹੜੇ ਆ ਉਹ ਗੁਰੂ ਦੇ ਬਰਾਬਰ ਆ ਜੀ। ਗੁਰੂ ਸਾਹਿਬ ਨੇ ਵੀ ਕਿਹਾ ਆਪਣੇ ਮਾਂ ਪਿਓ ਦੀ ਸੇਵਾ ਕਰ ਲਓ ਪਹਿਲਾਂ। ਇਹ ਨਹੀਂ ਵੀ ਗੁਰਦੁਆਰੇ 'ਚ ਜਾ ਕੇ ਲੰਗਰ ਲਾਓ ਤੇ ਮਾਂ ਪਿਓ ਘਰੇ ਭੁੱਖੇ ਮਰਦੇ ਹੋਣ, ਉਹਨਾਂ ਨੂੰ ਪਹਿਨਣ ਨੂੰ ਚੰਗੇ ਕੱਪੜੇ ਨਾ ਦਿਓ, ਪੀਣ ਨੂੰ ਪਾਣੀ ਨਾ ਦਿਓ। ਸਭ ਤੋਂ ਜ਼ਰੂਰੀ ਆ ਆਪਣੇ ਮਾਂ ਪਿਓ ਦਾ ਸਾਥ ਦੇਣਾ, ਉਹਨਾਂ ਦੀ ਪਰਵਰਿਸ਼ ਕਰਨੀ, ਕਿਉਂਕਿ ਜਿਸ ਤਰ੍ਹਾਂ ਉਹ ਬਜ਼ੁਰਗ ਹੋਈ ਜਾਂਦੇ ਆ ਉਹ ਬੱਚਿਆਂ ਅਰਗੇ ਹੋ ਜਾਂਦੇ ਆ। ਅੱਜ ਜਿਹੜਾ ਵੈਦਰ ਆ ਜੀ ਬਾਹਰ ਹਾਲੇ ਠੰਡਾ ਹੀ ਆ। ਮਈ ਜਿਹੜੀ ਅੱਧ ਤੱਕ ਪਹੁੰਚ ਚੱਲੀ ਆ, ਟੈਂਪਰੇਚਰ 2 ਆ ਤੇ ਫੀਲ ਲਾਈਕ -3 ਦਿਨੇ 5 ਤੱਕ ਚੱਲ ਜੂਗਾ। ਠੰਡੀ ਹਵਾ ਚੱਲ ਰਹੀ ਆ। ਸ਼ਾਇਦ ਜਿਹੜਾ ਵਾਤਾਵਰਨ ਸ਼ੁੱਧ ਹੋਣ ਦੇ ਨਾਲ ਐਤਕੀ ਠੰਡ ਵੀ ਜਿਹੜਾ ਉਹ ਖਹਿੜਾ ਨਹੀਂ ਛੱਡ ਰਹੀ। ਇਸ ਤਰ੍ਹਾਂ ਜਿਹੜਾ ਪੂਰਾ ਭਰ ਸਿਆਲ ਹੁੰਦਾ ਆ ਇਦਾਂ ਦਾ ਬਣਿਆ ਹੋਇਆ ਜੀ। ਸੂਰਜ 5:59 ਤੇ ਚੜਿਆ ਤੇ 8:29 ਤੇ ਛਿਪੇਗਾ। ਆਪਾਂ ਗੱਲਬਾਤ ਕੀਤੀ ਹੈ ਜੀ ਮਾਂ ਦੀ। ਮਦਰ ਡੇ ਆ ਵੀਕਐਂਡ ਤੇ ਸਾਰਿਆਂ ਦੀਆਂ ਮਾਵਾਂ ਜਿਹੜੀਆਂ ਸਲਾਮਤ ਰਹਿਣ। ਤੁਸੀਂ ਵੀ ਕੋਈ ਸਟੂਡੀਓ 'ਚ ਕਾਲ ਕਰਕੇ ਇਸ ਵਿਸ਼ੇ ਤੇ ਵੀ ਗੱਲ ਕਰਨੀ ਕਰ ਸਕਦੇ ਹੋ। ਬਖਤੌਰ ਸਿੰਘ ਜੀ ਢਿੱਲੋਂ ਆਪਣੇ ਨਾਲ ਜੁੜ ਚੁੱਕੇ ਆ, ਕਰਦੇ ਆ ਸਵਾਗਤ ਜੀ। ਢਿੱਲੋਂ ਸਾਹਿਬ ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਸਭ ਤੋਂ ਪਹਿਲਾਂ ਗੱਲ ਕੀਤੀ ਹੈ ਜੀ ਮਦਰ ਡੇ ਦੀ, ਕਿਉਂਕਿ ਵੀਕਐਂਡ ਤੇ ਮਦਰ ਡੇ ਆ ਤਾਂ ਆਪਣਾ ਅੱਜ ਜਿਹੜਾ ਫਰਾਈਡੇ ਆ ਜੀ ਤੇ ਲਾਸਟ ਸ਼ੋਅ ਆ। ਦੁਬਾਰਾ ਆਪਾਂ ਮੰਡੇ ਨੂੰ ਜੁੜਾਂਗੇ ਤੇ ਤਾਂ ਗੱਲਬਾਤ ਕੀਤੀ ਵੀ ਮਾਪੇ ਜਿਹੜੇ ਆ ਹਮੇਸ਼ਾ ਹੀ ਸਲਾਮਤ ਰਹਿਣ। ਜਿੰਨੀ ਉਮਰ ਆ ਉਹਨਾਂ ਦੀ ਸੇਵਾ ਕਰਿਆ ਕਰੋ, ਖੁਸ਼ ਰੱਖਿਆ ਕਰੋ, ਕਿਉਂਕਿ ਉਹਨਾਂ ਨੇ ਤੁਹਾਨੂੰ ਖੁਸ਼ ਰੱਖਣ ਵਾਸਤੇ ਆਪਾਂ ਨੂੰ ਖੁਸ਼ ਰੱਖਣ ਲਈ ਆਪਣਾ ਤਨ ਮਨ ਧਨ ਸਾਰਾ ਕੁਝ ਵਾਰ ਦਿੰਦੇ ਆ। ਆਪਾਂ ਨੂੰ ਪਤਾ ਵੀ ਨਹੀਂ ਲੱਗਦਾ। ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਆ, ਆਪਣੇ ਪੇਰੈਂਟਸ ਨੇ ਵੀ ਆਪਣੀ ਪਰਵਰਿਸ਼ ਉਦਾਂ ਹੀ ਕੀਤੀ ਹੁੰਦੀ ਆ। ਸਾਰੇ ਆਪਣੇ ਚਾਅ ਮਲਾਰ ਜਿਹੜੇ ਆ ਆਪਣੇ ਤੋਂ ਨਿਸ਼ਾਵਰ ਕਰ ਦਿੰਦੇ ਆ। ਇਸ ਵਿਸ਼ੇ ਤੇ ਤੁਸੀਂ ਵੀ ਕੋਈ ਦੋ ਲਾਈਨਾਂ ਕਹਿਣੀਆਂ ਚਾਹੁੰਦੇ? ਬਿਲਕੁਲ ਜੀ, ਮਾਪਿਆਂ ਤੋਂ ਵੱਡੀ ਕੋਈ ਚੀਜ਼ ਨਹੀਂ। ਸਭ ਤੋਂ ਪਹਿਲੀ ਗੱਲ ਜੇ ਆਪਾਂ ਦੇਖੀਏ, ਮਾਪੇ ਹੀ ਸਭ ਤੋਂ ਪਹਿਲੇ ਅਧਿਆਪਕ ਹੈ, ਸਭ ਤੋਂ ਪਹਿਲੇ ਗੁਰੂ ਹੈ ਜੀ। ਪਹਿਲਾਂ ਮਾਪੇ ਚ ਫੇਰ ਗੁਰੂ ਆਉਂਦਾ ਹੈ। ਗੁਰੂ ਨੂੰ ਅਸੀਂ ਦੋ ਰੂਪਾਂ ਚ ਦੇਖਦੇ ਹਾਂ। ਇੱਕ ਅਸੀਂ ਅਧਿਆਤਮਿਕ ਗੁਰੂ ਜਿਹੜੇ ਸਾਡੇ ਗੁਰੂ ਸਾਹਿਬਾਨ ਹੈ, ਜਿਵੇਂ ਅਸੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਗੱਲ ਕਰਦੇ ਹਾਂ ਜੀ। ਇੱਕ ਗੁਰੂ ਉਹ ਹੁੰਦਾ ਜਿਹੜਾ ਸਾਡਾ ਟੀਚਰ ਹੁੰਦਾ, ਅਧਿਆਪਕ ਹੁੰਦਾ ਹੈ ਜੀ। ਸੋ ਮਾਪਿਆਂ ਦਾ ਡਬਲ ਰੋਲ ਹੁੰਦਾ ਹੈ। ਇਹ ਦੋਨਾਂ ਹੀ ਰੂਪਾਂ ਚ ਆਉਂਦੇ ਹੈ, ਜਨਮ ਦਿੰਦੇ ਹੈ, ਪਾਲਦੇ ਪੋਸਦੇ ਹੈ। ਔਰ ਜਿਹੜਾ ਮੁੱਢਲੇ ਸੰਸਕਾਰ ਕਿਸੇ ਬੰਦੇ ਦੀ ਮਹਾਨਤਾ ਕਿੰਨੀ ਕੁ ਹੈ ਉਹਦੇ ਸੰਸਕਾਰਾਂ ਤੋਂ ਪਤਾ ਲੱਗਦਾ। ਤੇ ਸੰਸਕਾਰ ਹਮੇਸ਼ਾ ਜਿਹੜਾ ਉਹ ਮਾਪਿਆਂ ਵੱਲੋਂ ਦਿੱਤੇ ਜਾਂਦੇ ਹੈ ਜੀ। ਸੋ ਮਾਪਿਆਂ ਵਰਗੀ ਚੀਜ਼ ਕੋਈ ਨਹੀਂ ਹੁੰਦੀ। ਅਸੀਂ ਜਿੰਨਾ ਮਰਜ਼ੀ ਹੈ ਧਾਰਮਿਕ ਸਥਾਨਾਂ ਜਾ ਕੇ ਮੱਥੇ ਰਗੜੀ ਜਾਈਏ, ਲੰਗਰ ਲਾ ਲਈਏ, ਜਿੰਨੀ ਮਰਜ਼ੀ ਹੈ ਸੇਵਾ ਕਰ ਲਈਏ, ਜੇ ਸਾਡੇ ਮਾਪੇ ਦੁਖੀ ਹੈ ਤਾਂ ਮਾਪਿਆਂ ਦੀ ਜਿਹੜੀ ਦ੍ਰਿਸ਼ਟੀ ਆ ਉਹ ਸਭ ਤੋਂ ਭੈੜੀ ਹੁੰਦੀ ਹੈ ਜੀ। ਹਾਲਤ ਇੱਥੇ ਤਾਂ ਇਹ ਬਣੀ ਹੋਈ ਹੈ, ਜੇ ਭਾਰਤ ਦੇਖੀਏ ਮੇਰਾ ਖਿਆਲ ਬਾਕੀ ਦੁਨੀਆ 'ਚ ਵੀ ਹੋਣਾ, ਕਿਉਂਕਿ ਬਾਕੀ ਦੁਨੀਆ ਦਾ ਮੈਨੂੰ ਨਾ ਤਜਰਬਾ ਨਹੀਂ ਕਿ ਖਾਂਦੇ ਪੀਂਦੇ ਲੋਕ ਜਿਹੜੇ ਨੌਕਰੀਆਂ ਕਰਦੇ ਆ, ਜਿਨ੍ਹਾਂ ਕੋਲ ਚੰਗੇ ਸੋਹਣੇ ਕਾਰੋਬਾਰ ਹੈ, ਜਿਹੜੇ ਬੰਦੇ ਵਿਦੇਸ਼ਾਂ ਦੇ ਵਿੱਚ ਵੀ ਸੈਟਲ ਹੈ, ਉਹ ਆਪਣੇ ਮਾਪਿਆਂ ਨੂੰ ਨਾਲ ਰੱਖਣ ਦੀ ਬਜਾਏ ਬਹੁਤੇ ਵਾਰੀ ਅਸੀਂ ਇਹ ਦੇਖਿਆ ਕਿ ਜਿਹੜੇ ਵਿਰਧ ਘਰ ਹੈ, ਵਿਰਧ ਘਰਾਂ ਦੇ ਵਿੱਚ ਓਲਡ ਏਜ ਹੋਮ ਹੈ, ਜਿਹੜੇ ਮਾਪਿਆਂ ਨੂੰ ਉੱਥੇ ਛੱਡਿਆ ਹੁੰਦਾ ਹੈ। ਪਿਛਲੇ ਸਮੇਂ ਦੇ ਦੌਰਾਨ ਇਹਨਾਂ ਮਾਪਿਆਂ ਦੇ ਦਿਵਸ ਦੇ ਉੱਤੇ ਸਾਨੂੰ ਕਈ ਵਾਰੀ ਬਿਰਧ ਘਰਾਂ 'ਚ ਜਾਣਾ ਪਿਆ। ਉੱਥੇ ਜਾ ਕੇ ਜਦੋਂ ਮਾਪਿਆਂ ਦੀ ਇੰਟਰਵਿਊ ਲੈਣੇ ਆ ਤੇ ਤਾਹਾਂ ਮਾਰ ਕੇ ਰੋਂਦੇ ਆ। ਉਹ ਕਹਿੰਦੇ ਕਿ ਇਹੋ ਜਿਹੀ ਔਲਾਦ ਨਾਲੋਂ ਤਾਂ ਨਾ ਹੋਈ ਚੰਗੇ ਸੀ। ਜੇ ਨਾ ਔਲਾਦ ਹੁੰਦੀ ਤਾਂ ਸਾਨੂੰ ਜਿਹੜਾ ਹੈਗਾ ਕਿਸੇ ਕਿਸਮ ਦਾ ਪਛਤਾਵਾ ਤਾਂ ਨਾ ਹੁੰਦਾ, ਕੋਈ ਝੋਰਾ ਤਾਂ ਨਾ ਹੁੰਦਾ। ਹੁਣ ਸਭ ਕੁਛ ਹੈ ਤੇ ਸਾਨੂੰ
ਪੈਸੇ ਸਾਡੇ ਜ਼ਰੂਰ ਭਰ ਦਿੰਦੇ ਆ, ਸਾਡਾ ਖਰਚਾ ਦੇ ਜਾਂਦੇ ਆ, ਲੇਕਿਨ ਜਿਹੜਾ ਪੁੱਤਰ ਮੋਹ ਹੈ ਜਾਂ ਜਿਹੜਾ ਮਾਪਿਆਂ ਦਾ ਮੋਹ ਹੈ, ਇਹ ਦੋਨੇ ਚੀਜ਼ਾਂ ਜਦੋਂ ਇੱਕ ਦੂਜੇ ਨਾਲ ਟੁੱਟ ਜਾਣ ਤਾਂ ਫਿਰ ਬਹੁਤ ਬੁਰਾ ਜਿਹੜਾ ਹੈਗਾ ਮਹਿਸੂਸ ਹੁੰਦਾ ਬੰਦੇ ਨੂੰ। ਤੋਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਮਦਰਸ ਡੇ ਹੈ, ਮਾਪਿਆਂ ਦਾ ਦਿਨ ਹੈ ਜੀ। ਅਸੀਂ ਇਸ ਮੌਕੇ ਦੇ ਉੱਤੇ ਧਰਨ ਕਰੀਏ ਕਿ ਅਸੀਂ ਵਾਕਈ ਈਸ਼ਵਰ ਸਾਡੇ ਵਾਸਤੇ ਸਭ ਤੋਂ ਮਗਰੋਂ ਹੈ, ਪਹਿਲਾ ਈਸ਼ਵਰ ਸਾਡੇ ਮਾਂ ਪਿਓ ਹੈ, ਉਹਨਾਂ ਦੀ ਇੱਜ਼ਤ ਕਰੀਏ, ਉਹਨਾਂ ਦੀ ਵਿਰਧ ਅਵਸਥਾ ਦੇ ਵਿੱਚ ਠੀਕ ਤਰੀਕੇ ਦੇ ਨਾਲ ਉਹਨਾਂ ਦੀ ਦੇਖਭਾਲ ਕਰੀਏ। ਮੇਰਾ ਖਿਆਲ ਹੈ ਵੀ ਸਭ ਤੋਂ ਪਹਿਲਾਂ ਧਰਮ ਹੀ ਇਹ ਹੈ, ਬਾਕੀ ਧਰਮ ਮਗਰੋਂ ਬਣਦੇ ਜੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ ਜੀ। ਆਪਣਾ ਮਾਂ ਪਿਓ ਘਰੇ ਜਿਹੜਾ ਪਾਣੀ ਦੇ ਗਲਾਸ ਨੂੰ ਤਰਸਦੇ ਰਹਿਣ ਤੇ ਰੋਟੀ ਦੀ ਬੁਰਕੀ ਨੂੰ ਤਰਸਦੇ ਰਹਿਣ ਤਾਂ ਆਪਾਂ ਗੁਰਦੁਆਰੇ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਲੰਗਰ ਲਵਾਈ ਚੱਲੀਏ, ਕਹਿਣਾ ਅਸੀਂ ਬੜਾ ਹੀ ਪੁੰਨ ਕਰਦੇ ਹਾਂ। ਪਹਿਲਾਂ ਮਾਂ ਪਿਓ ਨੂੰ ਸਾਂਭ ਲਓ, ਬਾਕੀ ਲੰਗਰ ਜਿਹੜੇ ਲਵਾਉਣੇ ਉਹ ਬਾਅਦ ਦੇ ਵਿੱਚ। ਮੈਂ ਨਹੀਂ ਕਹਿੰਦਾ ਲੰਗਰ ਨਾ ਲਵਾਓ, ਸੇਵਾ ਨਾ ਕਰੋ, ਪਹਿਲਾਂ ਘਰ ਤੋਂ ਸ਼ੁਰੂ ਕਰੋ, ਆਪਣੇ ਮਾਂ ਪਿਓ ਦੀ ਸੇਵਾ ਕਰੋ, ਉਸ ਤੋਂ ਬਾਅਦ ਅੱਗੇ ਵਧੋ। ਢਿੱਲੋਂ ਸਾਹਿਬ, ਆਪਾਂ ਕੱਲ ਗੱਲ ਕੀਤੀ ਸੀਗੀ ਸਮੇਧ ਸੈਣੀ ਦੀ, ਜਿਹੜਾ ਸਾਬਕਾ ਡੀਜੀਪੀ ਆ, ਉਹਦੇ ਤੇ ਆਪਣੇ ਹਿੱਤਾਂ ਲਈ ਇਸਤੇਮਾਲ ਕਰਨ ਵਾਸਤੇ ਬਾਦਲਾਂ ਨੇ ਸੀਬੀਆਈ ਦੇ ਕੇਸ ਦੇ ਵਿੱਚੋਂ ਸੈਣੀ ਨੂੰ ਕਿਵੇਂ ਬਚਾਇਆ ਜੀ? ਬਿਲਕੁਲ ਚੰਦੀ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸਲ ਦੇ ਵਿੱਚ ਜਿਹੜਾ ਕੇਸ ਸੁਮੇਧ ਸਿੰਘ ਸੈਣੀ ਤੇ ਹੁਣ ਦਰਜ ਹੋਇਆ ਹੈ ਜੀ, ਇਹ ਕੇਸ ਤਾਂ 2008 ਦੇ ਵਿੱਚ ਦਰਜ ਹੋ ਗਿਆ ਸੀ ਜੀ। 2007 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਨਕੁਆਇਰੀ ਮਾਰਕ ਕੀਤੀ ਸੀ ਤੇ ਇਨਕੁਆਇਰੀ ਦਿੱਤੀ ਸੀ ਸੀਬੀਆਈ ਜੀ। ਸੀਬੀਆਈ ਨੇ ਬਲਵੰਤ ਸਿੰਘ ਮੁਲਤਾਨੀ ਦੀ ਜਿਹੜੀ ਹੈਗੀ ਹੈ ਡਿਸਅਪੀਅਰੈਂਸ, ਕਿਉਂਕਿ ਬਲਵੰਤ ਸਿੰਘ ਮੁਲਤਾਨੀ ਨੂੰ ਉਸ ਵੇਲੇ ਚੱਕਿਆ ਸੀ ਜਦੋਂ ਸੁਮੇਧ ਸਿੰਘ ਸੈਣੀ ਤੇ ਚੰਡੀਗੜ੍ਹ ਦੇ ਐਸਐਸਪੀ ਹੁੰਦਾ ਇੱਕ ਬੰਬ ਧਮਾਕਾ ਹੋਇਆ ਸੀ 1991 ਔਰ 1991 ਚ ਬੰਬ ਧਮਾਕੇ ਤੋਂ 3-4 ਦਿਨਾਂ ਬਾਅਦ ਮੋਹਾਲੀ ਦੇ ਘਰ ਦੇ ਵਿੱਚੋਂ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕ ਲਿਆ ਜੀ। ਉਹਨੂੰ ਟੌਰਚਰ ਕੀਤਾ, ਬਹੁਤ ਜ਼ਿਆਦਾ ਤਸ਼ੱਦਦ ਹੋਇਆ ਔਰ ਉਹਦੇ ਜੋ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ, ਜੋ ਗੱਲਾਂ ਬਾਤਾਂ ਨਿਕਲੀਆਂ, ਉਹਦੀ ਬਦੌਲਤ ਜੀ ਇੰਦਰਪਾਲ ਸਿੰਘ ਭੁੱਲਰ ਦੇ ਸਹੁਰੇ ਨੂੰ ਚੱਕਿਆ, ਉਹਦੇ ਬਾਪ ਨੂੰ ਚੱਕਿਆ, ਉਹਦੇ ਕਜ਼ਨ ਸੀ ਜਿਹੜੇ ਉਹਨਾਂ ਨੂੰ ਚੱਕਿਆ, ਉਹਦੇ ਹੋਰ ਰਿਸ਼ਤੇਦਾਰ ਆ ਉਹ ਚੱਕੇ ਜੀ। ਪਰ ਅੱਜ ਤੱਕ ਜਿਵੇਂ ਬਲਵੰਤ ਸਿੰਘ ਮੁਲਤਾਨੀ ਗਾਇਬ ਹੈ ਜੀ, ਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਜੀ ਵੀ ਗਾਇਬ ਹੈ, ਉਹਨਾਂ ਨੂੰ ਵੀ ਇਸ ਪੀਆਈਡੀ ਦਿਖਾਇਆ ਗਿਆ, ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦੀ ਮੌਤ ਹੋਈ ਜੀ। ਸੋ ਇਹ ਮੁਕੱਦਮਾ ਜਿਹੜਾ ਪਹਿਲਾਂ ਦਰਜ ਹੋ ਗਿਆ ਸੀ, ਉਦੋਂ ਮੁਲਤਾਨੀ ਸਾਹਿਬ ਦੇ ਪਿਤਾ ਜੀ ਸਰਦਾਰ ਡੀਐਸ ਮੁਲਤਾਨੀ ਜਿਹੜੇ ਇੱਕ ਆਈਐਸ ਆਫੀਸਰ ਸੀ, ਉਹਨਾਂ ਨੇ ਉਹ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੀ ਪਹਿਲਾਂ ਇਨਕੁਆਇਰੀ ਕਰਵਾਈ ਤੇ ਫਿਰ ਕੇਸ ਰਜਿਸਟਰ ਕਰਵਾਇਆ। ਉਹ ਕੇਸ ਜਿਹੜਾ ਹੈਗਾ ਚੱਲ ਨਹੀਂ ਸਕਿਆ, ਉਹਦੀ ਪਹਿਲ ਨਹੀਂ ਹੋਈ, ਅਦਾਲਤ ਨਹੀਂ ਹੋਇਆ, ਸਗੋਂ ਉਹ ਕੇਸ ਖਤਮ ਹੋ ਗਿਆ। ਖਤਮ ਕਿਵੇਂ ਹੁੰਦਾ ਹੈ? ਖਤਮ ਇਹ ਹੁੰਦਾ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਰਿਕਾਰਡ ਪੇਸ਼ ਕੀਤਾ ਗਿਆ, ਜੋ ਤੱਥ ਪੇਸ਼ ਕੀਤੇ ਗਏ, ਉਹ ਤੱਥ ਜਿਹੜੇ ਹੈ ਬਹੁਤ ਸਾਰੇ ਤੱਥ ਉਹ ਸੀ ਜਿਹੜੀ ਦੂਜੀ ਧਿਰ ਉਹਦਾ ਮੁਕਾਬਲਾ ਨਾ ਕਰ ਸਕੀ, ਉਹ ਨਾ ਦਰਸਾ ਸਕੀ, ਕਿਉਂਕਿ ਜਦੋਂ ਘਰ ਦੇ ਵਿੱਚ ਇੱਕ ਬੰਦੇ ਦਾ ਨੁਕਸਾਨ ਹੋ ਜਾਏ, ਮੁਲਤਾਨੀ ਸਾਹਿਬ ਸੀਨੀਅਰ ਮੁਲਤਾਨੀ ਜਿਹੜੇ ਇੱਕ ਆਈਐਸ ਆਫੀਸਰ ਸੀ, ਉਹਨਾਂ ਦਾ ਵੀ ਬੁਰਾ ਹਾਲ ਸੀਗਾ ਬੁਢਾਪੇ ਦੇ ਵਿੱਚ। ਤੁਹਾਨੂੰ ਪਤਾ ਬੰਦੇ ਦੀ ਹਾਲਤ ਮਾੜੀ ਹੁੰਦੀ ਹੈ ਜੀ। ਮੋਰਓਵਰ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ, ਬੰਦਾ ਹਿੰਮਤ ਹਾਰਦਾ ਜਾਂਦਾ ਤੇ ਜਦੋਂ ਮੁਕਾਬਲਾ ਕਿਸੇ ਡਾਢੇ ਬੰਦੇ ਦੇ ਨਾਲ ਹੋਵੇ, ਉਦੋਂ ਤਾਂ ਕੋਈ ਬਹੁਤ ਹੀ ਮਤਲਬ ਜਿਹੜਾ ਵੱਡੇ ਦਿਲ ਵਾਲਾ ਬੰਦਾ ਖੜਦਾ ਹੈ ਜੀ। ਪਹਿਲਾਂ ਵੀ ਜਿਹੜੀ ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਲੁਧਿਆਣੇ ਦੇ ਵਿੱਚ ਸੈਣੀ ਮੋਟਰ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਨੁਕਸਾਨ ਹੋਇਆ ਸੀ। ਉਹ ਜਿਹੜੀ ਮੈਡਮ ਸੀ, ਉਹ ਵੀ ਵਿਚਾਰੀ ਇਨਸਾਫ ਉਡੀਕਦੀ ਇਸ ਦੁਨੀਆ ਤੋਂ ਚਲੀ ਗਈ ਹੈ ਜੀ। ਸੋ ਮੁਲਤਾਨੀ ਸਾਹਿਬ ਨੂੰ ਜਦੋਂ ਜਿਹੜੇ ਬਲਵੰਤ ਸਿੰਘ ਮੁਲਤਾਨੀ ਹੈ, ਇਹਨੂੰ ਚੱਕ ਕੇ ਚੰਡੀਗੜ੍ਹ ਦੇ ਥਾਣੇ ਚ ਲਿਜਾਇਆ ਗਿਆ, ਉੱਥੇ ਟੌਰਚਰ ਕੀਤਾ ਗਿਆ, ਥਾਣੇ ਬਦਲੇ ਗਏ, ਉੱਥੇ ਟੌਰਚਰ ਕੀਤਾ ਗਿਆ ਜੀ। ਔਰ ਅਖੀਰ ਇਹ ਦਾਅਵਾ ਕੀਤਾ ਗਿਆ ਕਿ ਇਸ ਬੰਦੇ ਨੂੰ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਇਲਾਕੇ ਚ ਲੈ ਕੇ ਗਏ ਸਾਂ, ਉੱਥੋਂ ਕੁਛ ਹਥਿਆਰ ਬਰਾਮਦ ਕਰਨੇ ਸੀ, ਕੁਛ ਬੰਦੇ ਗ੍ਰਿਫਤਾਰ ਕਰਨੇ ਸੀ, ਪਰ ਉੱਥੋਂ ਉਹ ਬੰਦਾ ਜਿਹੜਾ ਹੈਗਾ ਫਰਾਰ ਹੋ ਗਿਆ ਜੀ, ਸਾਡੀ ਗ੍ਰਿਫਤ ਦੇ ਵਿੱਚੋਂ ਚਲਾ ਗਿਆ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਮੇਧ ਸਿੰਘ ਸੈਣੀ ਐਸਐਸਪੀ ਚੰਡੀਗੜ੍ਹ ਹੋ ਗਏ ਜੀ। ਚੰਡੀਗੜ੍ਹ 3 ਸਟੇਟਾਂ ਦੀ ਰਾਜਧਾਨੀ ਹੈ, ਪੰਜਾਬ ਦੀ, ਹਰਿਆਣੇ ਦੀ ਤੇ ਯੂਨੀਅਨ ਟੈਰੀਟਰੀ ਤਾਂ ਆਪਣੇ ਆਪ ਦੇ ਵਿੱਚ ਆਪਦੀ ਰਾਜਧਾਨੀ ਹੈ ਹੀ ਹੈ ਜੀ। ਉਹ ਕੇਂਦਰੀ ਇਲਾਕਾ ਹੈ, ਉਹਨਾਂ ਦੇ ਕੋਲੇ ਬਹੁਤ ਜ਼ਿਆਦਾ ਉੱਥੇ ਦੇ ਅਫਸਰਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਹਰ ਕਿਸਮ ਦਾ ਉਹਨਾਂ ਦੇ ਕੋਲੇ ਫੋਰਸ ਹੈ, ਹਰ ਕਿਸਮ ਦੇ ਹਥਿਆਰ ਹੈ ਜੀ। ਮੋਰਓਵਰ
ਜਿਹੜੇ ਐਸਐਸਪੀ ਤੇ ਕੁਝ ਦਿਨ ਪਹਿਲਾਂ ਹਮਲਾ ਹੋਇਆ ਹੋਵੇ ਉਹਦਾ ਦੋਸ਼ੀ ਹੋਵੇ, ਉਹਨੂੰ ਇਹ ਤਾਂ ਹੈ ਨਹੀਂ ਕਿ ਇੱਕ ਛੋਟੀ ਜਿਹੀ ਪੁਲਿਸ ਟੁਕੜੀ ਲੈ ਕੇ ਚੱਲ ਜੂਗੀ ਜੀ। ਉਹਦੇ ਵਾਸਤੇ ਪਤਾ ਨਹੀਂ ਨਾਲ ਕਿੰਨੀਆਂ ਗੱਡੀਆਂ ਲੱਗੀਆਂ ਹੋਣਗੀਆਂ, ਸੀਆਰਪੀ ਵਾਲੇ ਕਿੰਨੇ ਹੋਣਗੇ, ਬੀਐਸਐਫ ਵਾਲੇ ਕਿੰਨੇ ਹੋਣਗੇ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਵਗੈਰਾ ਵਗੈਰਾ, ਪਤਾ ਨਹੀਂ ਕਿੰਨਾ ਕੁ। ਔਰ ਇਹਨਾਂ ਨੇ ਦਿਖਾਤਾ ਕਿ ਉਹ ਡਿਸਅਪੀਅਰ ਹੋ ਗਿਆ। ਅਸਲ ਦੇ ਵਿੱਚ ਜਦੋਂ ਮੇਰਾ ਖਿਆਲ ਹੈ ਉਹ ਡਿਸਅਪੀਅਰ ਨਹੀਂ ਹੋਇਆ, ਉਹ ਇਨ ਫੈਕਟ ਜਦੋਂ ਇਹਨਾਂ ਨੇ ਇੰਟਰੋਗੇਟ ਕਰ ਰਹੇ ਸੀ ਉਹ ਬੰਦਾ ਦੌਰਾਨੇ ਇੰਟਰੋਗੇਸ਼ਨ ਹੀ ਜੀ ਉਹਦੀ ਮੌਤ ਹੋ ਗਈ ਸੀ ਚੰਡੀਗੜ੍ਹ ਦੇ ਵਿੱਚ। ਤੇ ਬਾਅਦ ਦੇ ਵਿੱਚ ਇਹਨਾਂ ਨੇ ਮੁਕੱਦਮਾ ਦਰਜ ਕਰਨਾ ਸੀ ਕਿ ਉਹ ਬੰਦਾ ਭਗੌੜਾ ਹੋ ਗਿਆ, ਫਿਰ ਉਹ ਮੁਕੱਦਮਾ ਚੰਡੀਗੜ੍ਹ ਦੀ ਬਜਾਏ ਪੰਜਾਬ 'ਚ ਦਰਜ ਕੀਤਾ ਜੀ ਤੇ ਪੰਜਾਬ ਦੇ ਕਾਜ਼ੀਆਂ ਥਾਣੇ ਦੇ ਵਿੱਚੋਂ ਇਹਨੂੰ ਭਗੌੜਾ ਕਰਾਰ ਦਿੱਤਾ ਹੈ। ਸੋ ਮੁਲਤਾਨੀ ਸਾਹਿਬ ਜਿਵੇਂ ਸਾਰਾ ਕੁਝ ਲੈ ਕੇ ਗਏ, ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋ ਗਈ ਵੀ ਸੀਬੀਆਈ ਨੇ ਸਾਰਾ ਕੁਝ ਕਰ ਲਿਆ। ਲੇਕਿਨ ਜਿਹੜੀ ਸੀਬੀਆਈ ਦੇ ਇਨਕੁਆਰੀ ਦੇ ਖਿਲਾਫ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਜੀ, ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੋਈ ਸੀ। ਪਟੀਸ਼ਨ ਜਿਹੜੀ ਹੈ ਮੁਲਤਾਨੀ ਸਾਹਿਬ ਦੇ ਖਿਲਾਫ ਸੁਮੇਧ ਸਿੰਘ ਸੈਣੀ ਨੇ ਨਹੀਂ ਦਾਇਰ ਕੀਤੀ ਸੀ ਜੀ, ਸਗੋਂ ਉਹ ਪਟੀਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਸੰਨ 2011 ਚ, ਜਿਹਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹੁੰਦੇ ਸੀ। ਦੋਨਾਂ ਬਾਪ ਬੇਟੇ ਦੇ ਹੁਕਮ ਦੇ ਉੱਤੇ ਪੰਜਾਬ ਦਾ ਜਿਹੜਾ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਹੈ, ਪੰਜਾਬ ਸਰਕਾਰ ਵੱਲੋਂ ਉਹ ਪਟੀਸ਼ਨ ਦਾਇਰ ਹੋਈ ਸੀ ਜੀ। ਪਰ ਉਸ ਪਟੀਸ਼ਨ ਨੂੰ ਉਹਨਾਂ ਨੇ ਪ੍ਰਵਾਨ ਕਰਕੇ ਇਹ ਹੁਕਮ ਖਤਮ ਕਰਤਾ ਸੀ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਸੀ ਜੀ। FIR ਪੇਸ਼ ਹੋ ਗਈ। ਹੁਣ ਜਿਹੜੀ ਮਦਈ ਧਿਰ ਦਾ ਇਹ ਕਹਿਣਾ, ਮੈਂ ਇਹ ਆਰਡਰ ਪੜ੍ਹਿਆ ਨਹੀਂ, ਉਹਨਾਂ ਦਾ ਇਹ ਕਹਿਣਾ ਕਿ ਭਾਵੇਂ ਉਹ FIR ਜੂਰੀਡਿਕਸ਼ਨ ਦੇ ਆਧਾਰ ਦੇ ਉੱਤੇ ਰੱਦ ਕਰ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਸਾਨੂੰ ਇਹ ਹੱਕ ਦੇ ਦਿੱਤਾ ਸੀ ਕਿ ਅਸੀਂ ਆਪਣੀ ਚਾਰਾਜੋਈ ਕਰਦੇ ਰਹੀਏ ਜੀ, ਕਿਉਂਕਿ ਇਸੇ ਅਰਸੇ ਦੌਰਾਨ ਬਲਵੰਤ ਸਿੰਘ ਮੁਲਤਾਨੀ ਦੇ ਪਿਤਾ DS ਮੁਲਤਾਨੀ ਦੀ ਮੌਤ ਹੋ ਗਈ ਸੀ। ਪਰ ਸੁਮੇਧ ਸਿੰਘ ਸੈਣੀ 2011 ਦੇ ਵਿੱਚ ਉਹਨੂੰ ਛੁਟਕਾਰਾ ਮਿਲਦਾ ਹੈ। 2012 ਦੇ ਵਿੱਚ ਅਕਾਲੀ ਸਰਕਾਰ ਫਿਰ ਰਿਪੀਟ ਕਰਦੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਜਾਂਦੇ ਹੈ, ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਬਣ ਜਾਂਦੇ ਹੈ, ਤੇ ਫਿਰ ਜਿਹੜਾ ਸਭ ਤੋਂ ਪਹਿਲਾ ਹੁਕਮ ਪਾਸ ਹੁੰਦਾ ਹੈ ਜੀ, ਉਹ ਹੁਕਮ ਹੀ ਇਹੀ ਸੀ ਕਿ ਸੁਮੇਧ ਸਿੰਘ ਸੈਣੀ ਨੂੰ DGP ਲਾ ਦਿੱਤਾ ਜਾਵੇ, ਪਰ ਉਹ DGP ਲੱਗ ਗਿਆ ਜੀ। ਮੈਂ ਇੱਥੇ ਵੀ ਜ਼ਿਕਰ ਕਰ ਦੇਵਾਂ ਕਿ ਜਿਹੜੀ 2012 ਦੀ ਇਲੈਕਸ਼ਨ ਹੈ, 2012 ਦੀ ਇਲੈਕਸ਼ਨ ਵੇਲੇ ਜਿਹੜੀ ਦੌਲਤ ਦੀ ਦੁਰਵਰਤੋਂ ਹੋਈ ਹੈ, ਵੱਡੇ ਪੱਧਰ ਦੇ ਉੱਤੇ ਧਨ ਦੌਲਤ ਤਕਸੀਮ ਕੀਤਾ ਗਿਆ, ਉਹ ਧਨ ਦੌਲਤ ਭਾਵੇਂ ਚੋਣ ਕਮਿਸ਼ਨ ਦੀ ਨਿਗਰਾਨੀ ਸੀ ਕਿ ਇਹ ਅਸੀਂ ਨਹੀਂ ਜਾਣ ਦੇਣਾ, ਲੇਕਿਨ ਉਹ ਧਨ ਦੌਲਤ ਕਾਹਦੇ ਰਾਹੀਂ ਥੱਲੇ ਤੱਕ ਪਹੁੰਚਾ ਸੀ। ਤੁਹਾਡੇ ਧਿਆਨ ਚ ਹੋਣਾ, ਤੁਸੀਂ ਦੇਖਿਆ ਹੋਣਾ, ਪੰਜਾਬ ਦੇ ਵਿੱਚ 108 ਐਂਬੂਲੈਂਸ ਗੱਡੀਆਂ, ਬਿਲਕੁਲ ਜੀ, ਇਹ ਗੱਡੀਆਂ ਹਸਪਤਾਲਾਂ ਦੇ ਵਿੱਚ ਹੁੰਦੀਆਂ। ਸਾਰੀਆਂ ਗੱਡੀਆਂ ਜਿਹੜੀਆਂ ਹਸਪਤਾਲਾਂ ਦੀਆਂ ਉਹ ਇਕੱਠੀਆਂ ਕੀਤੀਆਂ ਗਈਆਂ, ਉਹਨਾਂ 'ਚ ਨੋਟ ਭਰੇ ਗਏ ਵਿਜੀਲੈਂਸ ਦੇ ਬੰਦੇ, ਕਿਉਂਕਿ ਉਦੋਂ ਸੁਮੇਧ ਸਿੰਘ ਸੈਣੀ ਡਾਇਰੈਕਟਰ ਵਿਜੀਲੈਂਸ ਬਿਊਰੋ ਹੁੰਦਾ ਸੀ ਜੀ। ਵਿਜੀਲੈਂਸ ਦੇ ਬੰਦੇ ਜਿਹੜੇ ਨੀਲੀਆਂ ਪੱਗਾਂ ਬੰਨ ਕੇ ਜਥੇਦਾਰ ਬਣ ਕੇ ਮਰੀਜ਼ ਬਣ ਕੇ ਪੈ ਜਾਂਦੇ ਸੀ ਜੀ, ਮਰੀਜ਼ ਨੂੰ ਲੈ ਕੇ ਜਾ ਰਹੇ ਆ ਜੀ, ਇਹ ਇਸ ਤਰ੍ਹਾਂ ਮਤਲਬ ਜਿਹੜੀਆਂ ਬਾਹਰੋਂ ਸਿਕਿਉਰਿਟੀ ਫੋਰਸਿਸ ਲਾਈਆਂ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਇਹ ਸਾਰਾ ਕੁਝ ਹੋਇਆ ਸੀ ਜੀ। ਸੋ ਅਹਿਸਾਨ ਸੀ ਜਦੋਂ ਹਕੂਮਤ ਬਣ ਗਈ, ਰਿਪੀਟ ਬਣ ਗਈ, ਪਹਿਲਾ ਆਰਡਰ ਕਰਕੇ ਸੁਮੇਧ ਸਿੰਘ ਸੈਣੀ ਨੂੰ DGP ਲਾਤਾ ਜੀ। ਇੱਥੇ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹੂੰਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ 1997 ਚ ਮੁੱਖ ਮੰਤਰੀ ਬਣਦੇ ਹੈ, ਉਹ ਤੋਂ ਪਹਿਲਾਂ ਉਹਨਾਂ ਨੇ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਜੀ, ਤੇ ਉਸ ਚੋਣ ਮੈਨੀਫੈਸਟੋ ਰਾਹੀਂ ਉਹਨਾਂ ਨੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਜੇ ਸਾਡੀ ਅਕਾਲੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਹੈ ਉਹਦੀ ਪੜਤਾਲ ਕਰਨ ਵਾਸਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ, ਪੀਪਲਜ਼ ਕਮਿਸ਼ਨ ਹੋਊਗਾ ਉਹਦਾ ਨਾਮ ਜੀ। ਉਹ ਉਹਨਾਂ ਨੇ ਬਣਾਤਾ ਸੀ, ਨਹੀਂ ਬਣਾਇਆ। ਉਹ ਨਹੀਂ ਬਣਾਇਆ, ਕਿਉਂ ਨਹੀਂ ਬਣਾਇਆ? ਉਹਦਾ ਕਾਰਨ ਇਹ ਸੀ ਕਿ ਉਹ ਇਸ ਕਰਕੇ ਨਹੀਂ ਸੀ ਬਣਾਇਆ ਕਿਉਂਕਿ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਤੇ ਕਮਾਉਣ ਦੀਆਂ ਗੱਲਾਂ ਹੋਰ ਹੁੰਦੀਆਂ ਜੀ। ਸਰਕਾਰ ਬਣ ਗਈ, ਸਰਕਾਰ ਚੱਲ ਪਈ, ਫਿਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਖੜਾ ਹੋਇਆ ਸੀ, ਔਰ ਉਹ ਸਵਾਲ ਕੀਤਾ ਕਿਹਨੇ ਸੀ? ਸਵਾਲ ਕੀਤਾ ਸੀ ਹਰਦੇਵ ਸਿੰਘ ਅਰਸ਼ੀ ਨੇ ਜੀ। ਹਰਦੇਵ ਸਿੰਘ ਅਰਸ਼ੀ ਬੁਢਲਾਡਾ ਤੋਂ MLA ਹੁੰਦਾ ਸੀ ਔਰ ਇਹ MLA ਕਮਿਊਨਿਸਟ ਪਾਰਟੀ ਆਫ ਇੰਡੀਆ ਦਾ MLA ਸੀ। ਉਹਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ ਬਾਦਲ ਸਾਹਿਬ ਕਿਰਪਾ ਕਰਕੇ ਇਹ ਦੱਸੋ ਤੁਸੀਂ ਜਿਹੜਾ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਉਸ ਵਾਅਦੇ ਦੀ ਪੂਰਤੀ ਕਿਉਂ ਨਹੀਂ ਹੋਈ? ਤਾਂ ਬਾਦਲ ਸਾਹਿਬ ਨੇ ਕਿਹਾ ਸੀ ਕਾਕਾ ਜੀ ਮਸਾਂ ਜ਼ਖਮ ਜਿਹੜੇ ਹੈਗੇ ਆ ਆਥਰੇ ਜ਼ਖਮਾਂ ਨੂੰ ਜਿਹੜੋ ਨਾ, ਜੋ ਕੁਛ ਬੀਤੇ ਸਮੇਂ ਚ ਹੋ ਗਿਆ ਸੋ ਹੋ ਗਿਆ, ਹੁਣ ਭੁੱਲ ਜੋ, ਮਿੱਟੀ ਪਾਓ ਪੁਰਾਣੀਆਂ ਗੱਲਾਂ ਤੇ, ਆਪਾਂ ਹੁਣ ਇਹਨਾਂ ਗੱਲਾਂ ਨੂੰ ਛੱਡ ਦਈਏ। ਇਹ ਗੱਲ ਕਹੀ ਸੀ ਬਾਦਲ ਸਾਹਿਬ ਨੇ। ਜੀ। ਔਰ ਫਿਰ
ਸੁਮੈਤ ਸਿੰਘ ਸੈਣੀ ਵਰਗੇ ਬੰਦੇ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਕਿ ਇਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਰਿਆ ਹੈ, ਸੈਣੀ ਤੇ ਵੀ ਇਹ ਇਲਜ਼ਾਮ, KPS ਗਿੱਲ ਤੇ ਵੀ ਇਹ ਇਲਜ਼ਾਮ। ਇੱਥੇ ਮੈਂ ਇਹ ਜ਼ਿਕਰ ਕਰ ਦਿੰਦਾ ਕਿ ਅਸਲ ਦੇ ਵਿੱਚ ਭਾਵੇਂ ਸੁਮੈਤ ਸਿੰਘ ਸੈਣੀ ਹੋਵੇ ਤੇ ਭਾਵੇਂ KPS ਗਿੱਲ ਹੋਵੇ ਜੀ, ਜੋ ਕੁਝ ਪੰਜਾਬ ਦੇ ਵਿੱਚ ਹੋਇਆ ਇਹ ਕੋਈ ਇਹਨਾਂ ਦੋ ਅਫਸਰਾਂ ਨੇ ਨਹੀਂ ਕੀਤਾ ਜਾਂ ਇਹਨਾਂ ਵਰਗੇ ਹੋਰਾਂ ਨੇ ਨਹੀਂ ਕੀਤਾ। ਇਹ ਫੈਸਲਾ ਇੰਡੀਅਨ ਸਟੇਟ ਦਾ ਸੀ ਤੇ ਇੰਡੀਅਨ ਸਟੇਟ ਨੇ ਹੀ ਇਹ ਸਭ ਕੁਝ ਕੀਤਾ ਸੀ। ਉੱਥੇ ਮੇਰਾ ਖਿਆਲ ਹੈ ਵੀ ਜੇ ਸੁਮੈਤ ਸਿੰਘ ਸੈਣੀ ਤੇ KPS ਗਿੱਲ ਦੀ ਥਾਂ ਦੇ ਉੱਤੇ ਆਪਾਂ ਵੀ ਦੋਨੇ ਹੁੰਦੇ ਜੀ ਤੇ ਆਪਾਂ ਨੂੰ ਵੀ ਨਪੀੜ ਕੇ ਉਹਨਾਂ ਨੇ ਕਹਿਣਾ ਸੀ ਕਿ ਆਹ ਕੁਛ ਕਰੋ ਤੇ ਨਹੀਂ ਤੁਹਾਨੂੰ ਇਸ ਪਾਸੇ ਨੂੰ ਤੋੜ ਦਿਆਂਗੇ। ਮੇਰੇ ਕੋਲ ਮਿਸਾਲਾਂ ਹੈਗੀਆਂ ਪੰਜਾਬ ਪੁਲਿਸ ਦੀਆਂ ਉਸ ਵੇਲੇ ਦੀਆਂ ਜਿਨ੍ਹਾਂ ਲੋਕਾਂ ਨੇ ਥੋੜੀ ਬਹੁਤੀ ਵੀ ਚੂਚਰਾਂ ਕੀਤੀ ਸੀ ਕਿ ਅਸੀਂ ਨਹੀਂ ਕਰਨਾ ਤੇ ਅਸੀਂ ਉਹਨਾਂ ਲੋਕਾਂ ਨੂੰ ਫਿਰ ਉਹਨਾਂ ਦਾ ਅਗਲੇ ਜਹਾਨ ਪਹੁੰਚਾ ਦਿੱਤਾ ਗਿਆ ਸੀ। ਇਹ ਗੱਲਾਂ ਸਾਰੀਆਂ ਰਿਕਾਰਡ ਤੇ ਉੱਤੇ ਭਾਵੇਂ ਨਹੀਂ ਹੈਗੀਆਂ ਪਰ ਲੋਕਾਂ ਨੂੰ ਪਤਾ ਕਿ ਇਹ ਸਾਰਾ ਕੁਛ ਹੁੰਦਾ ਸੀ। ਪਰ ਅਗਲੀ ਗੱਲ ਆਪਾਂ ਲਿਖੀਏ ਕਿ ਜਦੋਂ ਸੁਮੈਤ ਸਿੰਘ ਸੈਣੀ ਨੂੰ ਬਚਾ ਲਿਆ, ਉਹਨੂੰ DGP ਲਾਤਾ, ਤਾਂ ਫਿਰ ਉਹਨੂੰ ਜਿਹੜਾ ਉਸ ਬੰਦੇ ਨੂੰ ਇਸ ਤਰ੍ਹਾਂ ਰੱਖਿਆ ਸੀ ਕਾਹਦੀ ਖਾਤਰ ਰੱਖਿਆ ਸੀ? ਉਹ ਸੀ ਕਿ ਇਹਨਾਂ ਨੇ ਆਪਣੇ ਰਾਜਨੀਤਿਕ ਹਿੱਤ ਸਾਧਨੇ ਸੀ। 2012 ਦੇ ਵਿੱਚ ਸਰਕਾਰ ਭਾਵੇਂ ਰਿਪੀਟ ਕਰ ਗਈ, ਲੇਕਿਨ ਜਿਵੇਂ ਕਿ 25 ਸਾਲ ਦਾ ਵਾਅਦਾ ਕੀਤਾ ਸੀ ਕਿ ਅਸੀਂ 25 ਸਾਲ ਰਾਜ ਕਰਾਂਗੇ, ਅਗਾਂਹ 2017 ਆ ਗਈ ਸੀ ਤੇ 2017 ਦੇ ਵਿੱਚ ਫਿਰ ਅਸੀਂ ਚੋਣ ਜਿੱਤਣੀ ਹੈ, ਉਹਦੇ ਵਾਸਤੇ ਕੀ ਕਰੀਏ? ਉਹਦੇ ਲਈ ਤੁਸੀਂ ਦੇਖਿਆ ਕਿ ਇਸ ਢੰਗ ਦੇ ਨਾਲ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਾਫ ਕੀਤਾ ਗਿਆ, ਪਰ ਮਾਫ ਕਰਨ ਵਾਸਤੇ ਕਿਹਨੂੰ ਇਸਤੇਮਾਲ ਕੀਤਾ ਗਿਆ? ਸਿੰਘ ਸਾਹਿਬਾਨ ਨੂੰ ਕੀਤਾ ਗਿਆ। ਸਾਨੂੰ ਆਮ ਤੌਰ ਤੇ ਅਸੀਂ ਮਹਿਸੂਸ ਕਰਦੇ ਹਾਂ, ਮੈਂ ਭਾਵੇਂ ਸਾਬਤ ਸਬੂਤ ਸਿੱਖ ਨਹੀਂ, ਲੇਕਿਨ ਇੱਕ ਗੱਲ ਸਾਡੇ ਮੰਨੀ ਜਾਂਦੀ ਹੈ ਸਿੱਖ ਭਾਈਚਾਰੇ ਦੇ ਵਿੱਚ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ, ਅਕਾਲ ਤਖਤ ਸਾਹਿਬ ਸੁਪਰੀਮ ਹੈ। ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਹੋ ਗਿਆ ਉਹ ਹਰ ਸਿੱਖ ਲਈ ਮੰਨਣਯੋਗ ਹੈ, ਉਹ ਤੋਂ ਕੋਈ ਪਾਸੇ ਨਹੀਂ ਜਾ ਸਕਦਾ। ਅਗਰ ਕੋਈ ਪਾਸੇ ਵੀ ਜਾਂਦਾ, ਭਾਵੇਂ ਉਹ ਦੇਸ਼ ਦਾ ਗ੍ਰਹਿ ਮੰਤਰੀ ਹੋਵੇ, ਭਾਵੇਂ ਉਹ ਸੂਬੇ ਦਾ ਮੁੱਖ ਮੰਤਰੀ ਹੋਵੇ, ਉਹਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਔਰ ਮੈਂ ਇਹ ਵੀ ਇੱਥੇ ਸਾਡੇ ਸਰੋਤਿਆਂ ਨਾਲ ਸਾਂਝ ਪਾਲਵਾ ਦੱਸ ਸਮਾਂ ਕਿ ਗ੍ਰਹਿ ਮੰਤਰੀ ਹੁੰਦਿਆਂ ਬੂਟਾ ਸਿੰਘ ਨੂੰ ਜਦੋਂ ਤਨਖਾਹੀਆ ਕਰਾਰ ਦਿੱਤਾ ਸੀ ਤੇ ਬੂਟਾ ਸਿੰਘ ਨੇ ਮੰਤਰੀ ਹੁੰਦਿਆਂ ਆ ਕੇ ਮੁਆਫੀ ਮੰਗੀ ਸੀ। ਗੱਲ ਦੇ ਵਿੱਚ ਉਹਦੇ ਜਿਹੜੀ ਹੈ ਪਾਈ ਹੋਈ ਸੀ, ਤਖਤੀ ਪਾਈ ਹੋਈ ਸੀ ਜਿਹਦੇ ਉੱਤੇ ਲਿਖਿਆ ਸੀ ਮੈਂ ਪਾਪੀ ਤੂੰ ਬਖਸ਼ਣਹਾਰ। ਸੁਰਜੀਤ ਸਿੰਘ ਬਰਨਾਲਾ ਵੀ ਮੁੱਖ ਮੰਤਰੀ ਸੀ ਤੇ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਇਹ ਮੰਨਣਾ ਪਿਆ। ਲੇਕਿਨ ਤੁਸੀਂ ਦੇਖੋ ਕਿ ਰਾਮ ਰਹੀਮ ਨੂੰ ਮਾਫ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੀ ਬਜਾਏ ਅਕਾਲ ਤਖਤ ਸਾਹਿਬ ਚੰਡੀਗੜ੍ਹ ਤਬਦੀਲ ਹੋ ਗਿਆ ਸੀ। ਜਿਹੜੀ ਸਰਕਾਰੀ ਕੋਠੀ ਹੈ ਮੁੱਖ ਮੰਤਰੀ ਦੀ, ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਉਹਨੂੰ ਬਣਾ ਦਿੱਤਾ ਗਿਆ ਸੀ, ਕਿਉਂਕਿ ਪੰਜਾਬ ਨਾਲ ਸੰਬੰਧਿਤ ਤਿੰਨਾਂ ਸਿੰਘ ਸਾਹਿਬਾਨਾਂ ਨੂੰ ਉੱਥੇ ਤਲਬ ਕੀਤਾ ਗਿਆ ਔਰ ਤਲਬ ਕਰਕੇ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਡੇਰਾ ਮੁਖੀ ਨੂੰ ਮਾਫ ਕਰਨਾ, ਤੇ ਫਿਰ ਮਾਫ ਕੀਤਾ ਗਿਆ ਸੀ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ, ਪਰ ਉਹਨਾਂ ਘਟਨਾਵਾਂ ਦਾ ਜਿਹੜਾ ਸਿਖਰ ਹੋਇਆ ਉਹ ਉਦੋਂ ਹੋਇਆ ਜਦੋਂ ਬਰਗਾੜੀ ਦੀ ਧਰਤੀ ਦੇ ਉੱਤੇ, ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਉਹ ਖਿਲਰੇ ਮਿਲੇ ਹੈ। ਔਰ ਉਹਨਾਂ ਤੋਂ ਬਾਅਦ ਜਨਤਾ ਦੇ ਵਿੱਚ ਬਹੁਤ ਵੱਡਾ ਰੋਸ ਫੈਲ ਗਿਆ ਸੀ। ਜਨਤਾ ਨੇ ਉਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕੀਤਾ। ਆਮ ਲੋਕਾਂ ਨੇ, ਇਕੱਲੇ ਸਿੱਖ ਨਹੀਂ, ਉਹਦੇ ਵਿੱਚ ਗੈਰ ਸਿੱਖ ਵੀ ਲੋਕ ਵੀ ਸੀਗੇ। ਕੋਟਕਪੂਰੇ ਤੋਂ ਲੈ ਕੇ ਜੋ ਕੁਛ ਹੋਇਆ ਬਾਈਬਲ ਕਲਾਂ ਤੱਕ, ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਵੇਂ ਲਾਠੀਆਂ ਚੱਲੀਆਂ, ਗੋਲੀਆਂ ਚੱਲੀਆਂ, ਗੰਦੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਦੋ ਜਿਹੜੇ ਹੈਗੇ ਆ ਸਾਡੇ ਅੰਦੋਲਨਕਾਰੀ ਉਹ ਸ਼ਹੀਦ ਹੋ ਗਏ ਜਿਹੜੇ ਲੰਗਰ ਵਰਤਾਉਂਦੇ ਸੀ। ਇਹ ਸਾਰਾ ਕੁਛ ਹੋਇਆ। ਇਹ ਹੁਣ ਕੀਤਾ ਕੀ ਨੇ? ਇਹ ਕੀਤਾ ਕੀ ਨੇ? ਜੇ ਆਪਾਂ ਕਮਿਸ਼ਨ ਜਿਹੜੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹ ਕੇ ਦੇਖੀਏ ਤਾਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਰਾ ਕੁਝ ਦੱਸਦੀ ਹੈ ਕਿ ਉਹਦੇ ਵਿੱਚ ਆਹ ਚੀਜ਼ਾਂ ਹੋਈਆਂ। ਇੱਥੇ ਟੈਲੀਫੋਨ ਤੇ ਕਾਲਾਂ ਹੋਈਆਂ। ਪ੍ਰਕਾਸ਼ ਸਿੰਘ ਬਾਦਲ ਤੜਕੇ ਵੱਡੇ ਤੜਕੇ DGP ਨੂੰ ਉਠਾਉਂਦੇ ਆ, ਟੈਲੀਫੋਨ ਤੇ ਉਹਦੇ ਨਾਲ ਗੱਲ ਕਰਦੇ ਆ, DGP ਉਹਨਾਂ ਦੀ ਕੋਠੀ ਜਾਂਦਾ ਹੈ। ਉਸ ਤੋਂ ਬਾਅਦ ਪਰਮਰਾਜ ਸਿੰਘ ਉਮਰਾ ਨੰਗਲ ਜਿਹੜਾ ਲੁਧਿਆਣੇ ਦਾ ਪੁਲਿਸ ਕਮਿਸ਼ਨਰ ਸੀ, ਉਹ ਉੱਥੇ ਕੀ ਲੈਣ ਵਾਸਤੇ ਗਿਆ, ਉਹਦੀ ਡਿਊਟੀ ਕਿਉਂ ਲੱਗੀ ਉੱਤੇ, ਉਹਨੂੰ ਵਾਰ-ਵਾਰ ਸੁਮੈਤ ਸਿੰਘ ਸੈਣੀ ਹਦਾਇਤਾਂ ਕਰ ਰਿਹਾ, ਕੀ ਹਦਾਇਤਾਂ ਕਰ ਰਿਹਾ, ਟੈਲੀਫੋਨ ਕਾਲਾਂ ਦਾ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਤਾਣਾ ਬਾਣਾ ਪਿਆ ਹੈ। ਮਨਤਾਰ ਸਿੰਘ ਬਰਾੜ ਜਿਹੜਾ ਅਕਾਲੀ ਦਲ ਦਾ ਕੋਟਕਪੂਰੇ ਤੋਂ MLA, ਉਹ ਆਉਂਦਾ ਹੈ, ਉਹਦੇ ਘਰੇ ਜਾਂਦੇ ਆ ਅਫਸਰ। ਉੱਥੋਂ ਇਹ ਸਾਰੀਆਂ ਚੀਜ਼ਾਂ ਕੀ ਦੱਸਦੀਆਂ? ਇਹ ਸਾਰੀਆਂ ਚੀਜ਼ਾਂ ਇਹ ਦੱਸਦੀਆਂ ਕਿ ਜਿਹੜੇ ਉਹ ਅੰਦੋਲਨਕਾਰੀ ਸੀ, ਉਹਨਾਂ ਅੰਦੋਲਨਕਾਰੀਆਂ ਨੂੰ ਖਦੇੜਨ ਵਾਸਤੇ ਫਿਰ ਸੁਮੈਤ ਸਿੰਘ ਸੈਣੀ ਨੂੰ ਇਸਤੇਮਾਲ ਕੀਤਾ ਗਿਆ ਤੇ ਸੁਮੈਤ ਸਿੰਘ ਸੈਣੀ ਨੇ ਇਸਤੇਮਾਲ ਕੀਤਾ ਪਰਮਰਾਜ ਸਿੰਘ ਉਮਰਾ ਨੰਗਲ ਨੂੰ। ਇਹ ਸਾਰਾ ਘਟਨਾਕ੍ਰਮ ਹੈ। ਘਟਨਾਕ੍ਰਮ ਨੂੰ ਜੇ ਆਪਾਂ ਜੋੜ ਕੇ ਦੇਖੀ ਕਿ 2011 ਦੇ ਵਿੱਚ CBI ਤੋਂ ਬਚਾਉਂਦੇ ਆ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ, ਔਰ 2015 ਦੇ ਵਿੱਚ ਆ ਕੇ ਉਹ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਜਿਹੜਾ ਸੀ
ਘਟਨਾਵਾਂ ਵਾਪਰੀਆਂ, ਉਹਨਾਂ ਘਟਨਾਵਾਂ ਦੇ ਖਿਲਾਫ ਜੋ ਰੋਸ ਪੈਦਾ ਹੋਇਆ ਸੀ, ਉਸ ਰੋਸ ਨੂੰ ਦਬਾਉਣ ਵਾਸਤੇ ਪੁਲਿਸ ਦੀ ਡਾਢੀ ਵਰਤੋਂ ਕੀਤੀ ਗਈ। ਤੇ ਪੁਲਿਸ ਦੀ ਵਰਤੋਂ ਮੇਰਾ ਖਿਆਲ ਜੇ ਕੋਈ ਹੋਰ ਪੁਲਿਸ ਅਫਸਰ ਹੁੰਦਾ ਉਹਨੇ ਸ਼ਾਇਦ ਨਹੀਂ ਸੀ ਕਰਨੀ, ਅਗਲਾ ਵੱਧ ਤੋਂ ਵੱਧ ਕਹਿ ਦਿੰਦਾ ਕਿ ਮੈਨੂੰ ਤੁਸੀਂ ਬਦਲ ਦਿਓ। ਪਰ ਇੱਥੇ ਇਹਨਾਂ ਨੇ ਕਿਹਾ ਕਿ ਨਹੀਂ ਕਾਕਾ, ਤੈਨੂੰ ਇਹ ਕੁਛ ਕਰਨਾ ਪਊਗਾ। ਤੇ ਜਦੋਂ ਬੰਦਾ ਕਿਸੇ ਦਾ ਖਾਣਾ ਹੋਵੇ, ਕਿਸੇ ਦਾ ਦੇਣਦਾਰ ਹੋਵੇ, ਕਿਸੇ ਦਾ ਅਹਿਸਾਨ ਹੋਵੇ, ਤੇ ਫਿਰ ਉਹ ਬੰਦਾ ਕਰਦਾ ਹੀ ਹੈ। ਤੇ ਫਿਰ ਤੁਸੀਂ ਅਗਲਾ ਦੇਖੋ, ਜੋ ਬਾਦਲ ਪਰਿਵਾਰ ਦਾ ਪੁਰਾਣਾ ਇਤਿਹਾਸ ਹੈ, ਉਹ ਇਤਿਹਾਸ ਇਹ ਹੈ ਕਿ ਇਹ ਬੰਦੇ ਨੂੰ ਵਰਤਦੇ ਆ ਤੇ ਵਰਤਣ ਤੋਂ ਬਾਅਦ ਉਹਨੂੰ ਡਸਟਬਿਨ ਦੇ ਵਿੱਚ ਵੀ ਸੁੱਟ ਦਿੰਦੇ ਹੈ। ਜਦੋਂ ਜਨਤਾ ਜਨਾਰਦਨ ਦੇ ਵਿੱਚ ਇੰਨਾ ਵੱਡਾ ਰੋਸ ਪੈਦਾ ਹੋ ਗਿਆ, ਲੀਡਰਾਂ ਨੂੰ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ, ਘਰਾਂ 'ਚ ਕੈਦ ਹੋ ਕੇ ਰਹਿ ਗਏ ਜੀ। ਉਸ ਵੇਲੇ ਫਿਰ ਤੁਸੀਂ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ ਨਾਲ ਦੀ ਨਾਲ ਹੀ ਸਮੈਲ ਸਿੰਘ ਸੈਣੀ ਨੂੰ ਚਲਦਾ ਕੀਤਾ ਤੇ ਉਹਦੀ ਥਾਂ ਤੇ ਸੁਰੇਸ਼ ਅਰੋੜਾ ਬਣਾ ਲਿਆ। ਤੋ ਇਹ ਸਾਰਾ ਕੁਝ ਜਿਹੜਾ ਹੈਗਾ, ਜੇ ਆਪਾਂ ਦੇਖੀਏ, ਇਹਦੇ ਵਿੱਚ ਇੱਕ ਬੜਾ ਵੱਡਾ ਸਬਕ ਹੈ, ਅਫਸਰਸ਼ਾਹੀ ਵਾਸਤੇ ਵੀ ਸਬਕ ਹੈ ਕਿ ਤੁਸੀਂ ਘੱਟੋ ਘੱਟ ਇਸ ਚੀਜ਼ ਨੂੰ ਧਿਆਨ 'ਚ ਰੱਖੋ ਕਿ ਤੁਹਾਨੂੰ ਪੋਲੀਟੀਕਲ ਲੋਕ ਵਰਤਦੇ ਹੈ। ਅਗਲੀ ਗੱਲ ਮੈਂ ਇੱਥੇ ਵੀ ਕਹਿਣੀ ਚਾਹੂੰਗਾ ਸੰਦੀ ਸਾਹਿਬ, ਕਿ ਜਿਹੜੇ ਪੋਲੀਟੀਕਲ ਲੋਕ ਹੈ, ਪੋਲੀਟੀਕਲ ਲੋਕ ਸਟੇਟ ਨਹੀਂ ਹੁੰਦੇ, ਸਟੇਟ ਕੁਝ ਹੋਰ ਹੁੰਦੀ ਹੈ। ਜੋ ਸਟੇਟ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ, ਜੋ ਸਟੇਟ ਚਾਹੁੰਦੀ ਹੈ ਕਿ ਤੁਸੀਂ ਆਹ ਕਰੋ, ਕਿਉਂਕਿ ਸਟੇਟ ਨੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਪ੍ਰਵਾਨ ਕੀਤਾ ਸੀ। ਮੈਂ ਤੁਹਾਨੂੰ ਇੱਕ ਬੜੀ ਢੇਰ ਵਾਲੀ ਗੱਲ ਦੱਸਦਾ, ਜਿਹੜੀ ਇਹਦੇ ਤੱਕ ਰਿਕਾਰਡ ਤੇ ਕਿਤੇ ਨਹੀਂ ਆਈ। ਜਦੋਂ 1990-91 ਦੇ ਵਿੱਚ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਹੁੰਦਾ ਸੀ, ਚੰਦਰ ਸ਼ੇਖਰ ਨੇ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੀ ਸਮੱਸਿਆ ਨੂੰ ਕਿਸੇ ਤਰੀਕੇ ਗੱਲਬਾਤ ਰਾਹੀਂ ਨਜਿੱਠ ਲਿਆ ਜਾਵੇ। ਮੇਰੇ ਕੋਲੇ ਇਹ ਵੀ ਸੂਚਨਾ ਹੈ ਕਿ ਉਸ ਵੇਲੇ ਚੰਦਰ ਸ਼ੇਖਰ ਨੇ ਅਮਰੀਕਾ ਨਾਲ ਗੱਲ ਕਰਕੇ ਉਹ ਖਾੜਕੂ ਸਿੰਘ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਸੀ, ਉਹਨਾਂ ਨਾਲ ਵੀ ਤਾਲਮੇਲ ਸਥਾਪਿਤ ਕਰ ਲਿਆ ਸੀ। ਤਾਲਮੇਲ ਸਥਾਪਿਤ ਕਰਕੇ ਇਹ ਫੈਸਲਾ ਹੋ ਗਿਆ ਸੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣਾ ਦਿੱਤਾ ਜਾਵੇ ਸਿਮਰਜੀਤ ਸਿੰਘ ਮਾਨ ਨੂੰ, ਇਹਦੇ ਹਵਾਲੇ ਪੰਜਾਬ ਕਰ ਦਿੱਤਾ ਜਾਵੇ ਔਰ ਇਹਨਾਂ ਤੋਂ ਕੁਝ ਅੰਡਰਟੇਕਿੰਗ ਲੈ ਲਈਆਂ ਜਾਣ ਕਿ ਤੁਹਾਨੂੰ ਵੱਧ ਅਧਿਕਾਰ ਦਿੰਦੇ ਆ ਭਾਈ, ਤੁਸੀਂ ਆਪਣੀ ਖਾਲਿਸਤਾਨ ਵਾਲੀ ਗੱਲ ਛੱਡ ਦਿਓ। ਇਹ ਗੱਲਾਂ ਬਾਤਾਂ ਸਾਰੀਆਂ ਚੱਲ ਪਈਆਂ ਸੀ, ਲੇਕਿਨ ਉਸ ਵੇਲੇ ਸਾਰੀ ਗੱਲਬਾਤ ਨੂੰ ਸਾਬੋਤਾਜ ਕਿਹਨੇ ਕੀਤਾ? ਉਹ ਸਾਬੋਤਾਜ ਜਿਹੜੀ ਹੈਗੀ, ਕਿਉਂਕਿ ਚੰਦਰ ਸ਼ੇਖਰ ਇੱਕ ਪੋਲੀਟੀਕਲ ਲੀਡਰ ਸੀ, ਉਹਦੀ ਪੋਲੀਟੀਕਲ ਬਿਲ ਸੀ, ਲੇਕਿਨ ਇੰਡੀਅਨ ਸਟੇਟ ਨਹੀਂ ਸੀ ਚਾਹੁੰਦੀ ਕਿ ਇਹ ਸਾਰਾ ਕੁਝ ਹੋ ਜੀ। ਇੰਡੀਅਨ ਸਟੇਟ ਨਹੀਂ ਸੀ ਚਾਹੁੰਦੀ ਕਿ ਸਿਮਰਜੀਤ ਸਿੰਘ ਮਾਨ ਮੁੱਖ ਮੰਤਰੀ ਬਣੇ। ਉਹਨਾਂ ਨੂੰ ਇਹ ਪਤਾ ਲੱਗਦਾ ਸੀ ਕਿ ਸਾਡੇ ਲਈ ਜਿਹੜਾ ਵਧੀਆ ਮੁੱਖ ਮੰਤਰੀ ਹੈ, ਸਾਡਾ ਜਿਹੜਾ ਪਰਖਿਆ ਹੋਇਆ ਬੰਦਾ ਇੰਡੀਅਨ ਸਟੇਟ ਦੇ ਕੰਮ ਆ ਸਕਦਾ, ਉਹ ਜੇ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਹੈ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹੈਗਾ ਇੰਡੀਅਨ ਸਟੇਟ ਨੇ ਉਭਾਰਨਾ ਸ਼ੁਰੂ ਕਰ ਦਿੱਤਾ। ਤੁਸੀਂ ਦੇਖੋ ਕਿ 1991 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ, ਉਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਨੇ ਪਾਰਟੀਸਪੇਟ ਕੀਤਾ ਸੀ, ਮਾਨ ਸਾਹਿਬ ਨੇ ਵੀ ਪਾਰਟੀਸਪੇਟ ਕੀਤਾ ਸੀ। ਔਰ ਐਨ ਆਖਰੀ ਮੌਕੇ ਤੇ ਜਦੋਂ ਸਵੇਰੇ ਵੋਟਾਂ ਪੈਣੀਆਂ ਸੀ, ਤੜਕੇ ਵੱਡੇ ਤੜਕੇ ਹੁਕਮ ਆ ਗਿਆ ਕਿ ਇਹ ਵੋਟਾਂ ਕੈਂਸਲ ਹੋਣਗੀਆਂ। ਔਰ ਉਹ ਤੋਂ ਬਾਅਦ ਕੀ ਹੁੰਦਾ ਹੈ ਕਿ ਅਕਾਲੀ ਦਲ ਬਾਈਕਾਟ ਕਰ ਦਿੰਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਬਾਈਕਾਟ ਕਰ ਦਿੱਤਾ ਤੇ ਕਿਸੇ ਤਰੀਕੇ ਦੇ ਨਾਲ ਬਾਈਕਾਟ ਜਿਹੜਾ ਹੈਗਾ ਸਿਮਰਜੀਤ ਸਿੰਘ ਮਾਨ ਤੋਂ ਵੀ ਕਰਵਾਤਾ। ਇੱਕ ਮੈਦਾਨ ਖੁੱਲਾ ਛੱਡਤਾ ਕਿ ਆ ਲਓ ਜੀ, ਸਿਮਰਜੀਤ ਸਿੰਘ ਮਾਨ ਨੂੰ ਪਾਸੇ ਕੱਢਣਾ ਤਾਂ ਠੀਕ ਹੈ, ਮੈਦਾਨ ਖੁੱਲਾ ਛੱਡਤਾ। 10% ਵੋਟਾਂ ਵਾਲੀ ਬੇਅੰਤ ਸਿੰਘ ਸਰਕਾਰ ਹੋਣ ਵਿੱਚ ਆ ਗਈ। ਬੇਅੰਤ ਸਿੰਘ ਸਰਕਾਰ ਨੇ ਜੋ ਕੁਝ ਕੀਤਾ ਮੈਨੂੰ ਦੱਸਣ ਦੀ ਲੋੜ ਨਹੀਂ, ਸਾਡੇ ਲੋਕ ਸਾਰਾ ਕੁਝ ਜਾਣਦੇ। ਤੇ ਫਿਰ ਜਦੋਂ 1997 ਚ ਵੋਟਾਂ ਪੈਣੀਆਂ, ਉਦੋਂ ਤੱਕ ਤਾਂ ਸਿਮਰਜੀਤ ਸਿੰਘ ਮਾਨ ਤੇ ਜਿਹੜੇ ਬਾਕੀ ਧਿਰਾਂ ਸੀ, ਸਿੱਖ ਧਿਰਾਂ ਸੀ ਦੀਆਂ, ਪੰਥਕ ਧਿਰਾਂ ਸੀ, ਇਹਨਾਂ ਨੂੰ ਬੁਰੀ ਤਰ੍ਹਾਂ ਖਿਲਾਰਤਾ ਸੀ ਇੰਡੀਅਨ ਸਟੇਟ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਵਾਸਤੇ ਸਭ ਕੁਝ ਸਿੱਧਾ ਸਾਫ਼ ਕਰਤਾ ਸੀ ਕਿ ਲਓ ਜੀ ਤੁਸੀਂ ਆਪਣੀ ਸਰਕਾਰ ਬਣਾਓ। ਤੇ ਅੱਜ ਤੱਕ ਆਪਾਂ ਨੂੰ ਪਤਾ ਹੈ ਕਿ ਜੇ ਸਰਕਾਰ ਬਣਦੀ ਤਾਂ ਉਹ ਬਣਦੀ ਹੈ, ਸਭ ਕੁਝ ਜਿਹੜਾ ਹੈਗਾ ਸਟੇਟ ਕਰਦੀ ਹੈ। ਔਰ ਸਟੇਟ ਦੇ ਵਿੱਚ ਚਾਹੇ KPS ਸਿੱਧ ਹੋਵੇ, ਚਾਹੇ ਸਮੈਲ ਸਿੰਘ ਸੈਣੀ ਹੋਵੇ, ਇਹ ਪੁਰਜੇ ਹੈ, ਪੁਰਜਿਆਂ ਨੂੰ ਸਟੇਟ ਦੀ ਵਰਤੀ ਹੈ, ਸਟੇਟ ਉਵੇਂ ਕਰਦੀ ਹੈ। ਤੇ ਇਹ ਸਾਰਾ ਕੁਝ ਹੈ। ਸੋ ਇੱਕ ਹੱਥ ਕਿਸੇ ਤੇ ਅਹਿਸਾਨ ਕੀਤਾ ਤੇ ਦੂਜੇ ਹੱਥ ਉਹਨੂੰ ਵਰਤਿਆ ਆਪਣੇ ਹਿੱਤ ਸਾਧਨ ਵਾਸਤੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਸਾਰਾ ਘਟਨਾਕ੍ਰਮ ਹੋਇਆ ਹੈ, ਮੈਂ ਨਹੀਂ ਕਹਿੰਦਾ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਆਪ ਕੀਤਾ, ਬਿਲਕੁਲ ਨਹੀਂ ਆਪ ਕੀਤਾ ਹੋਣਾ। ਉਹ ਜ਼ਰੂਰ ਕਿਸੇ ਤੀਜੇ ਬੰਦਿਆਂ ਨੇ ਕੀਤਾ। ਆਪਾਂ ਨੂੰ ਪਤਾ ਤੀਜੇ ਬੰਦੇ ਕੌਣ ਹੈ, ਤਾਂ ਰਿਕਾਰਡ ਦੇ ਉੱਤੇ ਗੱਲਾਂ ਆ ਗਈਆਂ, ਚਾਰ ਸ਼ੀਟਾਂ ਵੀ ਪੇਸ਼ ਹੋ ਗਈਆਂ ਕਿ ਉਹਨਾਂ ਨੇ ਕੀਤਾ, ਲੇਕਿਨ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ? ਕਾਰਵਾਈ ਇਸ ਕਰਕੇ ਨਹੀਂ ਕੀਤੀ ਕਿ ਸਿੱਖ ਜਗਤ ਦੀ ਵੋਟ ਮਿਲ ਨਹੀਂ ਰਹੀ, ਤੇ ਜਿਹੜੀਆਂ ਇਹ ਬਾਬਿਆਂ ਵਾਲੀਆਂ ਵੋਟਾਂ, ਸਾਧਾਂ ਵਾਲੀਆਂ ਵੋਟਾਂ, ਰਾਮ ਰਹੀਮ ਦੇ ਅਸਰ ਵਾਲੀਆਂ ਵੋਟਾਂ, ਇਹਨਾਂ ਵੋਟਾਂ ਨੂੰ ਅਸੀਂ ਆਪਣੇ ਹੱਕ ਵਿੱਚ ਪਹੁੰਚਾਈਏ। ਆਹੀ ਸਾਰਾ ਸਿਲਸਿਲਾ ਤੇ ਉਹਦਾ ਨਤੀਜਾ ਸਾਡੇ ਸਾਹਮਣੇ ਹੈ। ਕਿੰਨੇ ਬੇਗੁਨਾਹ ਲੋਕ ਮਰੇ ਗਏ। ਚਲੋ ਜੇ ਕੋਈ ਕਿਸੇ ਮੂਵਮੈਂਟ ਦੇ ਵਿੱਚ ਬੰਦਾ ਖੜਾ ਹੈ, ਲੜਦਾ ਹੈ, ਲੜਦੇ ਮਾਰਿਆ ਜਾਵੇ, ਕੋਈ ਖਾਸ ਗੱਲ ਨਹੀਂ, ਲੇਕਿਨ ਇੱਕ ਮੁੰਡਾ JEE ਹੈ, ਸਿੱਖੋ ਦੇ ਵਿੱਚ ਨੌਕਰੀ ਕਰਦਾ ਹੈ, ਇੱਕ IAS ਦਾ ਮੁੰਡਾ ਹੈ,
ਉਹਦੀ ਕਿਸੇ ਨਾਲ ਰਿਸ਼ਤੇਦਾਰੀ ਹੋ ਸਕਦੀ ਹੈ, ਕਿਸੇ ਨਾਲ ਮਿੱਤਰਚਾਰੀ ਹੋ ਸਕਦੀ ਹੈ। ਤੁਸੀਂ ਉਹਨੂੰ ਫੜ ਕੇ ਇਸ ਤਰ੍ਹਾਂ ਕਰ ਦਿਓ, ਕਿੰਨੀ ਮਾੜੀ ਗੱਲ ਹੈ। ਮੇਰਾ ਖਿਆਲ ਹੈ ਵੀ ਇਹ ਸਭ ਤੋਂ ਜਿਹੜੀ ਹੈਗੀ ਹੈ ਨਾ ਕਾਬਲੇ ਬਰਦਾਸ਼ਤ ਹੈ। ਔਰ ਹੁਣ ਸਾਰਾ ਕੁਝ ਸਾਡੇ ਸਾਹਮਣੇ ਜਦੋਂ ਆ ਗਿਆ ਉਦੋਂ ਸਾਰੀਆਂ ਪਰਤਾਂ ਖੋਲਣੀਆਂ ਸ਼ੁਰੂ ਹੋ ਗਈਆਂ। ਅੱਜ ਅਖਬਾਰਾਂ ਦੇ ਵਿੱਚ ਸਾਰਾ ਕੁਝ ਆ ਹੀ ਗਿਆ। ਮੈਂ ਜਿਹੜਾ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਅਸਲ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਵਾਸਤੇ ਖੁਦ ਪੰਜਾਬ ਸਰਕਾਰ, ਬਾਦਲ ਸਾਹਿਬ ਦੀ ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਜੀ। ਬਿਲਕੁਲ ਜੀ, ਬਾਦਲ ਸਾਹਿਬ ਨੇ ਹਮੇਸ਼ਾ ਹੀ ਸਿੱਖਾਂ ਦੇ ਵਾਸਤੇ ਤੇ ਪਿੱਠ 'ਚ ਛੁਰਾ ਹੀ ਮਾਰਿਆ ਜੀ। ਕਹਿੰਦੇ ਹੁੰਦੇ ਜੀ ਉਹਨਾਂ ਨੁਕਸਾਨ ਜ਼ਕਰੀਆ ਖਾਨ ਨੇ ਨਹੀਂ ਕੀਤਾ ਸਿੱਖ ਕੌਮ ਦਾ ਜਿੰਨਾ ਇਹਨਾਂ ਨੇ ਪਿਓ ਪੁੱਤਾਂ ਨੇ ਕੀਤਾ। ਉਹਨਾਂ ਸਿੱਖ ਮਾਰੇ ਸੀਗੇ, ਇਹਨਾਂ ਨੇ ਸਿੱਖੀ ਮਾਰਨ ਲਈ ਜਾਣੀ ਕਿ ਚਿੱਟੇ ਦਾ ਪ੍ਰਕੋਪ ਇੰਨਾ ਵਧਾ ਦਿੱਤਾ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਪੁੰਸਕ ਹੋ ਗਈ ਹੈ ਜੀ ਨਸ਼ਿਆਂ ਦੇ ਵਿੱਚ। ਬਿਲਕੁਲ ਉਦੋਂ ਤਾਂ 100ਵਾਂ ਦੇ ਵਿੱਚ ਮਰੇ ਸੀ, ਹੁਣ ਲੱਖਾਂ ਦੇ ਵਿੱਚ ਮਰ ਰਿਹਾ ਜੀ। ਜੇ ਜਿਉਂਦੇ ਆ ਤਾਂ ਜਿਉਂਦੀਆਂ ਲਾਸ਼ਾਂ ਤੁਰੇ ਫਿਰਦੇ ਨੌਜਵਾਨ ਪੀੜ੍ਹੀ ਜਿਹੜੀ ਇਹਨਾਂ ਨੇ ਨਪੁੰਸਕ ਕਰ ਦਿੱਤੀ ਆ। ਬਹੁਤ ਹੀ ਮਾੜਾ ਵਰਤਾਰਾ। ਤੁਸੀਂ ਆਪਣੇ ਵੀ ਵਿਚਾਰ ਦੇ ਸਕਦੇ ਹੋ। ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਵਨ ਟੱਚ ਕਮਿਊਨੀਕੇਸ਼ਨ ਵੱਲੋਂ। ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਵਧੀਆ ਡੀਲ ਲੈਣੀ ਚਾਹੁੰਦੇ ਹੋ, ਕੈਨੇਡਾ ਅਮਰੀਕਨ ਟਰੱਕ ਚਲਾਉਂਦੇ ਹੋ ਤੇ ਅਨਲਿਮਟਿਡ ਇੰਟਰਨੈਟ ਵਾਸਤੇ ਘਰ ਦਾ ਇੰਟਰਨੈਟ ਲੈਣਾ ਜਾਂ ਸੈੱਲ ਫੋਨ ਤੇ ਜਾਂ ਕਿਸੇ ਵੀ ਅਨਲਿਮਟਿਡ ਜਿਹੜੇ ਕਾਲਾਂ ਵਾਸਤੇ ਫੋਨ ਵੀ ਲੈਣੇ ਤੇ ਵਨ ਟੱਚ ਕਮਿਊਨੀਕੇਸ਼ਨ ਦੇ 905 203 3636 905 203 3636 ਤੇ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਹੋ। ਘੜੀਆਂ ਠੀਕ ਕਰਾਉਣੀਆਂ, ਕੋਈ ਪਿੰਨ ਪਾਉਣੀ ਆ, ਬੈਟਰੀ ਪਾਉਣੀ ਜਾਂ ਘੜੀਆਂ ਬਾਏ ਕਰਨੀਆਂ, ਰਾਡੋ, ਰੋਲੈਕਸ, ਸਿਟੀਜ਼ਨ, ਸੀਕੋ 5, ਸੋਮਲ ਵਾਚ, ਕਲੌਕ ਐਂਡ ਪਾਰਟਸ 905 790 2188। ਟੋਰਾਂਟੋ ਤੋਂ ਮੌਂਟਰੀਅਲ, ਮੌਂਟਰੀਅਲ ਤੋਂ ਟੋਰਾਂਟੋ ਜਾਣਾ ਜੀ। ਬੈਸਟ ਕੈਨੇਡੀਅਨ ਰਾਈਡ ਸਰਵਿਸ ਆ 514 560 6613 ਤੇ ਕਾਲ ਕੀਤੀ ਜਾ ਸਕਦੀ ਆ। ਫਸਟ ਜਾਂ ਸੈਕੰਡ ਮੌਰਗੇਜ ਵਾਸਤੇ ਕਿਰਨ ਕੌਰ ਪੱਡਾ 416 710 20 ਤੇ ਕਾਲ ਕਰ ਸਕਦੇ ਹੋ ਤੁਸੀਂ। ਤੇ ਇਸ ਦੇ ਨਾਲ ਜੇ ਕੋਈ ਵਧੀਆ ਸੋਫਾ ਬਣਾਉਣਾ ਬੈਸਟ ਕੁਆਲਿਟੀ ਦੇ ਵਿੱਚ, ਸ਼ਗਨਦੀਪ ਦਾ ਨਾਂ ਯਾਦ ਰੱਖੋ। ਐਲ ਸ਼ੇਪ ਕਸਟਮ ਮੇਡ ਰਾਉਂਡ ਸੋਫਾ ਬੈਸਟ ਕੁਆਲਿਟੀ 905 799 8877। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੰਪਨੀ ਖੋਲਣੀ ਹੈ ਟਰਾਂਸਪੋਰਟ, ਤੁਹਾਨੂੰ ਨਹੀਂ ਪਤਾ ਹੈਗਾ ਏ ਤੋਂ ਲੈ ਕੇ ਜ਼ੈਡ ਤੱਕ ਕਿਸ ਤਰ੍ਹਾਂ ਕੰਪਨੀ ਖੋਲਣੀ ਹੈ, ਕੈਨੇਡਾ ਇੰਕ ਜਾਂ ਅੰਟਾਰੀਓ ਇੰਕ ਜਾਂ ਕਿਊਬਕ ਇੰਕ, G&G ਟਰੱਕਿੰਗ ਸੋਲਿਊਸ਼ਨ 905 461 2525। ਇਫਤਾ ਵੀ ਲੈਣਾ, CVOR ਲੈਣਾ, ਹਰੇਕ ਚੀਜ਼ ਦਾ ਕੰਮ ਕਰਦੇ ਆ ਜੀ। ਇਸ ਦੇ ਨਾਲ ਹੀ ਆਪਾਂ ਕਾਲਰ ਜੁੜ ਕੇ ਕਾਲ ਲੈ ਲਈਏ। ਹਾਂਜੀ 2156 ਸਵਾਗਤ ਹੈ ਵੀਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪਹਿਲੇ ਤਾਂ ਜੀ ਢਿੱਲੋਂ ਸਾਹਿਬ ਨੂੰ ਪ੍ਰਣਾਮ ਆ ਜੀ। ਇਹਨਾਂ ਨੇ ਪੂਰਾ ਖੁਲਾਸਾ ਏਦਾਂ ਕਰਤਾ ਬਾਦਲਾਂ ਦਾ, ਉਹਨਾਂ ਦੀ ਹੋਂਦ ਕੀ ਆ, ਕਿਰਦਾਰ ਕੀ ਆ, ਸਾਇਜ਼ ਕੀ ਆ, ਇੱਕਦਮ ਕਲੀਅਰ ਕਰਤਾ। ਕੋਈ ਭੁਲੇਖਾ ਨਹੀਂ ਛੱਡਿਆ। ਇਸ ਤਰ੍ਹਾਂ ਕਲੀਅਰ ਕੀਤਾ ਜਿੱਦਾਂ ਕਪਾਹ ਦੇ ਵਿੱਚੋਂ ਤਾਂ ਬਰੇਬੇ ਨੂੰ ਬਾਹਰ ਕੱਢ ਦਿਓ ਕਿ ਉਹਦੇ ਰੰਗ ਰੂਪ ਤੇ ਸਾਈਜ਼ ਦਾ ਪਤਾ ਲੱਗਦਾ ਹੈ। ਇਹਨਾਂ ਨੇ ਏਦਾਂ ਹੀ ਕਪਾਹ ਦੇ ਵਿੱਚੋਂ ਜਿਹੜਾ ਲੁਕਿਆ ਬਰੇਮਾ ਉਹਨੂੰ ਦੱਸਿਆ ਕੱਢ ਕੇ ਉਹਨਾਂ ਦਾ ਸਾਈਜ਼ ਕੀ ਆ, ਰੰਗ ਰੂਪ ਕੀ ਆ, ਉਹ ਪੂਰਾ ਖੁਲਾਸਾ ਹੋ ਗਿਆ। ਤੇ ਏਦਾਂ ਦੇ ਕਿਰਦਾਰ ਵਾਲਾ ਬੰਦਾ ਜੇ ਹੁਣ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਨੂੰ ਕੰਟਰੋਲ ਕਰੇ ਤੇ ਇਹ ਬਹੁਤ ਮਾੜੀ ਗੱਲ ਆ। ਮੈਨੂੰ ਤਾਂ ਇੱਥੇ ਇਹਨਾਂ ਦੇ ਕਿਰਦਾਰ ਤੋਂ ਸੁਣ ਕੇ ਏਦਾਂ ਮਹਿਸੂਸ ਹੁੰਦਾ ਵੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਣ ਦੇ ਯੋਗ ਵੀ ਹੈ ਨਹੀਂਗੇ। ਕੰਟਰੋਲ ਕਰਨਾ ਤੇ ਇੱਕ ਪਾਸੇ ਰਹਿ ਗਿਆ। ਤੇ ਗੁਰੂਆਂ ਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਇੱਜ਼ਤ ਮਾਣ ਇਹਨਾਂ ਦੇ ਮਨ 'ਚ ਹੈ ਨਹੀਂ। ਇਹਨਾਂ ਦੇ ਮਨ 'ਚ ਮਾਣ ਹੈਗਾ ਤਾਂ ਕੁਰਸੀ ਦਾ, ਹੋਰ ਇਹ ਤੋਂ ਛੁੱਟ ਕੁਛ ਨਹੀਂ। ਹੁਣ ਸੰਤਾਂ ਦੇ ਵੇਲੇ ਵੀ ਜਿੱਦਾਂ ਢਿੱਲੋਂ ਸਾਹਿਬ ਨੇ ਕਿਹਾ ਬੰਦੇ ਨੂੰ ਜੂਝ ਕਰਕੇ ਲਾਂਭੇ ਕਰਦੇ ਆ, ਇਹਦੇ ਇਹਨਾਂ ਨੇ ਸੰਤਾਂ ਨੂੰ ਜੂਝ ਕੀਤਾ। ਪਹਿਲਾਂ ਉਹਦੇ ਨਾਲ ਸੀਗੇ, ਜੇ ਲੇਖਾ ਨੂੰ ਕੰਮ ਭੱਜ ਗਿਆ ਉਦੋਂ ਹਮਲਾ ਕਰਾਤਾ ਤੇ ਉਸ ਜਗ੍ਹਾ ਤੇ ਕੰਟਰੋਲ ਆਪਣਾ ਕਰ ਲਿਆ। ਇਹ ਚਾਹੁੰਦੇ ਸੀਗੇ, ਉਹੀ ਹੁਣ ਕਰ ਰਹੇ ਆ। ਪੂਰਾ ਕੰਟਰੋਲ ਹੁਣ ਇਹਨਾਂ ਦਾ। ਜੇ ਸੰਤਾਂ ਦਾ ਉਹ ਹੁਣ ਤੱਕ ਹੋਂਦ ਉਹਨਾਂ ਦੀ ਰਹਿੰਦੀ, ਉੱਦਾਂ ਤਾਂ ਸਦਾ ਉਹਨਾਂ ਦੀ ਹੋਂਦ ਰਹਿਣੀ। ਸਰੀਰਕ ਤੌਰ ਤੇ ਅੱਜ ਤੱਕ ਰਹਿੰਦੇ ਤੇ ਮੇਰਾ ਖਿਆਲ ਨਹੀਂ ਸੀ ਬਾਦਲ ਜੇ ਉੱਥੇ ਆਪਣੀ ਸਤਰ ਛਾਇਆ ਏਦਾਂ ਫੈਲਾ ਸਕਦੇ ਜੀ। ਓਕੇ ਜੀ, ਮੈਂ ਇਹਨੇ ਕਹਿਣਾ ਚਾਹੁੰਦਾ। ਧੰਨਵਾਦ ਜੀ, ਧੰਨਵਾਦ। ਆਪਣੇ ਨਾਲ WhatsApp ਤੇ ਜੁੜੇ ਵੀਰ ਉਹ ਵੀ ਲੈ ਲਈਏ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਚੈਰੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸੁਮੇਧ ਸਿੰਘ ਸੈਣੀ ਬਾਰੇ ਗੱਲ ਕਰਨੀ ਸੀ ਜੀ। ਉਹ ਪਤਾ ਲੱਗਿਆ ਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਨੋਟਿਸ ਦਿੱਤਾ ਸੀ ਉਹਨੂੰ ਵੀ ਇਹਦੇ ਬਾਰੇ ਦੱਸੋ। ਤੇ ਉਹ ਹਿਮਾਚਲ ਦੇ ਵਿੱਚ ਨਿਕਲਣਾ ਚਾਹੁੰਦਾ ਸੀ, ਹਿਮਾਚਲ ਵਾਲਿਆਂ ਨੇ ਵੜਨ ਨਹੀਂ ਦਿੱਤਾ ਜੀ। ਉਹ ਕਹਿੰਦੇ ਜੀ ਤੁਹਾਡੇ ਕੋਲ ਪਰਮਿਸ਼ਨ ਹੈ ਨਹੀਂ, ਤੇ ਉਹ ਦਿੱਲੀ ਪਹੁੰਚ ਗਿਆ ਜੀ। ਤੇ ਇੱਕ ਨਵੀਂ ਗੱਲ ਸੁਣਨ ਚ ਆਈ ਹੈ ਜੀ ਵੀ ਉਹਦਾ ਜਿਹੜਾ ਵਕੀਲ ਹੈ ਉਹ ਸਿੱਖ ਜੁਡੀਸ਼ੀਅਲ ਕੋਰਟ ਦਾ ਜਿਹੜਾ ਵਕੀਲ ਹੈਗਾ ਚੇਅਰਮੈਨ ਸਤਨਾਮ ਸਿੰਘ ਕਲੇਰ, ਜਿਹੜਾ ਕਿ SGPC ਦਾ ਹੀ ਸਾਰਾ ਦਾਣਾ ਬਣਿਆ, ਤੇ ਉਹਦਾ ਸੈਣੀ ਦਾ ਵਕੀਲ ਬਣਿਆ। ਇਹਦੇ ਬਾਰੇ ਜਾਣਕਾਰੀ ਲੈਣੀ ਸੀ ਢਿੱਲੋਂ ਸਾਹਿਬ ਤੋਂ ਜੀ। ਧੰਨਵਾਦ ਜੀ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਦੇਖੋ ਜਿਹੜੀ ਬਾਕੀ ਗੱਲ ਕੀਤੀ ਹੈ ਵੀਰ ਜੀ ਨੇ, ਇੰਦਰਮੋਹਨ ਹੋਰਾਂ ਨੇ, ਗੱਲ ਠੀਕ ਹੈ ਕਿ ਕੱਲ ਉਹ ਪਹਿਲਾਂ ਬਦਲ ਲੱਗਿਆ ਸੀ ਸੈਣੀ
ਹਿਮਾਚਲ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਕਿ ਵਿਦਆਊਟ ਕਰਫਿਊ ਪਾਸ ਅਸੀਂ ਤੁਹਾਨੂੰ ਆਉਣ ਦੀ ਇਜਾਜ਼ਤ ਨਹੀਂ ਦੇਵਾਂਗੇ, ਨਾਲ 2 ਗਨਮੈਨ ਸੀ ਉਹਨਾਂ ਨੇ ਮੋੜਤਾ ਸੀ। ਉਹ ਬਾਅਦ ਦੇ ਵਿੱਚ ਦਿੱਲੀ ਚਲਾ ਗਿਆ ਸੀ ਜੀ। ਦਿੱਲੀ ਜਦੋਂ ਪਹੁੰਚਿਆ ਤਾਂ ਹਿੰਦੁਸਤਾਨ ਟਾਈਮਜ਼ ਦੇ ਰਿਪੋਰਟ ਨੇ ਉਹਨਾਂ ਨਾਲ ਸੰਪਰਕ ਕਰਕੇ ਪੁੱਛਿਆ ਵੀ ਤੁਸੀਂ ਕੀ ਕਹਿਣਾ, ਤੇ ਉਹਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਿੱਧਾ ਇਲਜ਼ਾਮ ਲਾਇਆ ਜੀ। ਉਹਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੌਮ ਵਿਰੋਧੀ ਅਨਸਰਾਂ ਦੇ ਨਾਲ ਮਿਲ ਗਿਆ, ਐਂਟੀ ਨੈਸ਼ਨਲ ਐਲੀਮੈਂਟਸ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਮਿਲ ਗਿਆ ਤੇ ਉਹਨਾਂ ਨਾਲ ਮਿਲ ਕੇ ਮੇਰੇ ਖਿਲਾਫ ਕੇਸ ਰਜਿਸਟਰ ਕੀਤਾ ਜੀ। ਲੇਕਿਨ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਲੈਰੀਫਿਕੇਸ਼ਨ ਆ ਗਈ ਸੀ ਕਿ ਅਸੀਂ ਜੋ ਕਾਨੂੰਨ ਕਹਿੰਦਾ ਹੈ ਕਾਨੂੰਨ ਦੇ ਮੁਤਾਬਕ ਕੀਤਾ, ਬੰਦੇ ਨੇ ਐਪਲੀਕੇਸ਼ਨ ਦਿੱਤੀ ਹੈ, ਕੇਸ ਰਜਿਸਟਰ ਕਰਨਾ ਬਣਦਾ ਸੀ, ਉਹ ਕੀਤਾ। ਜੋ ਕੁਝ ਕਰਾਂਗੇ ਕਾਨੂੰਨ ਦੇ ਮੁਤਾਬਕ ਕਰਾਂਗੇ, ਇਹਦੇ ਵਿੱਚ ਰਾਜਨੀਤਿਕ ਵਿਤਕਰੇਬਾਜ਼ੀ ਕੋਈ ਨਹੀਂ। ਲੇਕਿਨ ਜਿਹੜੀ ਹੁਣ ਇਹਨਾਂ ਨੇ ਕੀਤੀ ਹੈ ਕਿ ਸਤਨਾਮ ਸਿੰਘ ਕਲੇਰ, ਮੈਨੂੰ ਨਹੀਂ ਪਤਾ ਵੀ ਸਤਨਾਮ ਸਿੰਘ ਕਲੇਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਹੈ ਜਾਂ ਮੈਂਬਰ ਹੈ, ਇਹ ਨਹੀਂ ਪਤਾ, ਪਰ ਜੇ ਉਹ ਮੈਂਬਰ ਹੈ ਤਾਂ ਉਹ ਚੇਅਰਮੈਨ ਹੈ ਤਾਂ ਫਿਰ ਤਾਂ ਗੱਲ ਸਪਸ਼ਟ ਹੀ ਹੋ ਗਈ ਕਿ ਇੱਕ ਪਾਸੇ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤਾ ਹੋਇਆ ਜਾਂ ਨਿਯੁਕਤ ਕਿਸੇ ਹੋਰ ਧਿਰ ਨੇ ਕਰਤਾ, ਉਹ ਬੰਦਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਜਾਂ ਮੈਂਬਰ ਹੈ, ਉਹਨੂੰ ਕੁਛ ਨਾ ਕੁਛ ਆਰਥਿਕ ਭੱਤੇ ਵਗੈਰਾ ਵੀ ਮਿਲਦੇ ਹੋਣਗੇ ਜੀ। ਤਾਂ ਉਹ ਗੁਰੂ ਕੀ ਗੋਲਕ ਚੋਂ ਮਿਲਦੇ, ਗੁਰੂ ਕੀ ਗੋਲਕ ਦੇ ਵਿੱਚੋਂ ਜਿਸ ਬੰਦੇ ਨੂੰ ਭੱਤੇ ਮਿਲਦੇ ਹੈ ਤੇ ਜੇ ਉਹੀ ਬੰਦਾ ਸੁਮੇਧ ਸੈਣੀ ਦਾ ਵਕੀਲ ਬਣਦਾ ਜਾ ਕੇ ਤਾਂ ਫਿਰ ਤਾਂ ਪਤਾ ਲੱਗਣਾ ਕਿ ਗੜਬੜ ਕਾਫੀ ਹੈ ਜੀ। ਵੈਸੇ ਮੈਨੂੰ ਤਾਂ ਇਹਦੇ ਬਾਰੇ ਕੋਈ ਭੁਲੇਖਾ ਨਹੀਂ, ਮੈਂ ਤਾਂ ਇਹ ਮੰਨ ਕੇ ਤੁਰਦਾ ਕਿ ਇਹ ਸਾਰੀ ਖੇਡ ਜਿਹੜੀ ਹੈਗੀ ਹੈ ਠੀਕ ਹੈ, ਭਾਵੇਂ ਸੁਮੇਧ ਸੈਣੀ ਨੂੰ ਪਾਸੇ ਕਰਤਾ, ਪਰ ਅਗਲੀ ਗੱਲ ਵੀ ਯਾਦ ਰੱਖੋ ਕਿ ਇਹ ਸਮਾਂ ਕਿਹੜਾ ਹੈ। ਭਾਵੇਂ ਬਲਵਿੰਦਰ ਸਿੰਘ ਮੁਲਤਾਨੀ ਨੇ ਆਪਣੇ ਭਰਾ ਦੇ ਕਤਲ ਦੇ ਸੰਬੰਧ ਵਿੱਚ ਐਪਲੀਕੇਸ਼ਨ ਦਿੱਤੀ, ਐਪਲੀਕੇਸ਼ਨ ਉਹ 5 ਤਾਰੀਖ ਨੂੰ ਦਿੰਦਾ, 24 ਘੰਟਿਆਂ ਦੇ ਵਿੱਚ ਹੀ ਸਾਰਾ ਕੰਮ ਮੁੱਕ ਗਿਆ ਜੀ। ਇਨਕੁਆਰੀ ਵੀ ਕਰ ਲਈ, ਸਰਕਾਰੀ ਵਕੀਲ ਦੀ ਰਾਏ ਵੀ ਲੈ ਲਈ ਤੇ ਕੇਸ ਰਜਿਸਟਰ ਵੀ ਕਰਤਾ। ਇਹ ਕੇਸ ਰਜਿਸਟਰ ਕਿਉਂ ਕੀਤਾ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਪਤਾ ਕਿ ਸਰਕਾਰ ਦਾ ਸਮਾਂ 2 ਸਾਲ ਤੋਂ ਵੀ ਘੱਟ ਰਹਿ ਗਿਆ ਜੀ। ਔਰ ਉਹ ਇਹ ਸੀ ਕਿ ਭਾਵੇਂ ਹੁਣ ਜੇ ਅਸੀਂ ਦੂਜੀ ਗੱਲ ਦੇਖੀਏ ਤਾਂ ਕਰੋਨਾ ਵਰਗਾ ਬੜਾ ਖਤਰਨਾਕ ਸਮਾਂ ਹੈ। ਇਸ ਖਤਰਨਾਕ ਸਮੇਂ ਦੇ ਵਿੱਚ ਇਸ ਕਿਸਮ ਦੇ ਫੈਸਲੇ ਲੈਣ ਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਭਾਵੇਂ ਕਰੋਨਾ ਦਾ ਪ੍ਰਕੋਪ ਆਪਦੀ ਥਾਂ ਤੇ ਜਾਰੀ ਹੈ, ਇਹਦੇ ਨਾਲ ਫਿਰ ਵਿਖੇਰਾਂਗੇ ਪਰ ਆਪਦਾ ਕੰਮ ਮੁਕਾਈਏ। ਔਰ ਇਹ ਤੋਂ ਅਗਲੀ ਜਿਹੜੀ ਅਗਲੀ ਕਾਰਵਾਈ ਹੈ, ਉਹ ਅਗਲੀ ਕਾਰਵਾਈ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਆਖਰੀ ਚਾਰਜ ਸ਼ੀਟ, ਉਹ ਵੀ ਦਾਖਲ ਹੋਣੀ ਹੈ। ਤੇ ਆਖਰੀ ਚਾਰਜ ਸ਼ੀਟ ਦੇ ਵਿੱਚ ਜਿਹੜੇ ਨਾਂ ਆਉਣੇ ਜੀ, ਉਹਨਾਂ ਨਾਮਾਂ ਨੂੰ ਇਸ ਗੱਲ ਦਾ ਪਤਾ ਹੈ, ਉਹਨਾਂ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਅੱਜ ਜੇ ਸੈਣੀ ਫਸ ਗਿਆ ਤੇ ਕੱਲ ਨੂੰ ਅਸੀਂ ਵੀ ਜਾਣਾ ਹੈ ਜੀ। ਪਹਿਲਾਂ ਇਹਨੂੰ ਬਚਾਈਏ ਤੇ ਬਚਾਉਣ ਵਾਸਤੇ ਫਿਰ ਉਹ ਸਾਂਝੇ ਵਕੀਲ ਗੁਰੂ ਕੀ ਗੋਲਕ ਦੇ ਵਿੱਚੋਂ ਪੈਸਾ ਆਉਣ ਜਾਣ ਵਾਲਾ ਬੜਾ ਕੁਛ ਹੈਗਾ ਇਹਦੇ ਚ, ਦੋ ਰਹਿਣਾ ਨਹੀਂ, ਰਲ ਮਿਲ ਕੇ ਖੇਡਿਆ ਜਾ ਰਿਹਾ ਸਭ ਕੁਛ ਜੀ। ਜੀ ਬਿਲਕੁਲ ਜੀ, ਆਪਾਂ ਕਾਲ ਲੈ ਲਈਏ। ਹਾਂਜੀ ਵੀਰ ਜੀ, 5155 ਸਵਾਗਤ ਹੈ ਜੀ। ਵੀਰ ਜੀ, ਗਿੱਲ ਸਾਹਿਬ ਜੋ ਮਰਜ਼ੀ ਕਹਿੰਦੇ ਰਹਿਣ, ਜੋ ਮਰਜ਼ੀ ਕਹਿਣ, ਕਿਸੇ ਵੀ ਸਬਜੈਕਟ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਜੀ। ਲੇਕਿਨ ਇਹਨਾਂ ਨੇ ਨਾ KPS ਗਿੱਲ ਦੀ ਕਿਸੇ ਨਾਲ ਵੀ ਕੰਪੇਅਰ ਨਹੀਂ ਕਰਨਾ ਚਾਹੀਦਾ ਜੀ। ਦੇਖੋ, ਉਸਨੇ ਕਿਸੇ ਵੀ ਝੋਲੀ ਚੁੱਕਦੀ ਕੰਮ ਨਹੀਂ ਕੀਤਾ, ਕਿਸੇ ਵੀ ਪੋਲੀਟੀਸ਼ੀਅਨ ਤੋਂ ਨਹੀਂ ਲਿਆ, ਕਦੇ ਕੰਟਰੋਵਰਸੀ ਨਹੀਂ ਰਹੀ। ਉਹ ਸਿਰਫ ਟਾਰਗੇਟ ਸੀਗਾ, ਉਸਦਾ ਕੰਸੈਂਟਰੇਸ਼ਨ ਸੀਗੀ ਆਪਣੇ ਜੌਬ ਤੇ ਕਿ ਉਹਨਾਂ ਨੇ ਇਹ ਖਤਮ ਕਰਨਾ ਟੈਰਰਿਜ਼ਮ, ਭਾਵੇਂ ਕਿਸੇ ਨੇ ਫੈਲਾਇਆ, ਜੋ ਬਹੁਤ ਜ਼ਰੂਰੀ ਸੀਗਾ ਜੀ। ਔਰ ਉਹ ਬਿਲਕੁਲ ਸਿੰਸੀਅਰ ਰਿਹਾ ਆਪਣੀ ਜੱਟ ਕੌਮ ਵਾਸਤੇ। ਉਸਨੇ ਕਿਹਾ ਇਹ ਜੱਟ ਪਾਗਲ ਹੋ ਗਏ ਨੇ, ਇਹਨਾਂ ਨੇ ਕੀ ਲੈਣਾ ਹੈ ਗੁਰਦੁਆਰਾ ਤੋਂ, ਇਹ ਕਿ ਨਾਮ ਖਾਲਿਸਤਾਨ ਤੋਂ, ਇਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਇਹ ਤਾਂ ਕਿਸੇ ਤਰੀਕੇ ਨਾਲ ਪਾਗਲ ਹੋ ਗਏ ਕਿ ਨਾ KPS ਸਿੰਘ ਨੇ ਇੱਕ ਪੈਸਾ ਨਹੀਂ ਲਿਆ। ਕੋਈ ਵੀ ਖੜਾ ਹੋ ਕੇ ਦੱਸੇ ਇਹ ਬਦਕਿਸਮਤੀ ਸਾਡੀ ਕੌਮ ਦੀ ਕਿ ਉਸਦੇ ਮਰਨ ਤੇ ਉਹਨੂੰ ਅਰਥੀ ਤੇ ਹੱਥ ਵੀ ਨਹੀਂ ਲਾਇਆ ਸੀ। ਭਾਵੇਂ ਕੋਈ ਆਏ, ਭਾਵੇਂ ਉੱਥੇ ਕੋਈ ਅਰਦਾਸ ਕਰੇ ਨਾ ਕਰੇ, ਉਹ ਕੋਈ ਮਤਲਬ ਨਹੀਂ। ਮੇਰੇ ਤੇ ਬਿਲਕੁਲ ਕੋਈ ਨਹੀਂ ਆਏਗਾ ਕਿਉਂਕਿ ਸਾਡਾ ਕੋਈ ਅਰਦਾਸ ਦਾ ਮਤਲਬ ਨਹੀਂ ਹੈ KPS ਸਿੰਘ ਨੇ। ਲੇਕਿਨ ਸਾਡੇ ਜੱਟ ਕੌਮ ਨੂੰ ਜਾ ਕੇ ਉਸਨੂੰ ਵਿਦਾ ਕਰਨਾ ਚਾਹੀਦਾ ਸੀਗਾ। ਇਹ ਡਿਬੇਕਲ ਆ ਸਾਡੀ, ਔਰ ਉਹਦੇ ਨਾਲ ਕੋਈ ਕੰਪੇਅਰ ਨਾ ਕਰੇ। ਇੰਡੀਆ 'ਚ ਕੋਈ ਵੀ ਪੁਲਿਸ ਆਫਸਰ ਉਸਦੇ ਵਰਗਾ ਨਹੀਂ ਹੈ। ਉਹ ਇੱਕ ਐਸਾ ਜ਼ਬਰਦਸਤ ਕਹਿਣਾ ਉਹ ਬੰਦਾ, ਉਸਨੂੰ ਪੂਜਣਗੇ। ਥੋੜੇ ਦਿਨ ਠਹਿਰ ਜਾਓ ਤੁਸੀਂ ਥੋੜੇ ਜਿਹੇ। ਥੈਂਕ ਯੂ ਵੀਰ ਜੀ, ਥੈਂਕ ਯੂ। ਤੁਹਾਡੇ ਵਿਚਾਰ ਆ ਵੀਰ ਜੀ, ਜਿੰਨਾ ਉਹਨੇ ਕੌਮ ਦਾ ਨਾਸ ਕੀਤਾ, ਉਹਦੇ ਵਰਗਾ ਦੁਸ਼ਟ ਬੰਦਾ ਹੈ ਨਹੀਂ। ਵਾਕਿਆ ਉਹਦੇ ਵਰਗਾ ਹੈ ਨਹੀਂ ਜਿਹੜਾ ਤੁਸੀਂ ਕਿਹਾ, ਪਰ ਉਹਦੇ ਵਰਗਾ ਦੁਸ਼ਟ ਬੰਦਾ ਹੈ ਨਹੀਂ ਜਿੰਨਾ ਉਹਨੇ ਕੌਮ ਦਾ ਨੁਕਸਾਨ ਕੀਤਾ। ਕਿਸੇ ਦੀ ਪਰਵਾਹ ਨਹੀਂ ਸੀ ਮੰਨਦਾ ਜੀ। ਇਨਸਾਨੀਅਤ ਨਾਂ ਦਾ ਹੀ ਉਹਦੇ ਵਿੱਚ ਚੀਜ਼ ਹੀ ਕੋਈ ਨਹੀਂ ਸੀਗਾ। ਇਨਸਾਨੀਅਤ ਵੱਲੋਂ ਪੂਰਾ ਗਿਰਿਆ ਹੋਇਆ ਇਨਸਾਨ ਸੀਗਾ ਉਹ। ਤੇ ਉਹਨੇ ਕਿਤੇ ਸਹੀ ਬੰਦੇ ਨਹੀਂ, ਉਹਨੇ ਪਤਾ ਨਹੀਂ ਕਿੰਨਾ ਜਵਾਨੀ ਦਾ ਘਾਣ ਕੀਤਾ।
ਹਾਂਜੀ ਵੀਰ ਜੀ 35-15 ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਿੱਧੂ ਬੋਲਦਾ ਜੀ, ਮੈਂ ਕਦੇ ਕਦੇ ਕਾਲ ਕਰਦਾ, ਸੁਣਦਾ ਰੋਜ਼ ਆ ਜੀ। ਜੀ ਸਵਾਗਤ ਹੈ ਵੀਰ। ਪਹਿਲੀ ਗੱਲ ਤਾਂ ਜਿਹੜਾ ਜੱਟਵਾਦ ਆ ਇਹਨੂੰ ਲਿਆਇਆ ਨਾ ਕਰੋ ਜੀ। ਜੱਟਵਾਦ ਕਿਹੜੀ ਜੱਟ ਕੌਮ, ਇਹਨੂੰ ਪੁੱਛਣ ਵਾਲਾ ਹੋਵੇ ਸਿਆਣਾ ਬੜਾ ਬੰਦਾ ਲੱਗਦਾ ਇਹ ਜੀ। ਦੂਸਰੀ ਗੱਲ ਬਾਈ ਜੀ, ਤੁਹਾਡੇ ਰਿਪੋਰਟਰ ਆ ਉਹ ਵੀ ਬਠਿੰਡੇ ਬਿਲੋਂਗ ਕਰਦੇ, ਮੈਂ ਬਠਿੰਡੇ ਬਿਲੋਂਗ ਕਰਦਾ ਜੀ। ਜੀ ਜਦੋਂ KPS ਗੱਲ ਸੀਗਾ ਜੀ, ਸਾਡੇ ਬਠਿੰਡੇ ਲੱਗਿਆ ਵਾ ਨਾ ਆਪਣਾ ਦੂਸਰਾ ਸੈਣੀ ਦੀ ਗੱਲ ਕਰਦਾ, ਤੇ ਉਦੋਂ ਜੀ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਜੀ। ਅਸੀਂ 16 ਮੁੰਡਿਆਂ ਦਾ ਗਰੁੱਪ ਸੀਗਾ ਜੀ। ਆ ਮੁੰਡਾ ਵਿੱਕੀ ਢਿੱਲੋਂ ਆ ਇੱਥੇ ਸਾਡੇ ਸਿਟੀ ਕੌਂਸਲ, ਇਹ ਵੀ ਉੱਥੇ ਹੁੰਦਾ ਸੀਗਾ ਜੀ। 16 ਮੁੰਡਿਆਂ ਚ ਅਸੀਂ 3 ਕੁ ਮੁੰਡੇ ਆ ਜਿਹੜੇ ਇੱਥੇ ਆ, ਸਾਰੇ ਇਹ ਬੁੱਚੜਾਂ ਨੇ ਮਾਰੇ ਆ ਜੀ ਚੱਕ ਕੇ ਸਾਰੇ। ਇੱਕ ਹਾਂਸਾ ਖੱਤਰੀ ਹੁੰਦਾ ਸੀਗਾ ਜੀ ਭਾਈ ਰੂਪੇ ਦਾ, ਪਿੱਛੋਂ ਉਹ ਵੀ ਮਾਰਤਾ ਸੀ ਮੁੰਡਿਆਂ ਨੇ। ਉਹ ਆਪਣੇ ਇਹਦੇ ਨਾਲ ਸਵੇਰ ਸੈਣੀ ਨਾਲ ਰਲ ਕੇ ਉਹਨੇ ਉਹ ਘਾਣ ਕਰਾਇਆ ਆਪਦੇ ਏਰੀਏ ਦਾ, ਇਲਾਕੇ ਦਾ ਜੀ ਮੁੰਡਿਆਂ ਦਾ। ਪੁੱਛੋ ਨਾ, ਇਹ ਜਿਹੜਾ ਆਹ ਜੱਟਵਾਦ ਵਾਲਾ ਸ਼ਾਬਾਸ਼ ਦਿੰਦਾ, ਸਾਰੇ ਜੁੱਤੀਆਂ ਦੇ ਯਾਰ ਆ, ਜੁੱਤੀਆਂ ਦੇ ਸਣੇ ਇਹ ਤੇ ਸਣੇ ਸਾਰੇ ਇਹ ਪੁੱਛਣ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਮੈਂ ਕਦੇ ਸ਼ਬਦ ਕੌੜੇ ਕਿਸੇ ਨੂੰ ਵਰਤੇ ਨਹੀਂ, ਪਰ ਇੱਥੇ ਬੈਠੇ ਜਿਹੜੇ ਘੜਮ ਚੌਧਰੀ ਹੈ ਨਾ, ਗੌਰਮੈਂਟ ਦੇ ਪਿੱਠੂ ਜਿਹੜੇ ਜਿਨ੍ਹਾਂ ਨੇ ਲੋਕਾਂ ਨੇ ਸੰਤਾਪ ਵਧਾਇਆ, ਉਹ ਟਾਈਮ ਦੇ ਵਿੱਚ ਜੀ ਮੈਂ ਕਾਲਜ ਟੀਪੜੀ ਮਾਲਵਾ ਕਾਲਜ ਪੜ੍ਹਦਾ ਹੁੰਦਾ ਸੀ ਤੇ ਵਿੱਕੀ ਗਵਾਹ ਹੈਗਾ ਢਿੱਲੋਂ, ਠੀਕ ਹੈ ਜੀ। ਇੱਥੇ ਮੁੰਡਾ ਬੂੰਗੜ, ਅਸੀਂ ਕਈ ਜਾਣੇ ਹੈਗੇ ਤੇ ਸਾਨੂੰ ਪਤਾ, ਅਸੀਂ ਉਹ ਤੱਤੀ ਹਵਾ ਦੇ ਵਿੱਚ ਹੀ ਲੰਘੇ ਵੀ ਆ ਉਸ ਮਾਹੌਲ ਦੇ। ਇੱਥੇ ਬਹਿ ਕੇ ਘੜਮ ਚੌਧਰੀ ਕਿਤੇ ਜੱਟਵਾਦ, ਕਿਤੇ ਫਲਾਨਾਵਾਦ। ਕੌਣ ਜੱਟਵਾਦ ਹੁੰਦਾ? ਜੱਟ ਪੁੱਛ ਕੇ ਦੇਖੋ, ਜਿਹੜੇ ਜੱਟਵਾਦ ਦੀ ਗੱਲ ਕਰਦੇ ਆ ਲੋਕੀ ਤਾਂ ਫਾਹੇ ਲੈ ਮਰੀ ਜਾਂਦੇ। ਕਰੇਗਾ ਜਾ ਕੇ ਮਦਦ ਇਹ ਵੱਡੇ ਜੱਟਵਾਦ ਵਾਲਾ। ਹਾਲਾਂਕਿ ਮੈਂ ਵੀ ਉਹ ਪਿੰਡਾਂ ਦਾ ਮੁੰਡਾ ਜੀ। ਅਕਸਰ ਮੈਂ ਇਹ ਜਿਹੜੇ ਜਦੋਂ ਇਹ ਬੰਦਾ ਗੱਲ ਕਰਦਾ ਕਿਸੇ ਰੇਡੀਓ ਤੇ, ਇਹਨੂੰ ਮੈਂ ਕਿਹਾ ਢੇਲੇ ਦੀ ਇੱਕ ਨੂੰ ਜੁੱਤੀਆਂ ਦਾ ਯਾਰ ਇਹ ਵੀ ਬੜਾ ਹੀ ਕਹਿਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। ਖਾਤਰ 41 ਹੈਲੋ, ਸਤਿ ਸ਼੍ਰੀ ਅਕਾਲ ਜੀ। ਟਾਂਡੀ ਮੰਗਦਾ ਬੋਲਦਾ ਟਾਂਡੀ ਵੀਰ ਜੀ ਸਵਾਗਤ ਹੈ ਤੁਹਾਡਾ। ਦੇਖੋ ਜੀ, ਇਹ ਢਿੱਲੋਂ ਸਾਹਿਬ ਨੇ ਸਾਰੀਆਂ ਇਤਿਹਾਸ ਦੱਸ ਦਿੱਤਾ, ਗੱਲਾਂ ਦੱਸਦੀਆਂ ਜੀ। ਬਸ ਹਰ ਵਾਰੀ ਨਵਾਂ ਪੱਤਾ ਕਦੇ ਖੇਡਦੇ ਆ। ਜਿੱਦਾਂ ਕਹ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਹ ਘੱਲੂਘਾਰਾ ਆਉਣੇ ਵਾਲਾ ਜੂਨ ਮਹੀਨੇ ਜੀ, ਤੇ ਇੱਥੇ ਕੀ ਆਣ ਕੇ ਹਰ ਵਾਰੀ ਹਰ ਸਾਲ ਕੋਈ ਨਾ ਕੋਈ ਨਵੀਂ ਗੱਲ। ਪਿਛਲੀ ਵਾਰੀ ਹੋਰ ਗੱਲ ਹੋ ਗਈ ਸੀ ਖਾਲਿਸਤਾਨੀਆਂ ਦੀ, ਤੇ ਐਤਕੀ ਆ ਸਵੇਰ ਸੈਣੀ ਦੀ ਗੱਲਬਾਤ ਹੋ ਗਈ। ਹੁਣਾ ਕੱਖ ਨਹੀਂ, ਉਹਨੇ ਦਿੱਲੀੋਂ ਬਾਦਲ ਨੇ ਲੈ ਆਉਣਾ, ਜਾਂ ਮਤਲਬ ਭਾਜਪਾ ਉਧਰ ਹੈਗੀ ਸਰਕਾਰ ਜੀ, ਕਿ ਮੀਡੀਆ ਨੂੰ ਭਿਣਕ ਪਈ ਆ ਕੁਛ ਵੀ। ਇਹਦੇ ਪਿਛਲੇ ਪਾਸੇ ਢਿੱਲੋਂ ਸਾਹਿਬ ਤਾਂ ਕਹਿ ਰਹੇ ਵੋਟਾਂ ਦੀ ਰਾਜਨੀਤੀ ਆ ਵੀ ਸਾਲ ਕਰਿਆ ਗਿਆ ਜੀ, ਪਰ ਮੈਨੂੰ ਲੱਗਦਾ ਕਿ ਕੁਛ ਗੱਲ ਹੋਰ ਆ। ਮੀਡੀਆ ਨੂੰ ਹੋਰ ਡੀਪ ਜਾਣਾ ਚਾਹੀਦਾ। ਇਹਦੇ ਪਿੱਛੇ ਸਾਜ਼ਿਸ਼ ਕੀ ਆ? ਹਰ ਵਾਰੀ ਏਦਾਂ ਹੁੰਦੀ ਆ। ਤੇ ਇਹ ਜਿੱਦਾਂ ਕਹ ਲਓ ਇਹਨਾਂ ਨੇ ਕਾਫੀ ਘਾਣ ਕੀਤਾ ਇਨਸਾਨੀਅਤ ਦਾ, ਹੋਮੋਰਾਈਡ ਦੀਆਂ ਧੱਜੀਆਂ ਉਡਾਈਆਂ ਜੀ। ਜਿੱਦਾਂ ਕਹ ਲਓ ਵੀ ਉੱਥੇ ਜਿਹੜਾ ਵੀ ਇਨੋਸਾਈਟ ਲੋਕ ਜਿਹੜੇ ਆ ਕਾਫੀ ਮਾਰ ਦਿੱਤੇ। ਜਿੱਦਾਂ ਯਹੂਦੀਆਂ ਨਾਲ ਹੋਇਆ ਸੀ ਨਾ, ਉਦਾਂ ਹੀ ਇਹ ਹੋਇਆ। ਉੱਥੇ ਜਿੱਦਾਂ ਥਾਣਿਆਂ ਦੇ ਵਿੱਚ ਨੰਗਾ ਨਾਚ ਕੀਤਾ ਗਿਆ, ਧੀਆਂ ਭੈਣਾਂ। ਚਲੋ ਸਵੇਰਾ ਆ, ਮੈਂ ਨਹੀਂ ਉਹ ਗੱਲਾਂ ਤੇ ਜਾਂਦਾ ਜੀ ਬਈ ਉਹ ਭਿਆਨਕ ਹਾਦਸਾ ਇੰਨਾ ਵਾਪਰਿਆ ਜੀ ਜੀ, ਕੋਈ ਉਹਦੀ ਮਤਲਬ ਕਾਰਸਾਰ ਨਹੀਂ। ਆ ਨਵੀਆਂ ਢਕੋਜਬਾਜ਼ੀਆਂ ਇਹ ਕੱਢਦੇ ਆ। ਇਹ ਮੀਡੀਆ ਵੀ ਕਿਉਂ ਨਹੀਂ ਇਹ ਖਬਰ ਲੈਂਦਾ ਪਹਿਲਾਂ ਹੀ? ਮਤਲਬ ਜਦੋਂ ਲੰਘ ਜਾਂਦੀ ਪਿੱਛੋਂ ਸੱਪ ਲਾਠੀਆਂ ਮਾਰਦਾ ਰਹਿੰਦਾ। ਇਹ ਦੱਸਣ ਬਈ ਅਸਲੀ ਕਹਾਣੀ ਹੈ ਕੀ ਆ? ਹੈ ਪਲਾਨ ਹੀ ਆ ਇਹ ਕੋਈ ਤਕੜਾ ਹੀ? ਇਹ ਆਉਣੇ ਵਾਲੇ ਖਬਰਾਂ ਆਉਣੇ ਵਾਲੀਆਂ ਆ ਬਈ ਉਹਨੂੰ ਦੜਾਇਆ, ਪਹਿਲਾਂ ਉਹ ਹਿਮਾਚਲ ਨੂੰ ਨੱਠਾ, ਹੁਣ ਉਹ ਦਿੱਲੀ ਨੂੰ ਨੱਠਾ। ਇੰਨੀ ਕਿਹੜੀ ਆਫਤ ਆ ਗਈ ਸੀ? ਐਡਾ ਵੱਡਾ ਇਹਨਾਂ ਦਾ ਅਫਸਰ ਆ। ਕਿਉਂਕਿ ਇੰਡੀਆ ਤਾਂ ਕਦੀ ਵੀ ਨਹੀਂ ਚਾਹੂਗਾ। ਉਹਨਾਂ ਦਾ ਤਾਂ ਜਿਹੜਾ ਸੁਪਰ ਕਾਪਸ ਦਾ ਨਾਂ ਦੇਤਾ KPS ਗਿੱਲ ਨੂੰ, ਸਵੇਦ ਸੈਣੀ ਨੂੰ। ਉਹਨਾਂ ਦੇ ਤਾਂ 3 ਦੇਵਤੇ ਆ। ਉਹ ਕਿਹਨਾਂ ਦੇ ਬੰਦਿਆਂ ਦੇ ਦੇਵਤੇ? ਮੈਂ ਤਾਂ ਸਿੱਧਾ ਕਹੂੰਗਾ ਉਹ ਹਿੰਦੂਆਂ ਦੇ ਦੇਵਤੇ ਆ, ਹਿੰਦੂ ਗੌਰਮੈਂਟ ਦੇ ਦੇਵਤੇ ਆ ਉਹ। ਉਹਨਾਂ ਤਾਂ ਇਹ ਪੂਜਣਗੇ ਜਿੱਦਾਂ ਕਹਿ ਲਓ ਵੀ ਇੱਕ ਕੌਮ ਘੱਟ ਗਿਣਤੀਆਂ ਦਾ ਘਾਣ ਕੀਤਾ। ਤਾਂ ਇਸ ਕਰਕੇ ਇਹਦੇ ਪਿੱਛੇ ਕੀ ਆ? ਮੈਂ ਢਿੱਲੋਂ ਸਾਹਿਬ ਤੋਂ ਪੁੱਛਦਾ ਤੇ ਖੋਜ ਕਰੋ ਥੋੜੀ ਜਿਹੀ ਬਈ ਜਿੱਦਾਂ ਬਈ ਆਉਣ ਵਾਲੀਆਂ ਖਬਰਾਂ 'ਚ ਕਿਹੜੀ ਖਬਰ ਆ ਰਹੀ ਆ ਵੀ ਇਹ ਕਿਉਂ ਸਵੇਰ ਸੈਣੀ ਨੂੰ ਦੜਾਇਆ ਗਿਆ। ਉੱਥੋਂ ਕਰੋਨਾ ਵਾਇਰਸ ਚੱਲ ਰਿਹਾ ਤੇ ਉੱਥੋਂ ਕਿਉਂ ਏਦਾਂ ਵੀ? ਮੈਨੂੰ ਇਹ ਖਬਰ ਇੰਨੀ ਨਹੀਂ ਲੱਗੀ ਢਿੱਲੋਂ ਸਾਹਿਬ ਦੀ ਕਿ ਕੈਪਟਨ ਵੋਟਾਂ ਦੀ ਇਹਦੇ ਪਿੱਛੇ ਹੋਰ ਆ ਜੀ ਕਾਰਨ। ਇਹ ਸਵਾਲ ਆ ਮੇਰਾ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪਹਿਲੀ ਗੱਲ ਤਾਂ ਮੈਂ ਕੈਪਟਨ ਦੀਆਂ ਵੋਟਾਂ ਦੀ ਗੱਲ ਹੀ ਨਹੀਂ ਕਹੀ ਜੀ। ਮੈਂ ਇਹ ਗੱਲ ਕਹੀ ਹੈ ਕਿ ਸੁਮੈਧ ਸਿੰਘ ਸੈਣੀ ਨੂੰ ਵਧਾਉਣ ਦਾ ਕਾਰਨ ਤੇ ਉਹਨੂੰ ਇਸਤੇਮਾਲ ਕਰਨ ਦਾ ਕਾਰਨ 2017 ਜਿਹੜੀਆਂ ਵੋਟਾਂ ਲੰਘ ਗਈਆਂ ਜੀ,
ਉੱਥੇ ਸੱਚੇ ਸੌਦੇ ਵਾਲਿਆਂ ਦੀਆਂ ਵੋਟਾਂ ਲੈਣੀਆਂ ਸੀ, ਤਾਂ ਜਿਹੜੇ ਸੀਗੇ ਸਿੱਖ ਪ੍ਰਦਰਸ਼ਨਕਾਰੀ ਉਹਨਾਂ ਨੂੰ ਮੋਟਾਪਾ ਚਾੜਿਆ ਗਿਆ, ਗੋਲੀਆਂ ਚਲਾਈਆਂ ਗਈਆਂ, ਬੰਦੇ ਮਾਰੇ ਗਏ ਜੀ। ਕਾਰਨ ਹੁੰਦੇ ਆ, ਬੜਾ ਕੁਝ ਹੁੰਦਾ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਮੈਂ ਨਾ ਤਾਂ ਐਡਾ ਵੱਡਾ ਮੀਡੀਆ ਵਾਲੇ ਗੱਲ, ਮੇਰਾ ਕੰਮ ਇਹ ਹੈ ਕਿ ਜਿਹੜੀਆਂ ਖਬਰਾਂ ਪ੍ਰਕਾਸ਼ਿਤ ਹੋਣ ਜੀ, ਉਹਨਾਂ ਖਬਰਾਂ ਦਾ ਸੱਚ ਕੀ ਹੈ, ਮੈਂ ਉਹਦੇ ਤੇ ਟਿੱਪਣੀ ਕਰਨੀ ਹੈ। ਹਾਂ, ਕੱਲ ਨੂੰ ਜੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਹੋਰ ਆਉਂਦੀ ਹੈ ਤਾਂ ਅਸੀਂ ਜ਼ਰੂਰ ਉਹ ਗੱਲ ਕਰਾਂਗੇ ਕਿ ਕਾਹਦੇ ਵਾਸਤੇ ਉਹਦੇ ਤੇ ਕੀ ਸੁਜੈਸ਼ਨ ਕੀਤਾ ਹੈ। ਲੇਕਿਨ ਜਿਹੜੇ ਪਹਿਲੇ ਕਾਲਰ ਸਾਹਿਬ ਆ ਕੇ ਗਏ ਹੈ, ਜਿਹੜੇ ਉਹਨਾਂ ਨੇ ਕਿਹਾ ਕਿ KPS ਗਿੱਲ ਦਾ ਕੋਈ ਕਸੂਰ ਨਹੀਂ ਜੀ, ਮੇਰਾ ਖਿਆਲ ਸਾਡੇ ਸਰੋਤਿਆਂ ਨੂੰ ਜ਼ਿਆਦਾ ਉਤੇਜਿਤ ਨਹੀਂ ਹੋਣਾ ਚਾਹੀਦਾ, ਗੁੱਸੇ ਨਹੀਂ ਹੋਣਾ ਚਾਹੀਦਾ। ਉਹ ਠੀਕ ਕਹਿੰਦਾ ਹੈ ਕਿ ਉਹ ਠੀਕ ਕਹਿੰਦਾ ਕਿ ਉਹਦਾ ਕਸੂਰ ਨਹੀਂ। ਅਸਲ ਦੇ ਵਿੱਚ ਮੈਂ ਜਿਹੜੀ ਗੱਲ ਕਹਿਣਾ, ਜਦ ਤਾਂ ਤੁਸੀਂ ਪੜ੍ਹੋ, ਇੰਡੀਅਨ ਸਟੇਟ ਜਿਹੜੀ ਸਟੇਟ ਨੇ ਸਾਰਾ ਕੁਝ ਕਰਵਾਇਆ ਹੈ, ਤੇ ਅੱਜ ਵੀ ਸਾਡੇ ਲੀਡਰ ਵੀ ਜੋ ਕੁਝ ਕਰਦੇ ਆ, ਵੀ ਤਾਂ ਸਟੇਟ ਕਰਵਾ ਰਹੀ ਹੈ ਨਾ। ਬਿਲਕੁਲ। ਇਹ ਅੱਜ ਵੀ ਪੁਲਿਸ ਵਾਲੇ ਸਾਰਾ ਕੁਝ ਕਰਦੇ ਆ, ਤੁਸੀਂ ਬੰਦਿਆਂ ਨੂੰ ਛੱਡ ਦਿਓ, ਇਸ ਗੱਲ ਨੂੰ ਛੱਡ ਦਿਓ ਕਿ ਉੱਥੇ ਸੁਮੇਧ ਸਿੰਘ ਸੈਣੀ ਸੀ, ਜਾਂ ਉੱਥੇ KPS ਗਿੱਲ ਸੀ, ਉੱਥੇ ਬਖਤੌਰ ਢਿੱਲੋਂ ਵੀ ਹੋ ਸਕਦਾ, ਉੱਥੇ ਸੁਖਵਿੰਦਰ ਸਿੰਘ ਚੰਦੀ ਵੀ ਹੋ ਸਕਦਾ ਹੈ। ਇਹ ਸਾਰੀਆਂ ਜਿਹੜੀਆਂ ਖੇਡਾਂ, ਇਹ ਖੇਡਾਂ ਇੰਡੀਅਨ ਸਟੇਟ ਦੀਆਂ। ਮੈਂ ਤੁਹਾਡੇ ਇੱਕ ਚੇਤੇ ਕਰਾਉਣਾ ਕਿ ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੋਇਆ ਜੀ, ਤੁਸੀਂ ਪਹਿਲੀਆਂ ਰਿਪੋਰਟਾਂ ਕੱਢ ਕੇ ਦੇਖ ਲਓ, ਜਿਹੜੀਆਂ ਪਹਿਲੀਆਂ ਖਬਰਾਂ ਆਈਆਂ ਦੂਰਦਰਸ਼ਨ ਦੀਆਂ, ਰੇਡੀਓ ਦੀਆਂ, ਉਹਨਾਂ ਖਬਰਾਂ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਇੰਦਰਾ ਗਾਂਧੀ ਤੇ ਹਮਲਾ ਹੋ ਗਿਆ, ਉਹ ਸਖਤ ਜ਼ਖਮੀ ਹੋ ਗਈ ਹੈ, ਇੱਕ ਬੰਦਾ ਮਾਰਿਆ ਗਿਆ, ਇੱਕ ਫੱਟੜ ਹੋ ਗਿਆ, ਇੱਕ ਤੀਜਾ ਬੰਦਾ ਜਿਹੜਾ ਹੈਗਾ ਉਹ ਇੱਕ ਤੀਜਾ ਬੰਦਾ ਹੋਰ ਸੀ ਜੀ। ਉਹ ਤੀਜਾ ਬੰਦਾ ਕੌਣ ਹੈ, ਉਹਦਾ ਅੱਜ ਤੱਕ ਪਤਾ ਨਹੀਂ ਲੱਗ ਰਿਹਾ। ਜੇ ਇੱਕ ਅਸੀਂ ਹੋਰ ਅੱਗੇ ਗੱਲ ਦੇਖੀਏ, ਇਹ ਗੱਲਾਂ ਤਫਤੀਸ਼ ਦੇ ਵਿੱਚ ਆ ਗਈਆਂ ਕਿ ਇੰਦਰਾ ਗਾਂਧੀ ਦੇ ਨਾਲ ਆਰ ਕੇ ਧਵਨ ਤੁਰਿਆ ਜਾਂਦਾ ਸੀ ਜੀ, ਪਰ ਸਤਵੰਤ ਸਿੰਘ ਦੀ ਇਹ ਗੱਲ ਜਿਹੜੀ ਹੈਗੀ ਤਫਤੀਸ਼ ਦੇ ਵਿੱਚ ਮੰਨੀ ਹੋਈ ਹੈ ਕਿ ਬੇਅੰਤ ਸਿੰਘ ਨੇ ਮੈਨੂੰ ਕਿਹਾ ਸੀਗਾ ਕਿ ਬਾਊ ਜੀ ਨੂੰ ਕੁਛ ਨਹੀਂ ਕਹਿਣਾ ਜੀ, ਖਿਆਲ ਰੱਖਣਾ ਬਾਊ ਜੀ ਨੂੰ ਕਿਤੇ ਗੋਲੀ ਨਾ ਲੱਗ ਜੇ। ਬਾਊ ਜੀ ਆਪਣੇ ਖੈਰ ਖੁਆਏ, ਉਹ ਆਰ ਕੇ ਧਵਨ ਜਿਹੜਾ ਖੈਰ ਖੁਆਏ, ਉਹ ਇੰਦਰਾ ਗਾਂਧੀ ਮਰਦੀ ਹੈ, ਇੰਦਰਾ ਗਾਂਧੀ ਦੇ ਪੋਲੀਟੀਕਲ ਸੈਕਟਰ ਦੇ ਗੋਲੀ ਨਾ ਲੱਗ ਜੇ। ਇਹ ਚੱਕਰ ਕੀ ਹੈ? ਇਹ ਬੜਾ ਕੁਛ ਹੁੰਦਾ ਜਦੋਂ ਸਟੇਟ ਆਪਰੇਟ ਕਰਦੀ ਹੈ। ਕਈ ਵਾਰੀ ਅਸੀਂ ਐਵੇਂ ਜ਼ਿੰਮੇਵਾਰੀਆਂ ਲੈ ਲੈਂਦੇ ਆ ਕਿ ਆਹ ਕੀਤਾ। ਸਾਡੇ ਕਾਲਰ ਸਾਹਿਬ ਦੱਸ ਕੇ ਗਏ ਆ, ਬੜੇ ਗੁੱਸੇ ਹੋਏ ਆ, ਜਿਹੜੇ ਬਠਿੰਡਾ ਜ਼ਿਲ੍ਹੇ ਨਾਲ ਰਿਲੇਟਡ ਆ, ਅਸੀਂ ਪੜ੍ਹਦੇ ਰਹੇ ਹਾਂ। ਮੇਰੇ ਯਾਦ ਹੈ ਜਦੋਂ ਰਾਜੀਵ ਗਾਂਧੀ ਦਾ ਕਤਲ ਹੋਇਆ ਜੀ, ਰਾਜੀਵ ਗਾਂਧੀ ਦਾ ਕਤਲ ਤਾਮਿਲਨਾਡੂ ਚ ਹੋਇਆ ਸੀ। ਉਸ ਵੇਲੇ ਇੱਕ ਬਿਆਨ ਛਪ ਗਿਆ ਸੀ ਅਖਬਾਰਾਂ ਦੇ ਵਿੱਚ, UNI ਕੋਲੇ ਆ ਗਿਆ ਸੀ ਬਿਆਨ ਜੀ। ਉਸ ਬਿਆਨ ਦੇ ਵਿੱਚ ਕੀ ਕਿਹਾ ਸੀ, ਕੁਲਵੰਤ ਸਿੰਘ ਗੁਮਟੀ ਹੁੰਦਾ ਸੀ ਸਾਡੇ ਇੱਕ ਖਾੜਕੂ ਮੁੰਡਾ ਜੀ, ਤੇ ਕੁਲਵੰਤ ਸਿੰਘ ਗੁਮਟੀ ਦੇ ਨਾਂ ਦੇ ਉੱਤੇ ਜ਼ਿੰਮੇਵਾਰੀ ਲਈ ਗਈ ਸੀ ਕਿ ਜੀ ਰਾਜੀਵ ਗਾਂਧੀ ਨੂੰ ਤਾਂ ਅਸੀਂ ਮਾਰਿਆ ਦੱਖਣ ਦੇ ਵਿੱਚ ਜਾ ਕੇ, ਸਿੱਖਾਂ ਨੇ। ਇਹ ਤਾਂ ਚਲੋ ਦੱਖਣ ਸੀ, ਦੂਰ ਸੀ, ਜੇ ਕਿਤੇ ਉੱਤਰੀ ਭਾਰਤ ਚ ਮਰਿਆ ਹੁੰਦਾ ਤਾਂ ਦੁਬਾਰਾ ਫਿਰ ਹਾਲਾਤ ਉਹੀ ਬਣ ਗਏ ਸੀਗੇ ਜਿਹੜੇ 1983 ਵੇਲੇ ਬਣੇ ਸੀ, ਜਿਵੇਂ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਸਿੱਖ ਕਤਲੇਆਮ ਹੋਇਆ ਸੀ। ਹੁਣ ਸਟੇਟਮੈਂਟ ਕਿਹਨੇ ਦਿੱਤੀ ਹੈ? ਕੀ ਉਹ ਕੁਲਵੰਤ ਸਿੰਘ ਗੁਮਟੀ ਨੇ ਦਿੱਤੀ ਸੀ, ਜਾਂ ਕੁਲਵੰਤ ਸਿੰਘ ਗੁਮਟੀ ਦਾ ਨਾਂ ਵਰਤਿਆ ਗਿਆ ਸੀ ਕੋਈ ਹੋਰ ਸੀ? ਇਹ ਚੀਜ਼ਾਂ ਦੇਖਣ ਵਾਲੀਆਂ ਸਾਰੀਆਂ ਖੇਡਾਂ ਜਿਹੜੀਆਂ ਹੁੰਦੀਆਂ ਇਹ ਸਟੇਟ ਦੀਆਂ, ਇਹਨੂੰ ਸਮਝਣ ਦੀ ਲੋੜ ਆ ਥੋੜੀ ਜੀ। ਇਸ ਸਟੇਟ ਕੀ ਕੁਛ ਕਰਦੀ ਹੈ, ਜੋ ਕੁਝ ਪੰਜਾਬ ਦੇ ਵਿੱਚ ਹੋਇਆ ਹੈ, ਜੋ ਕਾਂਡ ਹੋਇਆ ਹੈ, ਇਸ ਕਾਂਡ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰ ਆ ਉਹ ਇੰਡੀਅਨ ਸਟੇਟ ਆ। ਬਾਕੀ ਗੱਲਾਂ ਬਾਅਦ ਦੇ ਵਿੱਚ ਆਉਂਦੀਆਂ, ਹੱਥ ਕਿਸੇ ਦੇ ਵੀ ਹੋ ਸਕਦੇ ਹੈ, ਜਿਹੜਾ ਕੋਈ ਵੀ ਹੋ ਸਕਦਾ, ਕਿਸੇ ਨੂੰ ਵਰਤਿਆ ਜਾ ਸਕਦਾ ਜੀ। 2831 ਸਵਾਗਤ ਹੈ ਵੀਰ ਜੀ ਤੁਹਾਡਾ। ਹਾਂ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੀ ਗੱਲ ਚੱਲਦੀ ਸੀ ਨਾ ਕਿ ਹੁਣ ਤੁਸੀਂ ਦੇਖੋ ਦੋਨੇ ਪਾਸੇ ਨੇ, ਜਦੋਂ ਹਥਿਆਰਬੰਦ ਲੜਾਈ ਹੋਈ ਹੈ ਨਾ, ਜਿਹੜੇ ਬੰਦੇ ਤਾਂ ਬਾਈ ਜੀ ਮਤਲਬ ਸਿੱਧੀ ਫਾਈਟਿੰਗ ਚ ਮਰੇ ਨੇ, ਚਲੋ ਉਹਨਾਂ ਨੇ ਸੰਘਰਸ਼ ਕੀਤਾ, ਦੂਜੇ ਪਾਸੇ ਪੁਲਿਸ ਨੇ ਉਹ ਕੀਤਾ ਨਾ, ਤੇ ਉਹਦਾ ਚਲੋ ਆਪਾਂ ਕਹਿ ਸਕਦੇ ਹਾਂ ਕਿ ਉਹ ਫਾਈਟ ਦੇ ਵਿੱਚ ਹੋਇਆ। ਪਰ ਜਿਹੜਾ ਨਜਾਇਜ਼ ਮਾਰੇ ਗਏ ਨੇ ਟੌਰਚਰ ਚ ਬੰਦੇ ਜੀ, ਤੇ ਹੁਣ ਆਪਾਂ ਕਿੰਨਾ ਬੜਾ ਅੰਕੜਾ ਉਹ ਲੈ ਕੇ ਆਏ ਸੀਗੇ ਆਪਣੇ ਖਾਲੜਾ ਸਾਹਿਬ, ਉਹਨਾਂ ਨੇ ਵੀ ਆਪਣੀ ਮਤਲਬ ਜਾਨ ਗਵਾਉਣੀ ਪਈ, ਅਖੀਰ ਚ ਸਾਰਾ ਕੁਝ ਦੇਖੋ ਕਿੰਨਾ ਸੰਘਰਸ਼ ਉਹਨਾਂ ਨੇ ਲੜਿਆ ਜੀ। ਪਰ ਬਾਈ ਜੀ ਹੁਣ ਸਾਡੇ ਵੀ ਨਾ, ਚਲੋ ਇਹ ਤਾਂ ਕੁਛ ਜਿਹੜੇ ਕੌਪ ਸੀਗੇ ਜਿਹੜੇ ਮੂਹਰੇ ਸੀਗੇ, ਜਿਵੇਂ ਢਿੱਲੋਂ ਸਾਹਿਬ ਸਟੇਟ ਦੀ ਗੱਲ ਕਰਦੇ ਨੇ, ਸਾਡੇ ਵੀ ਇੱਕ ਮਤਲਬ ਪਿੰਡ ਚੋਂ ਸੀਗਾ ਰਣਵੀਰ ਸਿੰਘ ਟਵਾਣਾ, ਉਹ ਵੀ SP ਸੀ, ਉਹਨੂੰ ਵੀ ਬੰਬ ਨਾਲ ਉਡਾਤਾ ਸੀਗਾ ਲੁਧਿਆਣੇ, ਹਨਾ ਜੀ। ਹਾਲਾਂਕਿ ਉਹਦਾ ਸੀਗਾ ਵੀ ਬੱਬਰਾਂ ਦੇ ਨਾਲ, ਕਿਉਂਕਿ ਉਹ ਪੁਲਿਸ ਡਿਪਾਰਟਮੈਂਟ ਚ ਸੀਗਾ, ਉਹਨੇ ਆਬਵੀਅਸਲੀ ਬੱਬਰ ਫੜਨੇ ਸੀਗੇ, ਤੇ ਉਹਦੀ ਵੀ ਫੈਮਿਲੀ, ਉਹਦੀ ਬੇਟੀ ਵੀ ਨਾਲ ਹੀ ਉੜ ਗਈ, ਮਤਲਬ ਬਲਾਸਟ ਚ ਉਹਦੀ ਵਾਈਫ ਵੀ ਕਾਫੀ ਮਤਲਬ ਡੈਮੇਜ ਹੋ ਗਈ ਸੀ, ਉਹਦੀ ਮਤਲਬ ਬੋਡੀ। ਸੋ ਇਹਦੇ ਵਿੱਚ ਤਾਂ ਦੋਨੇ ਪਾਸੇ ਆਪਾਂ ਕਹਿੰਦੇ ਆ, ਪਰ ਜਿਹੜੇ ਹੁਣ ਜੇ ਆਪਾਂ ਲੋਕ, ਮੈਂ ਕੁਛ ਕੁ ਬੰਦਿਆਂ ਨੂੰ ਜਾਣਦਾ ਜਿਹੜੇ ਕਹਿੰਦੇ ਨੇ ਕਿ ਅਸੀਂ ਅੱਤਵਾਦ ਤੋਂ ਪੀੜਤ ਹਾਂ, ਜਿਹੜੇ ਕਿ ਚਾਹੇ ਉਹ ਕੈਟ ਸੀਗੇ ਜਿਹੜੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਤੰਗ ਕਰਦੇ ਸੀਗੇ ਨਾ, ਉਹਨਾਂ ਦੇ ਦਿਲਾਂ 'ਚ ਵੀ ਰੋਸ਼ ਹੈ। ਚਾਹੇ ਆਪਾਂ ਕਹਿ ਸਕਦੇ ਵੀ ਉਹ ਜਰਨੈਲ ਸਿੰਘ ਸੰਤਾਂ ਦੇ ਖਿਲਾਫ ਵੀ ਹੈਗਾ ਵੀ ਰੋਸ ਉਹਨਾਂ ਨੂੰ ਹੈਗਾ ਵੀ, ਹਾਂਜੀ ਉਹ
ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਤਰੀਕੇ ਨਾਲ ਹੈਂਡਲ ਹੋ ਸਕਦਾ ਸੀਗਾ ਜੀ। ਪਰ ਹੁਣ ਇਹਦੇ ਜ਼ਰੂਰ ਦੱਸਿਓ ਵੀ ਆਪਾਂ ਮੰਨਦੇ ਆ ਵੀ ਕਿੰਨੇ ਕੁ % ਹੋਊਗਾ ਵੀ ਜਿਹੜੇ ਨਜਾਇਜ਼ ਬੰਦੇ ਮਾਰੇਗੇ, ਕਿਉਂਕਿ ਨਾ ਚੰਦੀ ਸਾਹਿਬ ਤੁਸੀਂ ਵੀ ਦੇਖਿਆ ਹੋਣਾ ਇਹੋ ਜਿਹਾ ਨਾ ਮਸਲਾ ਖੜਾ ਕਰਕੇ ਜਿਹੜੇ ਬੰਦੇ ਭਾਵਕ ਹੁੰਦੇ ਨੇ ਮੂਹਰੇ ਉਹਨਾਂ ਨੂੰ ਉੱਪਰੋਂ ਚੁਗ ਲਿਆ ਜਾਂਦਾ। ਕੋਈ ਵੀ ਗੱਲ ਹੈ ਜਿਵੇਂ ਖਾਲਿਸਤਾਨ ਦਾ ਵੀ, ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਹੁੰਦੇ ਆ ਵੀ ਸ਼ਿਕਾਰ ਠਾਲਣ ਵਾਸਤੇ ਪਹਿਲਾਂ ਖਲਬਲੀ ਮਚਾ ਕੇ ਤੇ ਫਿਰ ਮਤਲਬ ਉਹਨਾਂ ਦਾ ਸ਼ਿਕਾਰ ਖੇਡਿਆ ਜਾਂਦਾ ਬੰਦਿਆਂ ਦਾ। ਜੀ ਜੀ। ਥੋੜੀ ਦੇਰ ਬਾਅਦ ਕੋਈ ਨਾ ਕੋਈ ਇਹੋ ਜਿਹੀ ਕੰਟਰੋਵਰਸੀ ਲੈ ਆਉਂਦੇ ਨੇ, ਉਹ ਲੋਕ ਜਦੋਂ ਦੁਬਾਰਾ ਆਪਣੀ ਤਰੱਕੀ ਵਾਲੇ ਪਾਸੇ ਨੂੰ ਮਾੜਾ ਮੋਟਾ ਤੁਰਦੇ ਨੇ, ਕੋਈ ਮਤਲਬ ਆਪਣੇ ਜੀਵਨ ਦੀ ਬਿਹਤਰੀ ਬਾਰੇ, ਉਹ ਦੁਬਾਰਾ ਫੇਰ ਮਤਲਬ ਲੋਕਾਂ ਨੂੰ ਅਲਝਾ ਕੇ ਇਸ 'ਚ ਮਾਰ ਲਿਆ ਜਾਂਦਾ। ਮੈਨੂੰ ਲੱਗਦਾ ਨਾ ਹੁਣ ਆਪਾਂ ਦੇਖੋ ਧੁੰਮੇ ਦਾ ਵੀ ਆਪਾਂ ਕਹਿੰਦੇ ਆ ਵੀ ਟਕਸਾਲ ਦੀਆਂ ਕੁਰਬਾਨੀਆਂ ਨੇ, ਸਾਰੇ ਬੰਦੇ KPS ਗਿੱਲ ਨੇ ਧੁੰਮੇ ਨੂੰ ਫਿੱਟ ਕੀਤਾ ਲਿਆ ਕੇ, ਉਹ ਸਾਰੀਆਂ ਆਪਾਂ ਦੇਖੀਆਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲੇ ਦੀਆਂ, ਆਪਾਂ ਉਹਦੀ ਵੀ ਦੇਖੀ ਆ ਸਾਰੀ ਇੰਟਰਵਿਊ ਵੀ ਕਿਵੇਂ ਇਹ ਬੰਦੇ ਫਿੱਟ ਕੀਤੇ ਗਏ ਨੇ ਲਿਆ ਕੇ। ਸੋ ਇਹ ਸਟੇਟ ਹੈ ਜਿਹਦੇ ਵਿੱਚ KPS ਗਿੱਲ ਵੀ ਇੱਕ ਮੋਹਰਾ ਸੀਗਾ, ਬਾਦਲ ਹੋਣੀ ਸਾਰੇ ਇੱਕ ਮੋਹਰੇ ਨੇ। ਸੋ ਇਹਦੇ ਵਿੱਚ ਮੈਨੂੰ ਲੱਗਦਾ ਨਾ ਦੋਨੇ ਪਾਸੇ ਕਿਤੇ ਨਾ ਕਿਤੇ ਗਲਤੀਆਂ ਹੋਈਆਂ ਨੇ, ਪਰ ਜਿਹੜੇ ਨਜਾਇਜ਼ ਮਾਰੇ ਗਏ, ਕੋਈ ਕਿਸੇ ਦਾ ਦੋਸਤ ਬੇਲੀ ਸੀਗਾ, ਅਸੀਂ ਇਹੋ ਜਿਹੇ ਵੀ ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇਖਿਓ ਬੜੇ ਲੋਕਾਂ ਨਾਲ ਧੱਕਾ ਹੋਇਆ, ਜੇ ਕੋਈ ਗਵਾਂਢੀ ਵੀ ਸੀਗਾ ਉਹ ਵੀ ਮੁੰਡੇ ਨੂੰ ਚੱਕ ਕੇ ਮਾਰਤਾ, ਤੇ ਜਿਹੜੇ ਏਦਾਂ ਦੇ ਕਰਪਟ ਪੁਲਿਸ ਵਾਲੇ ਸੀ ਉਹਨਾਂ ਨੇ ਮੈਡਲਾਂ ਦੇ ਚੱਕਰਾਂ 'ਚ ਬਹੁਤ ਭਈਏ ਵੀ ਮਾਰਦੇ ਸੀਗੇ ਇੱਕ ਜਗ੍ਹਾ ਤਾਂ ਜੀ, ਮੋਨੇ ਬੰਦੇ ਚੱਕ ਕੇ ਵੀ ਆ ਖਾੜਕੂ ਨੇ ਜੀ ਹਨਾ ਤੇ ਇੱਕ ਦੋ ਏਰੀਆ 'ਚ। ਸੋ ਇਹ ਹੈਗਾ ਵੀ ਦੋਨੇ ਪਾਸੇ ਸਾਨੂੰ ਆਪਣੇ ਚੋਂ ਵੀ ਜਿਹੜੇ ਬੰਦੇ ਗਦਾਰ ਨੇ ਨਾ ਉਹਨਾਂ ਨੂੰ ਵੀ ਭਾਵੁਕ ਹੋ ਕੇ ਕੋਈ ਵੀ ਗੱਲ, ਜਿਵੇਂ ਹੁਣ ਕੋਈ ਆਪਾਂ ਨੂੰ ਕਹਿ ਦੇ ਵੀ ਚੱਕ ਲਓ ਰੱਖ ਲਓ, ਕੌਨਸੀਕੁਐਂਸਿਸ ਦੇਖ ਕੇ ਸਾਰਾ ਕੁਝ ਮਤਲਬ ਕਰਨੀ ਪੈਂਦੀ ਹੈ ਗੱਲਬਾਤ। ਮੈਂ ਢਿੱਲੋਂ ਸਾਹਿਬ ਦੀ ਗੱਲ ਦੇ ਨਾਲ ਮੈਂ ਪੂਰਾ ਸਹਿਮਤ ਹਾਂ ਜਿਹੜੀ ਗੱਲ ਇਹਨੇ ਕੀਤੀ। ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਆਪਾਂ ਕਾਲ ਹੋਰ ਲੈ ਲਈਏ। ਢਿੱਲੋਂ ਸਾਹਿਬ ਇਕੱਠਾ ਜਵਾਬ ਦੇ ਦਿਓ ਜੀ। ਹਾਂਜੀ ਵੀਰ ਜੀ, 6011 ਸਵਾਗਤ ਹੈ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਜਿਹੜੇ ਆਪਣੇ ਪ੍ਰੀਤ ਭਾਈ ਬੋਲ ਕੇ ਗਏ ਨਾ, ਜਿਹੜਾ ਆਪਣੇ ਆਹ ਕਾਲਰ ਆਉਂਦਾ, ਪਹਿਲੀ ਗੱਲ ਤਾਂ ਭਾਈ ਕਾਲ ਨਾ ਚੱਕਿਆ ਕਰੋ, ਜਖਣਾ ਵੜਨਾ ਸਾਰੇ ਪ੍ਰੋਗਰਾਮ ਦੀ ਜੀ। ਇਹ ਇੱਕ ਨਹੀਂ ਆਉਂਦਾ ਪ੍ਰੋਗਰਾਮ ਦੇ, ਸਾਰਿਆਂ ਦੇ ਪ੍ਰੋਗਰਾਮ ਜੱਟ ਜੱਟ ਜੱਟ। ਇਹਦਾ ਮਰਿਆ ਨਹੀਂ, ਸਾਡੇ ਮਰੇ ਆ ਭਾਜੀ ਜੀ ਜੀ। ਮੈਂ ਜਦੋਂ ਬਾਹਰ ਨੂੰ ਆਉਣਾ ਸੀ, ਮੇਰੇ ਮਾਮੇ ਦਾ ਮੁੰਡਾ ਮਰਿਆ ਸੀ। ਸਿਰਫ ਕਿਉਂ ਮਾਰਿਆ ਗਿਆ? ਸਿਰਫ ਇੱਕ ਵਧੀਆ ਪਾਠ ਕਰਦਾ ਗੁਰਦੁਆਰਾ ਸਾਹਿਬ 'ਚ, ਉਹਨੂੰ ਸਵੇਰ ਨੂੰ ਤੇ ਸ਼ਾਮ ਨੂੰ ਲਾਉਂਦੇ ਸੀ ਜੀ। ਉਹਨੂੰ ਦੇਖ ਲਓ, ਪਹਿਲੋਂ ਤਾਂ ਉਹਨੂੰ ਖੂਹ ਤੇ ਮਾਰਿਆ, ਫੇਰ ਲੈ ਕੇ ਗਿਆ, ਉਹਦੀ ਖੋਪਰੀ ਲਾਤੀ ਸਿਰ ਦੀ ਜੀ। ਦੱਸੋ ਅਸੀਂ ਕਿੱਥੋਂ ਭੁੱਲ ਜਾਵਾਂਗੇ? ਇਹ ਬੁੱਚੜ ਹੈ ਤੇ ਇੰਡੀਆ ਦਾ ਬੁੱਚੜ ਹੈ। ਇਹਦਾ ਰੱਬ ਦਾ ਬਾਤ ਹੈ, ਇਹਦਾ ਨਾਂ ਕਰ ਸਕੇ ਕਰੋ। ਮੈਂ ਪੱਡੇ ਸਾਹਿਬ ਨੂੰ ਬਹੁਤ ਵਾਰੀ ਵਾਰੀ ਕਿਹਾ ਭਾਜੀ ਜੀ, ਏਦਾਂ ਹਰਾਮ ਦਾ ਬੰਦਾ ਮੈਂ ਜ਼ਿੰਦਗੀ ਨਹੀਂ ਦੇਖਣਾ ਭਾਜੀ। ਸੌਰੀ, ਏਦਾਂ ਦੀ ਸ਼ਬਦਾਵਲੀ ਨਾ ਵਰਤੋ ਜੀ, ਏਦਾਂ ਦੀ ਸ਼ਬਦਾਵਲੀ ਨਾ ਵਰਤੋ। ਥੈਂਕ ਯੂ। ਹਾਂਜੀ ਵੀਰ ਜੀ, ਸਵਾਗਤ ਹੈ ਜੀ। 6939। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਜਿਵੇਂ ਸੈਣੀ ਵਾਲਾ, ਜਿਵੇਂ ਭਾਈ ਮੈਨੂੰ ਏਦਾਂ ਲੱਗ ਰਿਹਾ, ਚਲੋ ਬਾਕੀ ਜਿਵੇਂ ਕੁਝ ਸਕਾਲਰ ਕਹਿ ਰਹੇ ਆ ਵੀ ਨਹੀਂ ਇਹਨੂੰ ਆਪਣਾ ਕੁਝ ਨਹੀਂ ਹੋਣਾ ਹੈਗਾ, ਭਾਈ ਮੈਨੂੰ ਲੱਗ ਰਿਹਾ ਭਾਈ ਇਹਨੂੰ ਵਰਤਣਗੇ ਨਾ ਉਹ। ਇਹਨਾਂ ਨੇ ਕੀ ਲੈਣਾ ਭਾਈ, ਸੈਣੀ ਤੋਂ ਸਾਰਾ ਕੁਝ ਕੰਮ ਕਰਾ ਰਿਹਾ ਪੋਲੀਟੀਸ਼ੀਅਨਾਂ ਨੇ, ਜੋ ਵੀ ਕਰਾਇਆ ਨਾ ਜੀ। ਤੇ ਜਿਹੜੀ ਅੱਗੇ ਇਲੈਕਸ਼ਨ ਆ ਰਹੀ ਆ ਭਾਈ, ਅੱਗੇ ਭਾਜਪਾ ਵੀ ਚਾਹੁੰਦੀ ਆ ਵੀ ਅਸੀਂ ਆਪਣੇ ਪੈਰ ਜਮਾਈਏ ਪੰਜਾਬ ਦੇ ਵਿੱਚ ਨਾ। ਇੱਧਰੋਂ ਕੈਪਟਨ ਸਾਹਿਬ ਦਾ ਵੀ ਕੋਈ ਇੰਨਾ ਕੋਈ ਇਹਨਾਂ ਨੇ ਕਾਰਾਗਰੀ ਤਾਂ ਕਸ਼ਮਾ ਤਾਂ ਕੀਤਾ ਨਹੀਂ ਪੰਜਾਬ 'ਚ, ਆਪਾਂ ਦੇਖਿਆ ਹੀ ਆ। ਕਿਉਂਕਿ ਸਿੱਧੂ ਸਾਹਿਬ ਵੀ ਜਿਵੇਂ ਹੁਣ ਕੱਲ ਪਰਸੋਂ ਆਏ ਸੀਗੇ, ਤੇ ਉਹ ਵੀ ਥੋੜਾ ਜਿਹਾ ਮੈਨੂੰ ਲੱਗ ਰਿਹਾ ਵੀ ਅੱਗੇ ਕੋਈ ਨਾ ਕੋਈ ਨਵੀਂ ਪਾਰਟੀ ਖੜੀ ਕਰ ਸਕਦੇ ਆ, ਜਾਂ ਮਤਲਬ ਅੱਗੇ ਕੋਈ ਚਲੋ ਭਾਜਪਾ 'ਚ ਜਾਂ ਕੋਈ ਆਮ ਆਦਮੀ 'ਚ ਮਤਲਬ ਵੱਡਾ ਚਿਹਰਾ ਮਤਲਬ ਹਨਾ ਬਣ ਕੇ ਆ ਸਕਦੇ ਆ ਨਾ। ਤੇ ਮੈਨੂੰ ਲੱਗਦਾ ਭਾਈ ਇਹਨੂੰ ਮਤਲਬ ਇਹਨੂੰ ਪਨਿਸ਼ ਕਰਕੇ ਸ਼ਾਇਦ ਅੱਗੇ ਵੋਟਾਂ ਲੈਣ ਦਾ ਕੋਈ ਇੰਤਜ਼ਾਮ ਹੋ ਰਿਹਾ ਮੇਰੇ ਹਿਸਾਬ ਨਾਲ। ਤੇ ਮਤਲਬ ਇਹ ਸਾਰਾ ਕੁਝ ਭਾਈ ਰਲ ਮਿਲ ਕੇ ਹੀ ਹੁੰਦਾ ਵੀ ਕੈਪਟਨ ਸਾਹਿਬ ਵੀ ਏਦਾਂ ਵੀ FIR ਵੀ ਸਿੱਧੀ ਕਰਾ ਸਕਦੇ ਆ ਨਾ। ਜਿਹੜੇ ਪਹਿਲਾਂ ਉਹਨਾਂ ਦੇ ਮੋਦੀ ਸਾਹਿਬ ਨੇ, ਕੋਈ ਦੇਖੋ ਤੁਹਾਡੇ ਸਾਹਮਣੇ ਆ ਵੀ ਇਹ ਮੋਦੀ ਦੇ ਖਿਲਾਫ ਤਾਂ ਜਾ ਨਹੀਂ ਸਕਦੇ ਹੈਗੇ ਨਾ ਜੀ। ਕੈਪਟਨ ਸਾਹਿਬ ਵੀ ਮੈਨੂੰ ਲੱਗਦਾ ਵਰਤਣਗੇ ਭਾਈ ਇਹਨੂੰ ਨਾ, ਜਿਵੇਂ ਉਹ ਨੰਗਲ ਵੀ ਜਿਹੜਾ ਸੀਗਾ ਭਾਈ, ਉਹ ਵੀ ਸ਼ਾਲੇ ਅੰਦਰ ਹੀ ਆ ਕਹਿੰਦੇ ਨਾ। ਉਹਦੇ ਹਾਲੇ ਨਿਹਾਲ ਸਿੰਘ ਨੰਗਲ ਸ਼ਾਇਦ ਕੁਛ ਏਦਾਂ ਨਾਮ ਸੀ ਹਨਾ, ਆਈ ਡੋਂਟ ਨੋ ਕੀ ਨਾਮ ਸੀਗਾ ਜੀ, ਜਿਹਨੇ ਬਗਰਾੜੀ ਦੇ ਵਿੱਚ ਨਾ ਗੋਲੀ ਮਤਲਬ ਸੀਗਾ ਮੌਕੇ ਤੇ ਮਤਲਬ ਮੇਰੇ ਹਿਸਾਬ ਨਾਲ ਵਰਤਣਗੇ ਭਾਈ। ਬਾਕੀ ਮੈਂ ਸੈਣੀ ਸਾਹਿਬ ਨਾਲ ਪੁੱਛਦਾ ਆਪਣਾ ਢਿੱਲੋਂ ਸਾਹਿਬ ਤੋਂ ਦੇ ਵਿਚਾਰ ਲੈਣ ਜੀ। ਜੀ ਬਿਲਕੁਲ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਮੈਂ ਆਹੀ ਤਾਂ ਚੀਜ਼ ਹੈ ਜਿਹੜੀ ਵੀਰ ਜੀ ਨੇ ਪੜ੍ਹੀ ਹੈ ਜੀ। ਸਟੇਟ ਬੜੀ ਚੀਜ਼ ਹੁੰਦੀ ਹੈ, ਲੋਕਾਂ ਦਾ ਧਿਆਨ ਲਾਂਭੇ ਕਰਨ ਵਾਸਤੇ ਸਟੇਟ ਇਸ ਕਿਸਮ ਦੀਆਂ ਖੇਡਾਂ ਖੇਡਦੀ ਰਹਿੰਦੀ ਹੈ ਜੀ। ਹੁਣ ਕਰੋਨਾ ਤੋਂ ਬਾਅਦ ਆਰਥਿਕ ਸੰਕਟ ਕਿੱਡਾ ਵੱਡਾ ਹੋਣਾ ਹੈ, ਲੋਕਾਂ ਨੂੰ ਲਾਲੇ ਪਏ ਹੋਣਗੇ। ਉਹਦੇ ਵਿੱਚੋਂ ਨਵੀਂ ਗੱਲ ਆ ਜਾਂਦੀ ਹੈ, ਜਿਵੇਂ ਕਾਂਡੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਦੱਸੋ ਜੀ ਖੋਜ ਕਰੋ। ਖੋਜ ਕਰਨ ਨੂੰ ਹੁੰਦਾ, ਮੈਂ ਜਾਂ ਕੋਈ ਵੀ ਪੱਤਰਕਾਰ ਜਿਹੜਾ ਹੁੰਦਾ ਉਹ ਪੁੱਛਾਂ ਦੇਣ ਵਾਲਾ ਪਾਂਡਾ ਤਾਂ ਹੁੰਦਾ ਨਹੀਂ ਕਿ ਜੀ ਉਹ ਪੁੱਛਾਂ ਕਣ ਪਾ ਦਿਓ ਤੇ ਉਹ ਦੱਸ ਦੂਗਾ। ਆਹ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਹੈ। ਇਹ ਆਮ ਤੌਰ ਦੇ ਉੱਤੇ ਜਦੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਹੁੰਦਾ, ਕੁਛ ਨਾ ਕੁਛ ਕੀਤਾ ਜਾਂਦਾ ਹੈ। ਪਾਸੇ ਆਸੇ ਇਹੋ ਜਿਹੇ ਕੇਸ ਵੀ ਰਜਿਸਟਰ ਹੋ ਜਾਂਦੇ ਹੈ। ਜੇ ਕਿਸੇ ਬੰਦੇ ਨੂੰ ਸਜ਼ਾ ਵੀ ਹੋ ਜੂਗੀ ਤਾਂ ਉਹਦੇ ਨਾਲ ਕੀ ਹੈ, ਠੀਕ ਹੈ। ਜਿਹੜਾ ਚੱਲਿਆ ਹੋਇਆ ਕਾਰਤੂਸ ਰਿਟਾਇਰਡ ਹੋਇਆ ਅਫਸਰ, ਉਹ ਇੱਕ ਬਰਾਬਰ ਹੁੰਦੇ, ਉਹਦੀ ਕੋਈ ਕੀਮਤ ਨਹੀਂ ਹੁੰਦੀ।
ਬਹੁਤ ਕੁਝ ਵਰਤ ਲਿਆ, ਕਰ ਲਿਆ, ਕਰਾ ਲਿਆ, ਬਾਅਦ ਦੇ ਵਿੱਚ ਅਗਲੇ ਕਹਿੰਦੇ ਜੇ ਲਾ ਦਿਓ ਚਲੋ 2 ਸਾਲ ਅੰਦਰ ਲਾ ਆਊਗਾ ਤਾਂ ਕੀ ਫਰਕ ਪੈਂਦਾ ਹੈ। ਉਹਨਾਂ ਨੂੰ ਵੀ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਭਾਈ, ਤੁਹਾਡੇ ਅਸੀਂ ਜਿਹੜਾ ਹੈਗਾ ਪਿਛਲਾ ਸੰਭਾਲ ਲਾਂਗੇ। ਪਹਿਲੀ ਗੱਲ ਤਾਂ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੁੰਦੀ, ਆਰਥਿਕ ਸਮੱਸਿਆ ਦਾ ਕੋਈ ਨਹੀਂ ਹੁੰਦੀ, ਪਤਾ ਨਹੀਂ ਕਿੰਨੀ ਕੁ ਦੌਲਤ ਹੁੰਦੀ ਹੈ, ਉਹ ਉਹਦੇ ਨਾਲ ਚੱਲ ਜਾਂਦਾ ਉਹਨਾਂ ਦਾ ਸਾਰਾ ਕੁਝ। ਵੈਸੇ ਵੀ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਵੀ ਆ, ਪੰਜਾਬ ਪੁਲਿਸ ਦੇ ਅਫੀਸਰ ਵੀ ਹੈ ਤੇ ਕਰਮਚਾਰੀ ਵੀ ਹੈ, ਭਾਵੇਂ ਉਹ ਜੇਲ੍ਹਾਂ ਦੇ ਵਿੱਚ ਅੰਦਰ ਬੰਦ ਹੈ, ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਲੇਕਿਨ ਪੁਲਿਸ ਨੇ ਕਾਰ ਦਾ ਪ੍ਰਬੰਧ ਕੀਤਾ ਹੋਇਆ ਹੈ। ਇੱਕ ਪੁਲਿਸ ਵੈਲਫੇਅਰ ਫੰਡ ਹੁੰਦਾ, ਉਸ ਫੰਡ ਦੇ ਵਿੱਚੋਂ ਜੇਲ੍ਹਾਂ 'ਚ ਬੈਠੇ ਬੰਦਿਆਂ ਨੂੰ ਵੀ ਖਰਚਾ ਪਾਣੀ ਦਿੱਤਾ ਜਾਂਦਾ ਹੈ। ਮੁਕੰਮਲ ਤਨਖਾਹ ਭਾਵੇਂ ਨਹੀਂ ਦਿੱਤੀ ਜਾਂਦੀ, ਪਰ ਉਹਨਾਂ ਨੂੰ ਭੱਤੇ ਦੇ ਰੂਪ ਦੇ ਵਿੱਚ ਕੁਛ ਨਾ ਕੁਛ ਪੈਸਾ ਦਿੱਤਾ ਜਾਂਦਾ ਰੈਂਕਾਂ ਦੇ ਮੁਤਾਬਕ, ਇਹਨੂੰ ਇੰਨਾ ਪੈਸਾ ਦੇਣਾ, ਇਹਨੂੰ ਇੰਨਾ ਪੈਸਾ ਦੇਣਾ। ਠੀਕ ਹੈ, ਸਾਰਾ ਕੁਛ ਹੈ, ਬੰਦੇ ਦਾ ਉਹ ਵੀ ਕਰਦੇ ਆ, ਲੇਕਿਨ ਇਸਤੇਮਾਲ ਵੀ ਕਰਦੇ ਹੁੰਦੇ ਆ ਬੰਦਿਆਂ ਨੂੰ। ਕਈ ਵਾਰੀ ਕੁਰਬਾਨੀ ਵੀ ਦਿੱਤੀ ਜਾਂਦੀ ਹੁੰਦੀ ਹੈ ਕਿ ਜੇ ਤੁਸੀਂ ਕਾਵਾਂ ਨੂੰ ਆਪਣੇ ਘਰ ਤੋਂ ਜਾਂ ਆਪਣੇ ਖੇਤ ਦੇ ਵਿੱਚੋਂ ਉਡਾਉਣਾ ਹੋਵੇ, ਇੱਕ ਕਾਂ ਨੂੰ ਮਾਰ ਕੇ ਟੰਗ ਦਿੰਦੇ ਆ ਤੇ ਉਹਦਾ ਅਸਰ ਸਾਰਿਆਂ ਤੇ ਪੈਂਦਾ ਹੈ। ਕੋਈ ਇਸ ਤਰ੍ਹਾਂ ਹੋ ਜਾਂਦਾ ਹੁੰਦਾ ਹੈ ਜੀ। ਬਿਲਕੁਲ ਜੀ, ਆਪਣੇ ਨਾਲ WhatsApp ਤੇ ਜੁੜੇ। ਹਾਂਜੀ 2929 ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਸੁਖਵਿੰਦਰ ਸਿੰਘ ਤੇ ਢਿੱਲੋਂ ਵੀਰ ਜੀ ਨੂੰ, ਮੈਂ ਦਲਵੀਰ ਸਿੰਘ ਬੋਲਦਾ ਜੀ। ਜੀ ਸਤਿ ਸ਼੍ਰੀ ਅਕਾਲ ਭਾਈ ਦਲਵੀਰ ਸਿੰਘ ਜੀ, ਸਵਾਗਤ ਹੈ ਜੀ। ਮੈਂ ਬੜੇ ਚਿਰ ਦਾ ਲਾਉਣਾ ਜੀ ਡਾਇਰੈਕਟ, ਤੇ ਬਹੁਤ ਅੱਜ ਬਿਜੀ ਚੱਲ ਰਿਹਾ ਜੀ ਤੁਹਾਡਾ ਡਾਇਰੈਕਟ ਜਿਹੜਾ 405-002 ਵਾਲਾ ਵੀ ਤੇ BTN 24 ਵਾਲਾ ਵੀ ਜਿਹੜਾ ਨੰਬਰ ਹੈ ਉਹ ਵੀ ਸਿੱਧਾ ਮੈਸੇਜ ਤੇ ਜਾਂਦਾ, ਪਤਾ ਨਹੀਂ ਜਾਂ ਨਹੀਂ ਸਾਰੀਆਂ ਲਾਈਨਾਂ ਬਿਜੀ ਆ ਜੀ। ਤੇ ਤੁਸੀਂ ਰਿਪੀਟ ਕਰਦਿਆ ਕਰੋ ਵੀ ਸਾਰੀਆਂ ਲਾਈਨਾਂ ਤੇ ਵੀ ਉਹਨਾਂ ਤੇ ਵੀ ਨੰਬਰ BTN 24 ਤੇ ਉਹਨਾਂ ਤੇ ਵੀ ਡਾਇਲ ਕਰ ਸਕਦੇ ਆ ਜੀ। ਬਿਲਕੁਲ ਜੀ, ਅੱਜ ਜਿਹੜਾ ਮੁੱਦਾ ਚੱਲ ਰਿਹਾ ਸੁਖਵਿੰਦਰ ਢਿੱਲੋਂ ਵੀ ਡਿਟੇਲ ਦੱਸਿਆ ਬਾਦਲ ਪਰਿਵਾਰ ਬਾਰੇ ਵੀ, ਵਾਕਿਆ ਬਿਲਕੁਲ ਜਿਹੜੀਆਂ ਹਿੰਦੁਸਤਾਨ ਦੀਆਂ ਏਜੰਸੀਆਂ ਹਰੇਕ ਮਗਰ ਕੰਮ ਕਰਾਉਣ ਲਈ ਉਹ ਹੁੰਦੀਆਂ ਨੇ ਤੇ ਮੋਹਰੇ ਦੇ ਤੌਰ ਤੇ ਲੋਕਾਂ ਨੂੰ ਵਰਤਿਆ ਜਾਂਦਾ। ਉਹਦੇ ਵਿੱਚ ਜਿਹੜਾ ਬਾਦਲ ਪਰਿਵਾਰ ਲਾ ਲਓ ਤੁਸੀਂ, ਤੇ ਚਾਹੇ ਟੋੜੇ ਨੂੰ ਲਾ ਲਓ, ਇਹ ਮੀਟਿੰਗਾਂ ਹੀ ਕਰਦੇ ਰਹੇ ਆ, ਚਾਹੇ ਲੌਂਗੋਵਾਲ ਨੂੰ ਵੀ ਲਾ ਲਓ, ਜਾ ਕੇ ਰਾਜੀਵ ਸਮਝੌਤਾ ਵੀ ਹੋਇਆ ਸੀਗਾ ਜੀ, ਤੇ ਸਾਨੂੰ ਸਾਰਾ ਕੁਝ ਹੀ ਪਤਾ ਕੀ ਹੋਇਆ ਜੀ। ਤੇ ਚਾਹੇ ਕਾਂਗਰਸ ਲਾ ਲਓ, ਕਾਂਗਰਸ ਤਾਂ ਸੀਗੀ ਪਹਿਲੋਂ ਸਿੱਖ ਮੰਨਦੀ ਹੈ ਵੀ ਇਹਨੂੰ ਇਹ ਸਾਡੀ ਦੁਸ਼ਮਣ ਪਾਰਟੀ ਹੈ ਜੀ। ਉਹ ਕਿਉਂਕਿ ਜੋ ਘਾਣ ਹੋਇਆ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੇ ਸਮੇਂ ਤੇ ਮੈਂ ਇੱਥੇ ਜ਼ਰੂਰ ਕਹਾਂਗਾ ਜੀ, ਜੋ ਮਰਜ਼ੀ ਤੁਸੀਂ ਕਹਿ ਲਓ ਵੀ ਅਦਾਲਤਾਂ ਚੋਂ ਇਨਸਾਫ ਮਿਲਦਾ ਆ। ਸਾਡੇ ਵਾਸਤੇ ਘੱਟ ਗਿਣਤੀਆਂ ਵਾਸਤੇ ਅਦਾਲਤਾਂ ਚੋਂ ਵੀ ਇਨਸਾਫ ਬਹੁਤ ਔਖਾ ਮਿਲਦਾ ਜੀ। ਲੋਕ ਇਨਸਾਫ ਲੈਂਦੇ ਇਸ ਦੁਨੀਆ ਤੋਂ ਚੱਲ ਗਏ, ਪਰ ਡਿਸੀਜਨ ਨਹੀਂ ਆਏ ਕੋਈ ਵੀ ਉਹਨਾਂ ਕੇਸਾਂ। ਬਿਲਕੁਲ ਜੀ, ਉਹਦੇ ਵਿੱਚ ਇੱਕ ਤਰਨ ਦਾ ਹਿੰਦੂ ਬਾਪ ਵੀ ਸੀ, ਉਹਦੇ ਬੇਟੇ ਨੂੰ ਚੱਕ ਕੇ ਮਾਰਿਆ ਸੀ ਜੀ ਝੂਠੇ ਮੁਕਾਬਲੇ ਦੇ ਵਿੱਚ, ਤੇ ਉਹ ਵਿਚਾਰਾ ਤਰੀਕਾਂ ਭੁਗਤਦਾ ਆਪ ਮੁੱਕ ਗਿਆ। ਤੇ ਪਰ ਕੋਰਟ ਨੇ, ਅਦਾਲਤਾਂ ਨੇ ਜਿਹੜੀਆਂ ਹਿੰਦੁਸਤਾਨ ਦੀਆਂ, ਉਹਨਾਂ ਨੇ ਉਹਨੂੰ ਇਨਸਾਫ ਨਹੀਂ ਦਿੱਤਾ। ਬਿਲਕੁਲ ਜੀ, ਮੈਂ ਅੱਖੀਂ ਦੇਖਿਆ ਤੇ ਸਰੀਰ ਤੇ ਹਟਾਇਆ ਜੀ। ਗੁਰਦੇਵ ਸਿੰਘ ਦੇਪੂ ਨੂੰ ਤਸੀਹੇ ਦੇ ਕੇ ਸਵਰਨ ਘੋਟਣੇ ਨੇ, ਵਾਲ ਕੇ ਅੱਖਾਂ ਕੱਢ ਕੇ ਉਹਦੇ ਨੌ ਕੱਢ ਕੇ ਜ਼ਬੂਰ ਨਾਲ ਸ਼ਹੀਦ ਕੀਤਾ ਗਿਆ। ਕੀ ਉਹ ਕੋਰਟਾਂ ਨੂੰ ਦੱਸਦਾ? ਤੁਹਾਡੀ ਆਵਾਜ਼ ਘਟ ਗਈ ਜੀ, ਮਾੜਾ ਚੈੱਕ ਕਰਿਓ ਜੀ। ਹਾਂਜੀ, ਆਵਾਜ਼ ਆ ਗਈ ਜੀ ਹੁਣ? ਨਹੀਂ, ਘਾਟਾ ਬਹੁਤ ਜ਼ਿਆਦਾ ਘੱਟ ਹੈ ਜੀ। ਉਹ ਵਿੱਚ ਹਾਂਜੀ ਬਿਲਕੁਲ ਸਹੀ, ਹਾਂਜੀ ਬਿਲਕੁਲ ਹਾਂਜੀ ਸਹੀ ਹੈ ਹੁਣ। ਤੇ ਮੈਂ ਗੱਲ ਕਰਦਾ ਵੀ ਕੀ ਉਹ ਅਦਾਲਤਾਂ ਨੂੰ ਦਿੰਦਾ ਨਹੀਂ ਸੀਗਾ ਵੀ ਉਹਨੂੰ ਵਾਲ ਕੇ ਕੀ ਕੋਈ ਇਹੋ ਜਿਹਾ ਕਾਨੂੰਨ ਹੈ ਕਹਿੰਦਾ ਆ ਵੀ ਤੁਸੀਂ ਬਗੈਰ ਕਿਸੇ ਦਾ ਕੋਰਟ ਦੇ ਵਿੱਚੋਂ ਲਿਆਣ ਰਿਮਾਂਡ ਤੇ ਤੁਸੀਂ ਉਸ ਬੰਦੇ ਨੂੰ ਮਹੀਨਾ ਰੱਖੋ ਥਾਣਿਆਂ ਦੇ ਵਿੱਚ, ਕਰੋ ਵੀ ਜੇ ਮਰ ਜਾਂਦੇ ਆ ਤੇ ਜਦੋਂ ਮਰ ਜਾਂਦੇ ਫਿਰ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਆ ਜੀ ਇਹ ਦਰਿਆਵਾਂ 'ਚ ਸੁੱਟ ਦਿੰਦੇ ਆ ਜੀ, ਇਹ ਭੱਜ ਗਏ ਆ। ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ ਵੀ ਜੋ ਮਲਤਾਨੀ ਬਾਰੇ ਵੀ ਹੋਇਆ ਆ ਜੀ। ਤੇ ਜਿਹੜਾ ਸਮੈਦ ਸੈਣੀ ਆ, ਜਿਸ ਟਾਈਮ ਤੇ ਇਹ ਕਾਂਗਰਸ ਸਰਕਾਰ ਸੀ ਉਸ ਟਾਈਮ ਤੇ ਇਹਨੇ ਇੱਕ ਵਕੀਲ ਸੀ ਕੁਲਵੰਤ ਸਿੰਘ ਤੇ ਉਹਦੀ ਵਾਈਫ ਨੂੰ 2 ਸਾਲ ਦੇ ਬੱਚੇ ਨੂੰ ਉਛਾਲ ਕੇ ਗੋਲੀ ਮਾਰੀ ਸੀ। ਜਟਾਣੇ ਪਰਿਵਾਰ ਨੂੰ ਘਰ ਚੱਕ ਲਾ ਕੇ ਜੀਂਦਿਆਂ ਸਾੜਿਆ ਗਿਆ ਸੀਗਾ ਜੀ। ਉਦੋਂ ਮੈਂ ਪੁੱਛਦਾ ਅਦਾਲਤਾਂ ਵੀ ਕਿੱਥੇ ਸੀਗੀਆਂ? ਅਦਾਲਤਾਂ ਨੂੰ ਇਹ ਦਿੰਦਾ ਨਹੀਂ ਸੀ? ਤੁਸੀਂ ਸੋਚਦੇ ਹੋ ਜੋ ਵੀ ਅਦਾਲਤਾਂ ਨੇ, ਜੋ ਵੀ ਸਿਸਟਮ ਆ, ਇਹ ਸਾਰਾ ਇੰਡੀਅਨ ਏਜੰਸੀਆਂ ਦੇ ਥੱਲੇ ਆ। ਜਦੋਂ ਇੰਡੀਅਨ ਏਜੰਸੀ ਚਾਹੂਗੀ ਬੰਦੇ ਨੂੰ ਵਰਤ ਕੇ ਵੀ ਹੁਣ ਅਸੀਂ ਇਸ ਕੇਸ ਨੂੰ ਕਰਨਾ ਆ, ਇਵੇਂ ਹੀ ਸਮਿਰ ਸੈਣੀ ਦਾ ਹੋਇਆ ਜੀ। ਇਹਨੇ ਬੜਾ ਜ਼ੁਲਮ ਕੀਤਾ ਕਾਂਗਰਸ ਟਾਈਮ ਵੀ, ਤੇ ਜੇ ਅਸੀਂ ਬਾਦਲ ਨੂੰ ਕਹੀਏ ਪੰਥਕ ਸਰਕਾਰ ਸੀ, ਉਸੇ ਹੀ ਮੋਹਰੇ ਨੂੰ ਸਮਿਰ ਸੈਣੀ ਨੂੰ ਇਹਨਾਂ ਨੇ ਮੋਹਰੇ ਲਿਆਂਦਾ ਵਰਤਿਆ ਜੀ। ਕਿਉਂਕਿ ਇਹ ਸਾਰੀਆਂ, ਚਾਹੇ ਬਾਦਲ ਅਕਾਲੀ ਦਲ ਆ ਚਾਹੇ ਕਾਂਗਰਸ ਸੀਗੀ, ਇਹ ਸਾਰੀਆਂ ਏਜੰਸੀਆਂ ਦੇ ਮੋਹਰੇ ਸੀ ਜੀ। ਇਹ ਸਾਰੇ ਸਾਡੇ ਤੇ ਤਸ਼ੱਦਦ ਕਰਨ ਵਾਸਤੇ ਜੀ। ਉਹ ਸਾਡੀ ਤਰਾਸਦੀ ਆ ਸੁਖਵਿੰਦਰ ਸਿੰਘ ਕਿ ਅਸੀਂ ਵਾਰ-ਵਾਰ ਵੋਟਾਂ ਪਾ ਕੇ ਅੰਨੀ ਨੇਰੀ ਜੀ, ਹਾਂਜੀ ਅਸੀਂ ਤੱਕੜੀ ਤੇ ਮੋਹਰ ਲਾਉਣੀ ਆ। ਇਹ ਪੰਥਕ ਦੀ ਤੱਕੜੀ, ਕਾਹਦੀ ਪੰਥ ਦੀ ਤੱਕੜੀ?
ਸਾਰੀ ਕੌਮ ਨੂੰ ਇਹਨਾਂ ਰੋਲ ਕੇ ਰੱਖ ਦਿੱਤਾ, ਜਵਾਨੀ ਨੂੰ ਇਹਨਾਂ ਰੋਲ ਕੇ ਰੱਖ ਦਿੱਤਾ। ਇੱਕ ਸਾਡਾ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰਤਾ, ਦੂਜੀ ਪੀੜ੍ਹੀ ਨਸ਼ਿਆਂ 'ਚ ਗਰਕਾਨ ਕਰ ਦਿੱਤੀ, ਤੀਜੀ ਪੀੜ੍ਹੀ ਉੱਥੋਂ ਇਸ ਵੇਲੇ ਕਰਕੇ ਇੱਥੇ ਆ ਰਹੀ ਆ। ਸਾਡੀ ਤਾਂ ਮਜਬੂਰੀ ਸੀ ਸੁਖਵਿੰਦਰ ਸਿੰਘ, ਅਸੀਂ ਟੌਰਚਰ ਝੱਲਿਆ ਤੇ ਅਸੀਂ ਉਸ ਹਨੇਰੀ ਦੇ ਵਿੱਚੋਂ ਆਏ ਸੀਗੇ, ਆਪਣੀ ਜਾਨ ਬਚਾਈ ਆ, ਕਿਉਂਕਿ ਬੇਕਸੂਰ ਉੱਥੇ ਕਿਸੇ ਨੂੰ ਨਹੀਂ ਦੇਖਿਆ ਜਾਂਦਾ ਸੀ। ਉਸ ਟਾਈਮ ਤੇ ਇਹੋ ਜਿਹੇ ਹਾਲਾਤ ਸੀ ਵੀ ਸਵੇਰ ਨੂੰ ਜੇ ਕੋਈ ਗਿਆ ਬੰਦਾ ਸ਼ਾਮ ਨੂੰ ਘਰ ਵਾਪਸ ਆਊਗਾ ਕਿ ਨਹੀਂ ਆਊਗਾ ਕੋਈ ਉਮੀਦ ਨਹੀਂ ਸੀ ਹੁੰਦੀ। ਉਹ ਹਾਲਾਤ ਦੇਖੇ ਆ। ਜਿਹੜੇ ਲੋਕ ਉਦਾਂ ਹੀ ਗੱਲਾਂ ਕਰਦੇ ਆ, ਹਾਂ ਕੁਛ ਜਿਹੜੇ ਹਿੰਦੂ ਜਿਹੜੇ ਬੱਸਾਂ ਦੇ ਵਿੱਚੋਂ ਲਾ ਜਾਂ ਭਈਏ ਮਾਰੇ ਆ, ਉਹ ਖਾੜਕੂਆਂ ਦੀ ਝੋਲੀ 'ਚ ਪਾ ਜ਼ਰੂਰ ਦਿੱਤੇ ਗਏ, ਪਰ ਉਹ ਸਾਰਾ ਏਜੰਸੀਆਂ ਦਾ ਕੰਮ ਸੀਗਾ। ਖਾੜਕੂਆਂ ਨੂੰ ਬਦਨਾਮ ਕਰਨ ਵਾਸਤੇ। ਹੋ ਸਕਦਾ ਜਦੋਂ ਕੋਈ ਮੂਵਮੈਂਟ ਚੱਲਦੀ ਹਥਿਆਰ ਚੱਕਿਆ ਕੋਈ ਕੰਮ ਥੋੜਾ ਸ਼ਾਰਟ ਚ ਰੱਖਿਓ। ਮੈਂ ਗੱਲ ਕਰਿਆ ਵੀ ਲੋਕ ਜਿਹੜੇ ਕਹਿੰਦੇ ਜੀ ਉਹ ਗਲਤ ਹੋਇਆ, ਇਹ ਏਜੰਸੀਆਂ ਢਿੱਲੋਂ ਵੀ ਬਿਲਕੁਲ ਸਹੀ ਕਹਿ ਰਿਹਾ ਜੀ, ਏਜੰਸੀਆਂ ਦੇ ਕੰਮ ਸੀਗੇ। ਤੇ ਅਦਾਲਤਾਂ ਵੀ ਮੌਕੇ ਤੇ ਬੋਲਦੀਆਂ ਨਹੀਂ ਹੈਗੀਆਂ, ਅਦਾਲਤਾਂ ਬੋਲਦੀਆਂ ਈਦ ਮਗਰੋਂ ਤੰਬਾ ਫੂਕੇ ਦਾ ਕੀ ਫਾਇਦਾ। ਮੈਂ ਢਿੱਲੋਂ ਵੀ ਤੋਂ ਜ਼ਰੂਰ ਇਹਦੇ ਓਪੀਨੀਅਨ ਲੈਣਾ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਮੈਂ ਤਾਂ ਪਹਿਲੇ ਕਹਿ ਚੁੱਕਿਆ ਕਿ ਕਰੈਕਟਰ ਜਿਹੜਾ ਹੈਗਾ ਉਹ ਸਟੇਟ ਦਾ ਕਰੈਕਟਰ ਹੈ, ਉਹਨੂੰ ਦੇਖਣ ਦੀ ਲੋੜ ਹੁੰਦੀ ਹੈ। ਇਹ ਸਾਰਾ ਕੁਛ ਇਹ ਵੀ ਏਜੰਸੀਆਂ ਵੀ ਤਾਂ ਉਸੇ ਤੋਂ ਹੀ ਹੈ। ਏਜੰਸੀਆਂ ਵਾਲੇ ਹੁਣ ਆਪਾਂ ਨੂੰ ਕਿਹਨੂੰ ਨਹੀਂ ਪਤਾ। ਅਜੀਤ ਡੋਵਾਲ ਆਪਰੇਸ਼ਨ ਬਲੈਕ ਥੰਡਰ ਵੇਲੇ ਕਿੱਥੇ ਹੁੰਦਾ ਸੀ? ਸਾਡੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਹੀ ਹੁੰਦਾ ਸੀ। ਉਹ ਉੱਥੇ ਕੀ ਕਰਦਾ ਸੀ? ਸੈਂਟਰਲ ਏਜੰਸੀਆਂ ਦਾ ਬੰਦਾ ਕੀ ਕਰਦਾ? ਸਾਡੇ ਬੰਦਿਆਂ ਨੂੰ ਤਾਂ ਆਪ ਨੂੰ ਪਤਾ ਹੀ ਨਹੀਂ ਲੱਗਿਆ ਜਿਹੜੇ ਸੀਗੇ ਖਾੜਕੂ ਤੇ ਵਾਲੇ, ਇਹ ਬੰਦਾ ਕੌਣ ਹੈ? ਤਾਂ ਇਹ ਸਮਝੀ ਜਾਂਦੇ ਸੀ ਕਿ ਪਾਕਿਸਤਾਨ ਦੀ ਆਰਮੀ ਦਾ ਮੇਜਰ ਹੈ, ISI ਨੇ ਭੇਜਿਆ ਸਾਡੀ ਮਦਦ ਵਾਸਤੇ। ਇਹ ਬੜਾ ਕੁਛ ਹੁੰਦਾ ਹੈ। ਬਿਲਕੁਲ ਜੀ, ਬਿਲਕੁਲ। ਹਾਂਜੀ 0190 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਾਹਿਬ। ਹਾਂਜੀ, ਜਿਹੜੀ ਸੁਮੇਲ ਸੈਣੀ ਦੀ ਗੱਲ ਹੋ ਰਹੀ, ਦੇਖੋ ਜੇ ਅਸੀਂ ਕਾਨੂੰਨੀ ਨੁਕਤੇ ਉੱਪਰ ਚੱਲੀਏ ਜੀ, ਦੇਖੋ ਸੁਮੇਲ ਸੈਣੀ ਦੇ ਅਗੇਂਸਟ ਕੇਸ ਤਾਂ ਬੜਾ ਸਟਰੋਂਗ ਹੈ। ਇਹਨਾਂ ਨੇ ਉਹਨਾਂ ਮੁਲਤਾਨੀ ਸਾਹਿਬ ਦੀ ਗ੍ਰਿਫਤਾਰੀ ਦਿਖਾਈ ਹੈ, ਉਹਦੇ ਬਾਰੇ ਦਿਖਾਉਂਦੇ ਨੇ ਵੀ ਉਹ escape ਹੋ ਗਿਆ। ਜੇ ਬਈ escape ਹੋ ਗਿਆ ਤੇ ਹਜੇ ਤੱਕ ਆਇਆ ਨਹੀਂ, ਕਿੱਥੇ ਹੈ? ਇਹਦਾ ਮਤਲਬ ਪੂਰੀ ਜਿਹੜੀ ਜ਼ਿੰਮੇਵਾਰੀ ਪੁਲਿਸ ਦੀ ਸੀ ਉਹਨੂੰ ਪੇਸ਼ ਕਰਨ ਦੀ ਜੀ, ਤੇ ਇਹਦੇ ਵਿੱਚ ਪੂਰੀ ਇਨਵੋਲਵਮੈਂਟ ਪੁਲਿਸ ਦੀ ਹੈ। ਜੋ ਕੁਛ ਉਹਦੇ ਨਾਲ ਹੋਇਆ, ਜਿਹਦੀ ਟੈਕਨੀਕਲ ਤੌਰ ਤੇ ਵੀ ਦੇਖਿਆ ਜਾਵੇ, ਕਾਨੂੰਨੀ ਤੌਰ ਤੇ ਵੀ ਦੇਖਿਆ ਜਾਵੇ, ਉਹਨਾਂ ਦੇ ਅਗੇਂਸਟ ਕੇਸ ਬੜਾ ਸਟਰੋਂਗ ਹੈ ਜੀ। ਬਾਕੀ ਇਹ ਗੱਲ ਆਉਂਦੀ ਹੈ, ਡਿਪੈਂਡ ਕਰਦੀ ਹੈ ਸਰਕਾਰਾਂ ਦੇ ਉੱਪਰ, ਸਰਕਾਰਾਂ ਦੀ ਨੀਅਤ ਕਿਸ ਤਰ੍ਹਾਂ ਹੈ। ਕੀ ਸਰਕਾਰਾਂ ਕੇਸ ਚਲਾਉਣਾ ਚਾਹੁੰਦੀਆਂ ਨੇ, ਕੀ ਬਸ ਇਹਨੂੰ ਠੰਡੇ ਵਸਤੇ ਪਾਉਣਾ ਚਾਹੁੰਦੀਆਂ ਨੇ? ਇਹ ਸਾਰਾ ਕੁਝ ਦਾਰੋ ਮਦਾਰ ਸਰਕਾਰਾਂ ਦੇ ਉੱਪਰ ਹੈ। ਜਦੋਂ ਸਰਕਾਰਾਂ ਹੀ ਕੁਝ ਕਰਨਗੀਆਂ ਫਿਰ ਹੀ ਅਦਾਲਤਾਂ 'ਚ ਕੇਸ ਜਾਂਦੇ ਨੇ ਤੇ ਉਹਨਾਂ ਦੇ ਨਿਪਟਾਰੇ ਹੁੰਦੇ ਨੇ। ਜੇ ਸਰਕਾਰਾਂ ਹੀ ਇਮਾਨਦਾਰੀ ਨਹੀਂ ਹੈ ਤਾਂ ਫਿਰ ਕੇਸ ਕਿੱਥੇ ਚੱਲਣੇ ਤੇ ਕਿੱਥੇ ਕਿਸੇ ਨੂੰ ਨਿਆਂ ਮਿਲਣਾ? ਤੇ ਇਸ ਕਰਕੇ ਵੱਡੀ ਗੱਲ ਇਹ ਹੈ ਜੋ ਉਹਨਾਂ ਨੇ ਕੀਤਾ, ਇਹ ਸਾਰੇ ਉਹਨਾਂ ਦੇ ਉੱਪਰ ਕੇਸ ਤਾਂ ਬੰਦਾ ਹੈ। ਉਹਨਾਂ ਨੂੰ ਅੱਜ ਇੰਟਰਨਲ ਬੇਲ ਵੀ ਨਹੀਂ ਮਿਲੀ ਹੈ, ਜੋ ਸੁਣ ਚ ਆਇਆ, ਨਹੀਂ ਮਿਲੇਗੀ, ਜ਼ਮਾਨਤ ਵੀ ਨਹੀਂ ਮਿਲੇਗੀ। ਪਰ ਜੇਕਰ ਸਰਕਾਰ ਇਸ ਤੇ ਸਟਰਡੀ ਹੋ ਕੇ ਇਮਾਨਦਾਰੀ ਨਾਲ ਚੱਲੇ ਤਾਂ ਕੇਸ ਦੇ ਉੱਤੇ ਕੋਈ ਨਿਪਟਾਰਾ ਕੀਤਾ ਜਾਵੇ ਤਾਂ ਜਿਨ੍ਹਾਂ ਲੋਕਾਂ ਦੇ ਨਾਲ ਅਨਿਆਂ ਹੋਇਆ, ਇਨਜਸਟਿਸ ਹੋਇਆ, ਉਹਨਾਂ ਲੋਕਾਂ ਨੂੰ ਵੀ ਇੱਕ ਸਕੂਨ ਮਿਲੇਗਾ ਵੀ ਇੱਕ ਅਪਰਾਧੀ ਨੂੰ ਜਾਂ ਇੱਕ ਦੋਸ਼ੀ ਨੂੰ ਸਜ਼ਾ ਮਿਲੀ ਹੈ। ਮੇਰਾ ਕਹਿਣ ਦਾ ਮਤਲਬ ਇਹ ਸੀ। ਦੂਜੀ, ਅਸੀਂ ਕਰੀਏ ਆਮ ਲੋਕਾਂ ਦੇ ਬਾਰੇ ਸਰਕਾਰਾਂ ਕੀ ਸੋਚਦੀਆਂ ਨੇ। ਆ ਮਜ਼ਦੂਰਾਂ ਦੇ ਮਾਮਲੇ ਦੇਖ ਲਓ, ਪਹਿਲੇ ਸਰਕਾਰਾਂ ਨੇ ਕਿਹਾ ਰੋਕੀ ਰੱਖਿਆ, ਲੋਕਡਾਊਨ ਲਾਈ ਰੱਖਿਆ, ਫਿਰ ਕਹਿੰਦਾ ਗੱਡੀਆਂ ਚਲਾਤੀਆਂ, ਫਿਰ ਰਾਜ ਸਰਕਾਰਾਂ ਨੇ ਰੋਕਤੀਆਂ, ਰਾਜ ਸਰਕਾਰਾਂ ਨੇ ਕਿਹਾ ਸਾਡੇ ਤਾਂ ਕੰਮ ਧੰਦੇ ਬੰਦ ਹੋਣਗੇ, ਇਹ ਮਜ਼ਦੂਰ ਨਹੀਂ ਜਾਣਗੇ। ਤੇ ਹੁਣ ਅੱਜ ਜਿਹੜੀ ਖਬਰ ਆ ਰਹੀ ਹੈ, ਔਰੰਗਾਬਾਦ 'ਚ 16 ਮਜ਼ਦੂਰ ਰੇਲ ਦੀ ਪਟੜੀ ਜਿਹੜੇ ਪੈਦਲ ਚੱਲ ਕੇ ਆ ਰਹੇ ਸੀ, 40-45 ਕਿਲੋਮੀਟਰ ਚੱਲ ਕੇ ਆਏ ਤੇ ਉੱਥੇ ਰੈਸਟ ਕਰ ਰਹੇ ਦੇ ਉੱਪਰ ਉਹਨਾਂ ਦੇ ਉੱਪਰ ਮਾਲ ਗੱਡੀ ਨਿਕਲ ਗਈ, ਜੋ 16 ਮਜ਼ਦੂਰ ਮਾਰੇ ਗਏ ਨੇ। ਕਿੰਨੀ ਇਹ ਮਾੜੀ ਗੱਲਾਂ ਹੀ ਹੈ ਕਿ ਨਹੀਂ? ਹੁਣ ਕਹਿ ਰਹੇ ਨੇ ਹੁਣ ਟ੍ਰੇਨਾਂ ਅਸੀਂ ਖੋਲ ਰਹੇ ਆ, ਤਾਂ ਸਾਰਾ ਕੁਝ ਦਾਰੋ ਮਦਾਰ ਸਰਕਾਰਾਂ ਦੇ ਉੱਪਰ ਹੀ ਹੈ। ਜੋ ਕੁਝ ਕਰਦੀਆਂ ਸਰਕਾਰਾਂ ਹੀ ਕਰਦੀਆਂ ਨੇ। ਥੈਂਕ ਯੂ। ਧੰਨਵਾਦ ਜੀ। ਵਾਕਿਆ ਢਿੱਲੋਂ ਸਾਹਿਬ, ਮੈਂ ਆਪਾਂ ਖਬਰ ਵੀ ਸਾਂਝੀ ਕਰਨੀ ਜੀ, ਔਰੰਗਾਬਾਦ 'ਚ ਮਾਲ ਗੱਡੀ ਨੇ 17 ਮਜ਼ਦੂਰਾਂ ਨੂੰ ਕੁਚਲਿਆ ਜੀ। ਬਿਲਕੁਲ ਜੀ, ਪਹਿਲਾਂ ਜਿਹੜੀਆਂ ਸ਼ੁਰੂ ਦੇ ਵਿੱਚ ਰਿਪੋਰਟਾਂ ਆਈਆਂ ਸੀ ਉਹ 16 ਸੀ, ਲੇਕਿਨ 16 ਨਹੀਂ, ਇਹ ਬੰਦੇ ਜਿਹੜੇ ਮਰਨ ਵਾਲੇ ਆ 17 ਹੋ ਗਏ ਜੀ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਮਹਾਰਾਸ਼ਟਰ ਦੇ ਵਿੱਚੋਂ ਚੱਲ ਕੇ ਇਹਨਾਂ ਬੰਦਿਆਂ ਨੇ ਮੱਧ ਪ੍ਰਦੇਸ਼ ਜਾਣਾ ਸੀ ਔਰ ਉੱਥੋਂ ਟ੍ਰੇਨ ਚੱਲਣੀ ਸੀ। ਜਾਣਕਾਰੀ ਇਹਨਾਂ ਨੂੰ ਇਹ ਮਿਲੀ ਕਿ ਟ੍ਰੇਨ ਚੱਲਣੀ ਹੈ ਤੇ ਟ੍ਰੇਨ ਚੜ੍ਹਨ ਵਾਸਤੇ ਇਹ ਔਰੰਗਾਬਾਦ ਨੂੰ ਤੁਰ ਪਏ ਜੀ। ਇਕੱਲਾ ਇਹੀ ਨਹੀਂ ਤੁਰੇ, ਉਸ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਲੋਕ ਹੋਰ ਵੀ ਸੀ ਜੀ। 40-45 ਕਿਲੋਮੀਟਰ ਚੱਲ ਪਏ ਸੀ। 40-45 ਕਿਲੋਮੀਟਰ ਚੱਲਣ ਤੋਂ ਬਾਅਦ ਥੱਕ ਗਏ ਤੇ ਥੱਕਣ ਦੇ ਉੱਤੇ ਇਹ ਪਟੜੀ ਦੇ ਉੱਤੇ ਬੈਠ ਗਏ ਜੀ ਕਿ ਆਪਾਂ ਰੈਸਟ ਕਰ ਲਈਏ, ਆਰਾਮ ਕਰ ਲਈਏ, ਕਿਉਂਕਿ ਟ੍ਰੇਨ ਬੰਦ ਅੱਜ ਕੱਲ। ਸ਼ਾਇਦ ਉਹ ਇਸ ਭੁਲੇਖੇ ਦਾ ਸ਼ਿਕਾਰ ਹੋਵੇ, ਟ੍ਰੇਨ ਤਾਂ ਕਿਸੇ ਨੇ ਕੋਈ ਆਉਣੀ ਨਹੀਂ, ਚਲੋ ਆਪਾਂ ਆਰਾਮ ਨਾਲ ਬੈਠੇ ਹਾਂ ਜੀ। ਜਦੋਂ 40-45 ਕਿਲੋਮੀਟਰ ਬੰਦਾ ਚੱਲ ਕੇ ਹੋਵੇ, ਥੱਕ ਕੇ ਚੂਰ ਹੋਇਆ ਹੋਵੇ, ਰੋਟੀ ਪਾਣੀ
ਤਾਂ ਵਿਚਾਰਿਆਂ ਦੀ ਜਿਹੜੀ ਉਹਨਾਂ ਦੇ ਹੱਥਾਂ ਦੇ ਵਿੱਚ ਬੰਨੀਆਂ ਹੋਈਆਂ ਸੀ ਰੋਟੀਆਂ ਤੇ ਜਿਹੜਾ ਅਚਾਰ ਵਗੈਰਾ ਉਹ ਸਾਰਾ ਉੱਥੇ ਖਿਲ ਰਿਹਾ ਪਿਆ। ਉਹਦੇ ਤੋਂ ਪਤਾ ਲੱਗਦਾ ਕਿ ਉਹ ਲੋਕ ਉੱਥੇ ਬੈਠੇ ਸੀ। ਇੱਕ ਜਿਹੜਾ ਬੰਦਾ ਉਹਨਾਂ ਚ ਜਿਉਂਦਾ ਰਿਹਾ, ਜਿਹੜਾ ਕਾਬਲ ਹੈ ਥੋੜਾ ਜਿਹਾ, ਉਹਨੇ ਬਿਆਨ ਵੀ ਦਿੱਤਾ ਆਪਣਾ ਮੀਡੀਆ ਦੇ ਸਾਹਮਣੇ। ਉਹਨੇ ਕਿਹਾ ਕਿ ਜਦੋਂ ਟ੍ਰੇਨ ਆਈ, ਮੈਨੂੰ ਟ੍ਰੇਨ ਦਾ ਪਤਾ ਲੱਗਿਆ, ਮੈਂ ਰੌਲਾ ਵੀ ਪਾਇਆ, ਉਠਾਇਆ, ਪਰ ਉਹ ਇੰਨੇ ਭੂਖ ਸੀਗੇ, ਉਹਨਾਂ ਨੂੰ ਨੀਂਦ ਆ ਗਈ, ਝਪਕੀ ਲੱਗ ਗਈ ਕਿ ਰੇਲ ਉਹਨਾਂ ਨੂੰ ਲਤੜਦੀ ਤੁਰੀ ਗਈ। ਕੋਸ਼ਿਸ਼ ਕੀਤੀ, ਪਤਾ ਲੱਗ ਗਿਆ ਸੀ ਡਰਾਈਵਰ ਨੇ ਵੀ ਕੋਸ਼ਿਸ਼ ਕੀਤੀ ਕਿ ਗੱਡੀ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ। ਪਰ ਤੁਸੀਂ ਜਾਣਦੇ ਹੋ ਕਿ ਜਦੋਂ ਗੱਡੀ ਲੋਡਡ ਹੁੰਦੀ ਹੈ, ਮਾਲ ਹੁੰਦਾ, ਜੇ ਜ਼ਿਆਦਾ ਬ੍ਰੇਕ ਵੱਜ ਜਾਣ ਤਾਂ ਉਹ ਹੋਰ ਵੀ ਵੱਡਾ ਹਾਦਸਾ ਹੋ ਜਾਂਦਾ ਹੈ। ਇਹ ਬੰਦੇ ਮਰ ਗਏ। ਪਰ ਤੁਸੀਂ ਇਹ ਦੇਖੋ ਕਿ ਜਿਵੇਂ ਬਿਲਗਾ ਸਾਹਿਬ ਕਹਿ ਕੇ ਗਏ ਕਿ ਪਹਿਲਾਂ ਲੋਕ ਇਹ ਮੰਗ ਕਰਦੇ ਸੀ ਕਿ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਉਹਨਾਂ ਨੂੰ ਰੋਕ ਕੇ ਰੱਖਿਆ। ਫਿਰ ਉਹਨਾਂ ਨੇ ਕਿਹਾ ਪੈਸੇ ਅਸੀਂ ਆਪਣੇ ਪੱਲਿਓਂ ਦੇ ਦਿੰਦੇ ਹਾਂ, ਸਾਨੂੰ ਕੋਈ ਗੱਡੀ ਮੋਟਰ ਮਿਲ ਜੇ, ਗੱਡੀਆਂ ਮੋਟਰਾਂ ਬੰਦ ਕਰਤੀਆਂ। ਫਿਰ ਕਿਹਾ ਵੀ ਅਸੀਂ ਗੱਡੀਆਂ ਸ਼ੁਰੂ ਕਰਤੀਆਂ ਜੀ, ਬਗੈਰ ਪੈਸਿਆਂ ਤੋਂ ਕਰਾਂਗੇ। ਬਾਅਦ ਦੇ ਵਿੱਚ ਪੈਸੇ ਮੰਗਣ ਲੱਗ ਗਏ, ਪੈਸੇ ਦਿੱਤੇ ਵੀ ਕੁਛ ਇੱਕ ਨੇ। ਜਦੋਂ ਨੁਕਤਾਚੀਨੀ ਸ਼ੁਰੂ ਹੋ ਗਈ, ਫਿਰ ਕਹਿੰਦੇ ਨਹੀਂ ਜੀ ਅਸੀਂ ਪੈਸੇ ਜਿਹੜੇ ਹੈ ਸਰਕਾਰਾਂ ਕਰ ਰਹੀਆਂ, 85% ਕੇਂਦਰ ਕਰੂਗਾ, 15% ਸਟੇਟਾਂ ਕਰ ਰਹੀਆਂ, ਵਗੈਰਾ ਵਗੈਰਾ, ਇਹ ਗੱਲ ਕਹਿ ਕੇ। ਪਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ, ਅੱਜ ਜਦੋਂ ਇਹ ਲੋਕ ਮਰ ਗਏ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਵੀ ਸ਼ੁਰੂ ਕਰਤਾ ਲੀਡਰਾਂ ਨੇ। ਪ੍ਰਧਾਨ ਮੰਤਰੀ ਸਾਹਿਬ ਦਾ ਵੀ ਬਿਆਨ ਆ ਗਿਆ ਜੀ, ਮੈਨੂੰ ਬਹੁਤ ਦੁੱਖ ਹੈ। ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੈ ਦਿਗਵਿਜੇ ਸਿੰਘ, ਉਹ ਵੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਮਿਲਦੇ ਹੈ। ਇਹ ਜਾਣਕਾਰੀ ਵੀ ਮਿਲੀ ਹੈ ਵੀ ਸ਼ਾਇਦ 5-5 ਲੱਖ ਰੁਪਇਆ ਮੁਆਵਜ਼ਾ ਵੀ ਦਿੱਤਾ ਜਾਊਗਾ, ਉਹਨਾਂ ਦੇ ਖਾਤਿਆਂ 'ਚ 5-5 ਲੱਖ ਰੁਪਇਆ ਜਾਊਗਾ, ਜਿਹੜੇ ਬੰਦੇ ਆਪ ਮਰ ਗਏ। ਸਵਾਲ ਇਹ ਹੈ ਕਿ ਉਹ ਰੋਟੀ ਦੀ ਖਾਤਰ ਨਿਕਲੇ ਘਰੋਂ, ਰੋਟੀ ਦੀ ਖਾਤਰ ਘਰੋਂ ਨਿਕਲ ਕੇ ਉਹਨਾਂ ਨੇ ਕਾਰਖਾਨਿਆਂ 'ਚ ਕੰਮ ਕੀਤਾ ਜਾ ਕੇ। ਕਾਰਖਾਨਿਆਂ ਦੇ ਵਿੱਚ ਉਹਨਾਂ ਲੋਕਾਂ ਨੇ ਲੋਹਾ ਢਾਲਿਆ, ਆਪਣੇ ਹੱਡ ਦਾ ਮਾਸ ਢਾਲਿਆ। ਫਿਰ ਉਹ ਰੋਟੀ ਦੀ ਖਾਤਰ ਜਦੋਂ ਰੋਟੀ ਮਿਲਣੀ ਬੰਦ ਹੋ ਗਈ, ਕੀ ਕਰੀਏ, ਕਿੱਧਰ ਨੂੰ ਜਾਈਏ? ਬੰਦਿਆਂ ਨੂੰ ਮੋਹ ਆਉਂਦਾ ਕਿ ਪਿੰਡ ਵਾਲੇ ਪਾਸੇ ਜਾਈਏ, ਉੱਥੇ ਭਾਈ ਕੁਛ ਨਾ ਕੁਛ ਹੋਊਗਾ, ਆਪਾਂ ਉੱਥੇ ਜਾਵਾਂਗੇ। ਸੁੱਕੀਆਂ ਰੋਟੀਆਂ ਨਾਲ ਲੈ ਕੇ ਰੋਟੀ ਵਾਸਤੇ ਫੇਰ ਜਾਂਦੇ, ਤੇ ਉਸੇ ਰੋਟੀ ਦੇ ਵਾਸਤੇ ਜਦੋਂ ਜਾਂਦੇ ਤੇ ਜਿਹੜੇ ਲੋਹੇ ਨੂੰ ਢਾਲ ਕੇ ਰੇਲਵੇ ਦੀਆਂ ਲਾਈਨਾਂ ਬਣਾਈਆਂ ਸੀ ਜਾਂ ਰੇਲ ਗੱਡੀ ਦੇ ਪਹੀਏ ਬਣਾਏ ਸੀ, ਉਹਨਾਂ ਦੇ ਥੱਲੇ ਆ ਕੇ ਉਹ ਮਾਰੇ ਗਏ, ਉਹ ਕੁਚਲੇ ਗਏ ਆ ਕੇ। ਸੋ ਗੱਲ ਇਹ ਹੈ ਕਿ ਜਿਹੜਾ ਮਿਹਨਤਕਸ਼ ਬੰਦਾ ਹੈ, ਮਿਹਨਤਕਸ਼ ਬੰਦਾ ਹਮੇਸ਼ਾ ਹੀ ਕੁਚਲਿਆ ਜਾਂਦਾ, ਚਾਹੇ ਉਹ ਮਿਹਨਤ ਕਰਦਾ ਕੁਚਲਿਆ ਜਾਵੇ। ਮਿਹਨਤ ਵੀ ਜਿਹੜੀ ਆਪਦਾ ਲਹੂ ਡੋਲਦਾ, ਬੰਦਾ ਲਹੂ ਬਚਾਉਂਦਾ, ਆਪਣੇ ਹੱਡ ਮਾਸ ਬਚਾਉਂਦਾ, ਸਾਰਾ ਕੁਛ ਕਰਦਾ ਹੈ। ਲੇਕਿਨ ਬਾਅਦ ਦੇ ਵਿੱਚ ਵੀ ਹੁਣ ਖਬਰ ਆ ਗਈ ਹੈ, ਕਹਿੰਦੇ ਜੀ ਹੁਣ ਮੱਧ ਪ੍ਰਦੇਸ਼ ਤੋਂ ਇੱਕ ਹਵਾਈ ਜਹਾਜ਼ ਜਾ ਰਿਹਾ ਹੈ ਤਾਂ ਕਿ ਜਿਹੜੇ ਲੋਕ ਜ਼ਖਮੀ ਹੈ ਉਹਨਾਂ ਨੂੰ ਲਿਆਂਦਾ ਜਾਵੇ ਜੀ, ਉਹਨਾਂ ਦਾ ਇਲਾਜ ਵਗੈਰਾ ਕਰਵਾਇਆ ਜਾਵੇ, ਉਹਨਾਂ ਨੂੰ ਜੇ ਕਿਤੇ ਵੱਡੇ ਹਸਪਤਾਲਾਂ 'ਚ ਲੈ ਕੇ ਜਾਣਾ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੁਰਨ ਦੀ ਇਜਾਜ਼ਤ ਨਹੀਂ ਦਿੰਦੇ ਸੀ, ਜਿਨ੍ਹਾਂ ਲੋਕਾਂ ਨੂੰ ਗੱਡੀਆਂ ਮੋਟਰਾਂ ਦੀ ਇਜਾਜ਼ਤ ਨਹੀਂ ਦਿੰਦੇ ਸੀ, ਤੇ ਮਰਨ ਤੋਂ ਬਾਅਦ ਉਹਨਾਂ ਵਾਸਤੇ ਜਹਾਜ਼। ਤਾਂ ਮੇਰੀ ਤਾਂ ਸਮਝ ਇਹ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ਰਾਤ ਨੂੰ 8 ਵਜੇ ਐਲਾਨ ਕਰਤਾ ਜੀ ਸਭ ਕੁਝ ਬੰਦ, ਕਿਸੇ ਨੇ ਨਹੀਂ ਜਾਣਾ ਜੀ, ਲਾਕਆਊਟ ਲੱਗ ਗਿਆ 12 ਵਜੇ ਨੂੰ। 4-5 ਘੰਟਿਆਂ ਦੇ ਵਿੱਚ ਬੰਦਾ ਜਾਊਗਾ ਕਿੱਥੇ? ਇਹ ਤਾਂ ਇਉਂ ਲੱਗਦਾ ਜਿਵੇਂ ਗੁਲਾਮਦਾਰੀ ਦਾ ਯੁੱਗ ਹੁੰਦਾ ਹੈ। ਕਰਨਾਟਕਾ ਦੀ ਸਰਕਾਰ ਨੇ ਪਹਿਲਾਂ ਕਹਿੰਦਾ ਸੀ ਗੱਡੀਆਂ ਦੇਵਾਂਗੇ, ਅਸੀਂ ਗੱਡੀਆਂ ਦੇ ਦਿਆਂਗੇ, ਗੱਡੀਆਂ ਮੰਗ ਵੀ ਲਈਆਂ ਕੇਂਦਰ ਸਰਕਾਰ ਤੋਂ। ਬਾਅਦ ਦੇ ਵਿੱਚ ਇੰਡਸਟਰੀਅਲਿਸਟ ਮਿਲਦੇ, ਉਹ ਕਹਿੰਦੇ ਜੀ ਸਾਡੀਆਂ ਤਾਂ ਇੰਡਸਟਰੀ ਚੱਲੂਗੀ ਕਿਵੇਂ ਜੇ ਮਜ਼ਦੂਰ ਸਾਰੇ ਚਲੇ ਗਏ। ਔਰ ਕੇਜਰੀਵਾਲ ਸਾਹਿਬ ਦੀ ਸਰਕਾਰ ਚਿੱਠੀ ਲਿਖ ਕੇ ਭੇਜਦੀ ਹੈ, ਕਹਿੰਦੇ ਜੀ ਗੱਡੀਆਂ ਰੱਦ ਕਰ ਦਿਓ। ਮਾਮਲਾ ਹਾਈ ਕੋਰਟ ਚਲਾ ਗਿਆ, ਕਰਨਾਟਕਾ ਦੀ ਹਾਈ ਕੋਰਟ ਦੇ ਵਿੱਚ ਲੈ ਗਿਆ ਕੋਈ ਬੰਦਾ, ਉੱਥੋਂ ਨੋਟਿਸ ਹੋ ਗਿਆ, ਸਾਰੇ ਪਾਸੇ ਉਹ ਨੁਕਤਾਚੀਨੀ ਹੋਣ ਲੱਗ ਗਈ। ਬਾਅਦ ਦੇ ਵਿੱਚ ਕਹਿੰਦੇ ਠੀਕ ਹੈ ਜੀ ਹੁਣ ਗੱਡੀਆਂ ਖੋਲ ਦਿਓ, ਅਸੀਂ ਗੱਡੀਆਂ ਖੋਲ ਵੀ ਦਿੰਦੇ। ਮਤਲਬ ਤੁਸੀਂ ਇਹ ਦੇਖੋ ਕਿ ਐਂ ਲੱਗਦਾ ਜਿਵੇਂ ਅਸੀਂ ਗੁਲਾਮਦਾਰੀ ਚ ਕੁਝ ਰਹਿੰਦੇ ਹੁੰਦੇ ਹਾਂ। ਇਹ ਗੁਲਾਮੀ ਦੇ ਯੁੱਗ ਦੇ ਵਿੱਚ ਹੁੰਦਾ ਸੀਗਾ ਕਿ ਤੁਸੀਂ ਬੰਦਿਆਂ ਨੂੰ ਨੌਕਰਾਂ ਬਾਗ ਜਿਵੇਂ ਜਿਹਨੂੰ ਮਰਜ਼ੀ ਫੜ ਕੇ ਵੇਚ ਦਿਓ। ਬਹੁਤ ਸਾਰੀਆਂ ਸਟੇਟਾਂ ਨੇ ਪਹਿਲਾਂ ਕਹਿਤਾ ਜੀ ਸਾਨੂੰ ਲੋੜ ਨਹੀਂ ਇਹਨਾਂ ਦੀ, ਲੈ ਜਾਓ। ਕੁਛ ਇੱਕ ਸਟੇਟਾਂ ਨੇ, ਪੰਜਾਬ ਦੀ ਸਟੇਟ ਇਹੀ ਸਟੇਟ ਹੈ ਜਿਨ੍ਹਾਂ ਨੇ ਕਿਹਾ ਚਲੋ ਜੀ ਠੀਕ ਹੈ ਅਸੀਂ ਇਹਨਾਂ ਦਾ ਭਾੜਾ ਕਰਾਇਆ ਵੀ ਆਪ ਭਰਨੇ, ਜੋ ਇੱਥੇ ਕੰਮ ਹੈ ਨਹੀਂ ਜਾਣ ਦਿਓ। ਹੁਣ ਜਦੋਂ ਇੰਡਸਟਰੀਅਲਿਸਟ ਜਿਹੜੇ ਹੈਗੇ, ਇੰਡਸਟਰੀ ਲਾਬੀ ਜਿਹੜੀ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਸਾਰਾ ਕੁਝ ਜਾਊਗਾ, ਹੁਣ ਉਹੀ ਸਟੇਟਾਂ ਵਾਲੇ ਕਹਿੰਦੇ ਜੀ ਬੰਦੇ ਸਾਨੂੰ, ਇਹਨਾਂ ਨੂੰ ਮੁੱਖ ਮੰਤਰੀਆਂ ਨੂੰ ਹੁਕਮ, ਉਹਨਾਂ ਨੇ ਟੈਲੀਫੋਨ ਕੀਤੇ ਹੈ, ਜੋਗੀ ਆਦਿੱਤਿਆਨਾਥ ਨੂੰ ਕੀਤਾ ਹੈ, ਨਿਤੀਸ਼ ਕੁਮਾਰ ਨੂੰ ਕੀਤਾ ਕਿ ਤੁਸੀਂ ਅਪੀਲਾਂ ਕਰੋ ਜੀ ਆਪਦੇ ਬੰਦਿਆਂ ਨੂੰ ਇਹ ਨਾ ਜਾਣ। ਸੋ ਮਿਹਨਤਕਸ਼ ਆਵਾਮ ਦੇ ਨਾਲ, ਮਿਹਨਤਕਸ਼ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਸਾਡਾ ਸਿਸਟਮ ਕਰ ਰਿਹਾ, ਇਹ ਮਿਸਾਲ ਹੈ। ਮੈਂ ਸਮਝਦਾ ਕਿ ਇਹ ਬੰਦੇ ਮਰੇ ਨਹੀਂ, ਇਹਨਾਂ ਨੂੰ ਕੁਚਲਿਆ ਨਹੀਂ, ਇਹਨਾਂ ਦਾ ਕਤਲ ਕੀਤਾ ਗਿਆ, ਪਰ ਸਾਡੀ ਰਾਜਸੀ ਜਮਾਤ ਵੱਲੋਂ ਕਤਲ ਕੀਤਾ ਗਿਆ ਹੈ। ਇਹਨਾਂ ਨੇ ਕੁਝ ਸੋਚਿਆ ਨਹੀਂ, ਕੀਤਾ ਨਹੀਂ ਬੰਦਿਆਂ ਨੂੰ ਕਿ ਜਿਹੜੇ ਇੰਨੇ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਬੰਦੇ ਬੈਠੇ ਹੈ, ਬਾਹਰਲੀਆਂ ਸਟੇਟਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀ, ਹੋਇਆ ਕੀ ਸੀ,
ਸੁਪਰੀਮ ਕੋਰਟ ਦੇ ਵਿੱਚ ਕਿਸੇ ਬੰਦੇ ਨੇ ਪਟੀਸ਼ਨ ਪਾਤੀ ਜਾ ਕੇ ਕਿ ਜੀ ਆ ਪਟੀਸ਼ਨ ਦੇਖੋ, ਇਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਹੈਗੇ ਪੈਸੇ ਨਹੀਂ ਮਿਲਦੇ, ਇਹ ਘਰੇ ਬੈਠੇ ਹੈ। ਤੇ ਸੁਪਰੀਮ ਕੋਰਟ ਨੇ ਕਿਹਾ ਕੀ ਸੀ, ਕਹਿੰਦੇ ਜੀ ਇਹਨਾਂ ਨੂੰ ਸਰਕਾਰ ਅਨਾਜ ਤਾਂ ਦਿੰਦੀ ਹੈ ਨਾ, ਇਹਨਾਂ ਨੇ ਪੈਸੇ ਕੀ ਕਰਨੇ ਹੈ। ਕੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਜੇ ਅਸੀਂ ਆਟਾ ਦੇ ਦਿਆਂਗੇ, ਰੋਟੀ ਦੇ ਦਿਆਂਗੇ, ਬਣਿਆ ਬਣਾਇਆ ਉਹਨਾਂ ਨੂੰ ਚਿਕਨ ਵੀ ਭੇਜ ਦਿਓ, ਮਟਨ ਵੀ ਭੇਜ ਦਿਓ, ਖਾ ਲੈਣਗੇ, ਬਹੁਤ ਵਧੀਆ ਉਹਨਾਂ ਨੂੰ ਖੁਰਾਕ ਦੇ ਦਿਓ, ਉਹ ਤਨਖਾਹ ਤੋਂ ਬਗੈਰ ਕੰਮ ਕਰ ਸਕਣਗੇ, ਕੌਣ ਬੰਦਾ ਕਰੂਗਾ। ਮਤਲਬ ਇੰਨੀ ਭੈੜੀ ਹਾਲਤ ਮਜ਼ਦੂਰ ਤਬਕੇ ਦੀ ਜਿਹੜੀ ਹੈਗੀ ਹੈ ਭਾਰਤ ਦੇ ਵਿੱਚ, ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਮਨੁੱਖਤਾ ਪ੍ਰਤੀ ਕਿੰਨੇ ਸੰਵੇਦਨਹੀਣ ਹੋ ਗਏ। ਸੰਵੇਦਨਾ ਖਤਮ ਹੁੰਦੀ ਜਾ ਰਹੀ ਹੈ ਸਾਡੇ ਜਿਹੜੇ ਹੈਗੇ ਰਾਜਨੀਤਿਕ ਲੋਕ, ਇਹਨਾਂ ਦੇ ਵਿੱਚੋਂ। ਸਰਕਾਰੀ ਮਸ਼ੀਨਰੀ ਜਿਹੜੀ ਹੈਗੀ ਹੈ, ਜਿਹੜੀ ਲੋਕਾਂ ਵਾਸਤੇ, ਲੋਕਾਂ ਦੇ ਪੈਸੇ ਦੇ ਨਾਲ ਜਿਹਨੂੰ ਤਨਖਾਹ ਮਿਲਦੀਆਂ, ਤਾਂ ਸਰਕਾਰੀ ਮਸ਼ੀਨਰੀ ਨੂੰ ਜ਼ਿਆਦਾ ਕੋਈ ਪੁੱਛਦਾ ਨਹੀਂ, ਜਾਂ ਉਹ ਦੱਸਦੇ ਨਹੀਂ, ਉਹ ਆਪਣਾ ਮਾਈਂਡ ਜਿਹੜਾ ਹੈਗਾ ਅਪਲਾਈ ਨਹੀਂ ਕਰਦੇ ਕਿ ਇਹ ਜਿਹੜਾ ਅਸੀਂ ਕੁਝ ਕਰ ਰਹੇ ਹਾਂ ਇਹਦਾ ਕੀ ਹੋਊਗਾ। ਜੀ ਬਿਲਕੁਲ ਜੀ, ਆਪਾਂ ਕਾਲ ਲੈ ਲਈਏ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸੁਖਦੇਵ ਸਿੰਘ ਜੀ। ਸੁਖਿੰਦਰ, ਬਹੁਤ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਜਿਹੜੀਆਂ ਕੁਝ ਡੀਲ ਹੈਗੀਆਂ ਨੇ ਜੀ, ਸਾਂਝੀਆਂ ਕਰ ਦਈਏ। ਆਪਾਂ ਉਹਨਾਂ ਬਾਰੇ ਕਾਫੀ ਦਿਨਾਂ ਤੋਂ ਅਨਾਉਂਸਮੈਂਟ ਕਰਦੇ ਆ ਰਹੇ ਕਿ ਜਿਹੜੇ ਵੀ ਸਰੋਤੇ ਜਿਨ੍ਹਾਂ ਕੋਲ ਸਮਾਲ ਬਿਜ਼ਨਸ ਹੈ ਜੀ, ਜਾਂ ਕੋਈ ਟਰੱਕਿੰਗ ਕੰਪਨੀ ਰਜਿਸਟਰਡ ਹੈਗੀ ਆ, ਜਾਂ ਹੋਰ ਬਿਜ਼ਨਸ ਰਜਿਸਟਰਡ ਹੈਗਾ ਜੀ, ਜਿਸ ਦੇ ਉੱਤੇ ਸੈਲਫੋਨ ਦੀਆਂ ਜਿਹੜੀਆਂ ਡੀਲਸ ਲੈਣਾ ਚਾਹੁੰਦੇ ਨੇ, ਤੇ ਆਪਣੇ ਕੋਲ ਇਸ ਵਕਤ ਜਿਹੜਾ ਜੀ, ਇੱਕ ਤਾਂ $70 ਦੇ ਵਿੱਚ ਜਿਹੜੀ ਪਹਿਲੀ ਲਾਈਨ ਹੋਗੀ 20 GB ਡਾਟਾ ਹੋਊਗਾ। ਉਸ ਤੋਂ ਬਾਅਦ ਹਰ ਲਾਈਨ ਜਿਹੜੀ ਹੈ $45 ਦੇ ਵਿੱਚ 20 GB ਡਾਟਾ ਜਿਹੜਾ ਜੀ, ਉਸ ਤੋਂ ਬਾਅਦ ਡਾਟਾ ਅਨਲਿਮਿਟਡ ਹੋ ਜਾਊਗਾ, ਔਰ ਡੀਲ ਕੈਨੇਡਾ ਵਾਈਡ ਅਵੇਲੇਬਲ ਹੈ। ਸੋ ਇਸ ਦੇ ਵਿੱਚ ਜਿਹੜਾ USA ਦਾ ਫੀਚਰ ਆ ਉਹ ਵੀ ਆਪਾਂ ਐਡ ਆਨ ਕਰ ਸਕਦੇ ਹਾਂ ਜੀ। ਤੇ ਇਸੇ ਪ੍ਰਕਾਰ ਆਪਣੇ ਕੋਲ ਇੱਕ ਖਾਸ ਡੀਲ ਹੈਗੀ ਹੈ ਜੀ, $25 ਦਾ ਪਲਾਨ ਹੈ, ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ, ਇੰਟਰਨੈਸ਼ਨਲ ਟੈਕਸਟ ਮੈਸੇਜ ਨੇ ਜੀ, 1 GB ਦਾ ਡਾਟਾ ਮਿਲ ਜਾਊ। $40 ਦੇ ਪਲਾਨ ਦੇ ਵਿੱਚ ਆਪਣੇ ਕੋਲ 5 GB ਡਾਟਾ ਮਿਲ ਜੂ ਜੀ। ਤੇ ਜਾਂ ਫਿਰ ਇੱਕ ਬਹੁਤ ਸਪੈਸ਼ਲ ਡੀਲ ਹੈਗੀ ਹੈ ਜਿਸ ਵਿੱਚ $60 ਦੇ ਵਿੱਚ 20 GB ਡਾਟਾ ਜਿਹੜਾ ਉਹ ਵੀ ਸਰੋਤੇ ਜਿਹੜਾ ਜੀ ਉਹ ਲੈ ਸਕਦੇ ਨੇ। ਇਸ ਦੇ ਨਾਲ ਨਾਲ ਘਰ ਦੇ ਵਿੱਚ ਹਾਈ ਸਪੀਡ ਇੰਟਰਨੈਟ ਲਾਉਣਾ ਚਾਹੁੰਦੇ ਨੇ, ਤੇ ਅੱਜ ਕੱਲ੍ਹ ਫਾਈਬਰ ਇੰਟਰਨੈਟ ਦੇ ਉੱਤੇ ਬਹੁਤ ਵਧੀਆ ਪਲਾਨ ਆਪਣੇ ਕੋਲ ਅਵੇਲੇਬਲ ਨੇ ਜੀ, ਓਨਟਾਰੀਓ ਤੇ ਕਿਊਬਿਕ ਵਾਸਤੇ। ਤੇ ਇਸ ਦੇ ਵਿੱਚ ਖਾਸੀਅਤ ਇਹ ਹੁੰਦੀ ਹੈ ਕਿ ਜਿਹੜੀ ਸਪੀਡ ਹੈ ਉਹ ਜਿਹੜੀ ਹੈ ਜੀ, ਜਿੰਨੇ ਵੀ ਆਪਾਂ ਲੈਂਦੇ ਹਾਂ ਉਹ ਘਟਦੀ ਵੱਧਦੀ ਨਹੀਂ ਹੈ। ਇਸ ਦੇ ਨਾਲ ਨਾਲ ਆਪਣੇ ਕੋਲ ਜਿਹੜਾ ਜੀ ਘਰ ਦਾ ਫੋਨ ਹੈਗਾ, ਲੋਕਲ ਪਲੱਸ ਵਰਲਡ ਵਾਈਡ, ਇੰਡੀਆ ਦੇ ਨਾਲ ਨਾਲ ਬਹੁਤ ਸਾਰੇ ਹੋਰ ਮੁਲਕ ਨੇ, ਖਾਸ ਤੌਰ ਤੇ ਇੰਗਲੈਂਡ, ਇਟਲੀ, ਜਰਮਨੀ, ਫਰਾਂਸ ਵਰਗੇ, ਜਿੱਥੇ ਆਪਾਂ ਲੈਂਡਲਾਈਨ ਤੇ ਸੈਲਫੋਨ ਦੋਨਾਂ ਦੇ ਉੱਤੇ ਹੀ ਗੱਲਬਾਤ ਕਰ ਸਕਦੇ ਹਾਂ। ਸੋ ਕਿਸੇ ਵੀ ਪ੍ਰੋਵਿੰਸ ਤੋਂ ਇਹ ਸਰੋਤੇ ਜਿਹੜੀ ਡੀਲ ਲੈ ਸਕਦੇ ਨੇ, ਆਪਣਾ ਸੇਮ ਨੰਬਰ ਉਹ ਰੱਖ ਸਕਦੇ ਨੇ ਜੀ। ਸੋ ਕਿਸੇ ਵੀ ਸਰੋਤੇ ਦਾ ਅਗਰ ਘਰ ਵਿੱਚ ਇਹੋ ਜਿਹਾ ਪਲਾਨ ਲੱਗਾ ਹੋਇਆ, ਲੌਂਗ ਡਿਸਟੈਂਸ ਦਾ ਬਿੱਲ $20 ਤੋਂ ਜ਼ਿਆਦਾ ਹੋ ਚੁੱਕਾ, ਸਰੋਤੇ ਆਪਣੇ ਨਾਲ ਸੰਪਰਕ ਕਰ ਸਕਦੇ ਨੇ। ਬਿੱਲ ਦੀ ਵੀ ਗਰੰਟੀ ਕੀਤੀ ਜਾਂਦੀ ਕਿ ਬਿੱਲ ਬਾਰ-ਬਾਰ ਨਹੀਂ ਵਧਣਾ, ਤੇ ਫੋਨ ਦਾ ਅਡੈਪਟਰ ਜਿਹੜੇ ਹੁੰਦਾ ਜੀ $70 ਦਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਜਿਹੜਾ ਜੀ ਆਪਣੇ ਕੋਲ ਬਿਜ਼ਨਸ ਫੋਨ ਲਾਈਨਸ ਹੈਗਾ, ਕਿਸੇ ਪ੍ਰਕਾਰ ਦਾ ਵੀ ਆਪਣਾ ਕੋਈ ਆਫਿਸ ਹੈ, ਕੋਈ ਸਟੋਰ ਹੈ, ਤੇ ਬਿਜ਼ਨਸ ਲਾਈਨਸ ਲੱਗੀਆਂ ਹੋਈਆਂ ਜਾਂ ਲੈਣੀਆਂ ਚਾਹੁੰਦੇ ਨੇ ਜੀ, ਤਾਂ ਨਾਰਥ ਅਮਰੀਕਾ ਅਨਲਿਮਿਟਡ $19.95 ਸਾਰੇ ਕਾਲਿੰਗ ਫੀਚਰ ਨਾਲ। ਸੋ ਹੋਰ ਵਧੇਰੇ ਜਾਣਕਾਰੀ ਵਾਸਤੇ ਸਾਡਾ ਨੰਬਰ ਹੈ ਜੀ 905 203 3636 905 203 3636 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਸੁਖਿੰਦਰ ਜੀ, ਕਈ ਵਾਰ ਲਾਈਨਾਂ ਬਹੁਤ ਬਿਜ਼ੀਆਂ ਹੁੰਦੀਆਂ ਨੇ, ਸੋ ਸਰੋਤੇ ਜਿਹੜਾ ਜੀ ਅਗਰ ਕਾਲ ਮਿਸ ਵੀ ਹੋ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਬਾਅਦ ਵਿੱਚ ਜਿਹੜੀ ਉਹ ਕਾਲ ਕਰ ਲਾਂਗੇ। ਸੋ ਇੱਕ ਵਾਰੀ ਫਿਰ 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਹੁਤ ਧੰਨਵਾਦ, ਮਿਹਰਬਾਨੀ ਜੀ। ਧੰਨਵਾਦ। 905 203 3636 ਤੇ ਤੁਸੀਂ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰਕੇ ਬਹੁਤ ਵਧੀਆ ਡੀਲਾਂ ਲੈ ਸਕਦੇ ਹੋ। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਜੀ, ਉਹ ਲਿੰਕ ਟਰੈਵਲ 416 293 87। ਸਰ, ਜੌਬ ਦੀ ਭਾਲ ਵਿੱਚੋਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਜੇ ਤੁਸੀਂ ਡਰਾਈਵਰ ਹੋ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ, KJS ਟਰਾਂਸਪੋਰਟ 905 799 9500 ਜਿੰਦਰ ਬੁੱਟਰ ਤੇ ਕੁਲਵੰਤ ਸਿੰਘ ਦੇ ਨਾਲ ਗੱਲਬਾਤ ਕਰ ਸਕਦੇ ਹੋ। ਵਧੀਆ ਫਰੈਸ਼ ਗਰੋਸਰੀ ਲੈਣ ਵਾਸਤੇ ਏਸ਼ੀਅਨ ਫੂਡ ਦਾ ਨਾਮ ਯਾਦ ਰੱਖੋ, 416 543 7107। ਟਰੱਕ ਦਾ ਲਾਇਸੈਂਸ ਲੈਣਾ ਜੀ, ਤੇ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਹੈ, 416 670 31 73। ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ, ਤੁਸੀਂ ਇੰਸ਼ੋਰੈਂਸ ਕਲੇਮ ਕਰਨਾ ਚਾਹੁੰਦੇ ਹੋ, ਹਰੇਕ ਇੰਸ਼ੋਰੈਂਸ ਕੰਪਨੀ ਨਾਲ ਕਲੇਮ ਕਰਦੇ 416 857 5700 ਤੇ ਕਾਲ ਕੀਤੀ ਜਾ ਸਕਦੀ ਆ। ਇਸ ਦੇ ਨਾਲ ਹੀ ਜੇ ਤੁਸੀਂ ਵਧੀਆ ਰੈਨੋਵੇਸ਼ਨ ਕਰਾਉਣੀ ਚਾਹੁੰਦੇ, ਬੇਸਮੈਂਟ ਬਣਾਉਣੀ ਚਾਹੁੰਦੇ, ਬੇਸਮੈਂਟ ਲੀਗਲ ਕਰਾਉਣੀ, ਵਾਸ਼ਰੂਮ ਬਣਾਉਣਾ, ਹਰਦਿਆਲ ਸਿੰਘ ਚੀਤਾ ਦਾ ਨਾਂ ਯਾਦ ਰੱਖੋ, 647 499 15। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9200। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਈ ਦੇਖੋ, ਅੱਜ ਜੇ ਸਮੀਰ ਸੈਣੀ ਹੋਣਾ ਵਰਗਿਆਂ ਨੂੰ ਜੇ ਕੋਰਟ ਦੇ ਵਿੱਚ ਜਾਣਾ ਪਿਆ ਆ ਤੇ ਸਿਰਫ ਤੋਂ ਸਿਰਫ ਤਾਂ ਹੀ ਹੈ ਕਿਉਂਕਿ ਸਿੱਖਾਂ ਨੇ ਪ੍ਰੈਸ਼ਰ ਆਪਣਾ ਪਾਈ ਰੱਖਿਆ ਨਾ ਗੱਲਾਂ ਤੇ ਨਾ ਜੀ। ਜੇ ਆਪਾਂ ਦੇਖਦੇ ਜਿਵੇਂ ਕੁਝ ਲੋਕ ਆ ਕੇ ਸਾਨੂੰ ਆ ਕੇ ਜਾਂਦੇ ਆ ਵੀ ਛੱਡੋ ਪਰੇ ਪੁਰਾਣੀਆਂ ਗੱਲਾਂ, ਦੋਨੋਂ ਦਾ ਕਸੂਰ ਸੀਗਾ, ਛੱਡੋ ਪਰੇ ਕੀ ਗੱਲ ਕਰਨੀ ਆ। ਜੇ ਏਦਾਂ ਉਹਨਾਂ ਦੀ ਗੱਲ ਮੰਨੀ ਜਾਵੇ ਤਾਂ ਇਹਨਾਂ ਲੋਕਾਂ ਨੂੰ ਕਦੀ ਵੀ ਇਨਸਾਫ ਜਾਣੀ ਕਿ ਮਿਲ ਸਕਦਾ ਜੀ। ਸਮਝ ਰਹੇ, ਆਪਾਂ ਹੁਣ ਬਾਹਰ ਬਹਿ ਕੇ ਜਿੰਨਾ ਮਰਜ਼ੀ ਆਪਾਂ ਗੱਲ ਕਰੀਏ, ਕੋਈ ਨਾ ਕੋਈ ਅਸਰ ਤਾਂ ਪੈਂਦਾ ਇੰਡੀਆ ਦੇ ਵਿੱਚ। ਬਿਲਕੁਲ ਜੀ, ਬਿਲਕੁਲ।
ਤਾਂ ਹੀ ਸਾਡੀ ਇੱਥੇ ਬੋਲਤੀ ਬੰਦ ਕੀਤੀ ਜਾ ਰਹੀ ਹੈ। ਪਰ ਮਹਾਰਾਜ ਕਿਰਪਾ ਕਰ ਏਦਾਂ ਚੱਲਦੀ ਰਹੂਗੀ। ਦੂਜੀ ਵਾਰੀ ਮੇਨ ਗੱਲ ਇਹ ਕਰਨੀ ਸੀਗੀ ਵੀ ਆਪਾਂ ਦੇਖੋ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿੱਦਾਂ ਕਮਿਊਨਲ ਪੋਲਿਟਿਕਸ ਚੱਲ ਰਹੀ ਹੈ ਨਾ, ਹਿੰਦੂ ਨੂੰ ਮੁਸਲਮਾਨ ਨੂੰ ਸਿੱਖਾਂ ਨਾਲ ਜਾਂ ਜਿੱਦਾਂ ਵਗੈਰਾ ਵਗੈਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਉੱਥੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ, ਪਰ ਹੌਲੀ ਹੌਲੀ ਇੱਥੇ ਵੀ ਘੁਸਪੈਠ ਹੋਣੀ ਸ਼ੁਰੂ ਹੋ ਗਈ ਆ। ਮੈਂ ਪਿਛਲੀ ਵਾਰ ਕਿਹਾ ਸੀਗਾ ਵੀ ਇੱਥੇ RSS ਨੇ ਆਪਣਾ ਸੈਂਟਰ ਖੋਲਿਆ ਟੋਰਾਂਟੋ ਦੇ ਵਿੱਚ ਪਿਛਲੇ ਸਾਲ, ਤੇ ਹੁਣ ਆਪਾਂ ਨੂੰ ਅਗਾਂਹ ਜੇ ਆਪਾਂ ਦੇਖਣਾ ਹੋਵੇ ਤਾਂ ਆਪਾਂ ਨੂੰ ਏਦਾਂ ਦੇ ਮਸਲੇ ਇੱਥੇ ਭਖਣੇ ਆ, ਜਾਣੀ ਕਿ ਰੇਡੀਓ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਜਾਂ ਸਿਟੀਆਂ ਦੇ ਗੌਰਮੈਂਟਾਂ ਦੇ ਮੂਹਰੇ, ਤੇ ਜਿਹੜੇ ਆਪਾਂ ਕਦੀ ਮਸਲੇ ਪਿਛਲੇ 30-40 ਸਾਲ ਤੋਂ ਦੇਖੇ ਨਹੀਂ ਸੀਗੇ, ਮਸਲੇ ਹੈਗੇ ਆ। ਜਾਣ ਬੁੱਝ ਕੇ ਇੱਥੇ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਆਪਸ ਵਿੱਚ ਪੜਾਇਆ ਜਾਊਗਾ। ਜਿਵੇਂ ਉਹਦੀ ਮਿਸਾਲ ਆਪਾਂ ਦੇਖ ਹੀ ਲਈ ਹੈ ਕਿ ਜਿੱਦਾਂ ਮੁਸਲਮਾਨ ਦੇ ਜਾਣ ਬਾਰੇ ਆ ਕੋਈ ਮੁੱਦਾ ਹੈ ਨਹੀਂ, ਪਰ ਏਡਾ ਵੱਡਾ ਮੁੱਦਾ ਬਣਾਤਾ, ਜਾਣੀ ਕਿ ਵੀ ਜਿੱਦਾਂ ਇਹ ਤੋਂ ਵੱਡੀ ਕੋਈ ਗੱਲ ਹੀ ਕੈਨੇਡਾ ਚ ਨਹੀਂ ਹੋ ਰਹੀ। ਜਾਣ ਬੁੱਝ ਕੇ ਏਡਾ ਵੱਡਾ ਮੁੱਦਾ ਬਣਾਇਆ ਜਾ ਰਿਹਾ। ਕਿਹਦੇ ਵੱਲੋਂ? ਇਹ ਸਿਰਫ ਉਹੀ ਲੋਕ ਆ, ਲੌਬੀ ਆ ਜਿਹੜੀ RSS ਤੇ ਚਲਾ ਰਹੀ ਆ ਕੇ ਉਹਨੂੰ ਸਿੱਖਾਂ ਨੂੰ ਬਦਨਾਮ ਕਰਨਾ, ਮੁਸਲਮਾਨਾਂ ਨੂੰ ਬਦਨਾਮ ਕਰਨਾ, ਆਪਸ ਵਿੱਚ ਪੜਾਉਣ ਦੀ ਟਰਾਈ ਕਰਨੀ ਆ। ਆਪਣੇ ਵੱਲ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਇੰਡੀਆ ਦੇ ਵਿੱਚ ਸਾਨੂੰ ਪਤਾ ਹੀ ਕੀ ਕਰ ਰਹੇ ਆ, ਪਰ ਇੱਥੇ ਵੀ ਕਰਨ ਦੀ ਕੋਸ਼ਿਸ਼ ਕਰ ਰਹੇ। ਸਾਡੀ ਕੋਸ਼ਿਸ਼ ਇਹ ਚਾਹੀਦੀ ਕਿ ਅਸੀਂ ਉਹਨਾਂ ਦਾ ਸਾਥ ਨਾ ਦਈਏ। ਬਿਲਕੁਲ ਜੀ, ਸੁਚੇਤ ਰਹਿਣ ਦੀ ਲੋੜ ਹੈ ਵੀਰੇ ਜੀ। ਪੂਰਾ ਆਪਾਂ ਸੁਚੇਤ ਰਹੀਏ ਤੇ ਆਪਾਂ ਧਿਆਨ ਰੱਖੀਏ ਵੀ ਕੀ ਕਰ ਰਹੇ ਆ ਤੇ ਕੀ ਇਹਦੇ ਵਿੱਚ ਕੀ ਮਸਲਾ ਹੋਊਗਾ। ਮਸਲਾ ਬਣਦਾ ਵੀ ਹੈ, ਪੈਂਦੀ ਰੌਲਾ ਪਿਆ ਜਾ ਰਿਹਾ, ਬਸ ਧਿਆਨ ਰੱਖੀਏ। ਧੰਨਵਾਦ ਜੀ, ਧੰਨਵਾਦ। ਵਾਕਿਆ ਜੀ ਸੁਚੇਤ ਰਹਿਣ ਦੀ ਲੋੜ ਆ। ਹਾਂਜੀ, ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9806। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਉਦੋਂ ਜਦੋਂ ਲਹਿਰ ਚੱਲਦੀ ਧੱਕਾ ਬਹੁਤ ਹੋਇਆ, ਤੇ ਧੱਕਾ ਮੁੰਡਿਆਂ ਨੇ ਵੀ ਆਮ ਬੰਦਿਆਂ ਨਾਲ ਮੋਟਰਾਂ ਤੇ ਜਾ ਕੇ ਗੰਨਾਂ ਦੇ ਪੁਆਇੰਟ ਤੇ ਰੋਟੀਆਂ ਖਾਣੀਆਂ, ਘਰਾਂ 'ਚ ਜਾਣੀਆਂ, ਇਹ ਵੀ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਹੈਗੀ ਨਾ। ਉਦਾਂ ਖਿਲਾਵਾ ਨਾ ਤੇ ਬਾਕੀ ਭਾਜੀ ਜਿਸਲੇ ਕੋਈ ਅੱਜ ਦੀ ਡੇਟ 'ਚ, ਉਦੋਂ ਵੀ ਪਹਿਲਾਂ ਵੀ ਬੁੱਤ ਮਾਰ ਤੇ ਜੇ ਕਿਸੇ ਦਾ ਬੰਦਾ ਟੱਬਰੇ ਚੱਕ ਕੇ ਲੈ ਜਾਂਦੇ ਸੀਗੇ ਨਾ। ਕਹਿਣ ਦਾ ਮਤਲਬ ਅੱਜ ਦੀ ਡੇਟ 'ਚ ਵੀ ਜੇ ਕੋਈ ਖਾਲਿਸਤਾਨ ਦੀ ਉੱਥੇ ਗੱਲ ਕਰਦਾ ਉਹਨੂੰ ਚੱਕ ਕੇ ਅੰਦਰ ਕਰ ਦਿੱਤਾ, ਜੱਗੀ ਜੋ ਲਾ ਲਓ, ਹੋਰ ਲਾ ਲਓ। ਪਰ ਮਸਲਾ ਇਹ ਆ ਵੀ ਇਹ ਸਾਡੇ ਲੋਕਾਂ ਨੂੰ ਕਦ ਨਹੀਂ ਸਮਝ ਆਉਂਦੀ ਵੀ ਜਦੋਂ ਜਰਨੈਲ ਸਿੰਘ ਨੂੰ ਵੀ ਏਜੰਸੀਆਂ ਨੇ ਹੀ ਖੜਾ ਕੀਤਾ ਸੀਗਾ, ਉਹਦੇ ਤੇ ਕੋਈ FIR ਦਰਜ ਹੈ ਨਹੀਂ। ਸਾਰੀ ਕੌਮ ਮਰਵਾਤੀ ਮਗਰ ਲਵਾ ਕੇ, ਉਹਦੇ ਨਿਆਣੇ ਨਜ਼ਾਰੇ ਲੈਂਦੇ ਆ। ਇੱਥੋਂ ਸਮਝ ਨਹੀਂ ਆਉਂਦੀ ਵੀ ਉਹ ਵੀ ਏਜੰਸੀਆਂ ਦਾ ਬੰਦਾ। ਜਦੋਂ ਕਹਿੰਦਾ ਵੀ ਹਿੰਦੂ ਇੰਨੇ ਵੱਡਾਂਗੇ ਜੇ ਮੇਰੀ ਬੱਸ ਗੱਡੀ ਨਾ ਛੱਡੀ, ਉਹਨੂੰ ਕੁਛ ਨਹੀਂ ਕਿਹਾ ਜਾਂਦਾ। ਕਰਫਿਊ ਲੱਗੇ ਚ ਨਗਰ ਕੀਰਤਨ ਕੱਢਦੇ ਹੁੰਦੇ ਸੀਗੇ। ਮੁੜ ਕੇ ਉਹ ਕਹਿੰਦਾ ਜਿੱਦਣ ਅਟੈਕ ਹੋ ਗਿਆ ਕੋਈ ਲੱਲੀ ਛੱਲੀ ਨਹੀਂ ਰਹਿਣ ਦਾ ਦਸਤਾਰ ਵਾਲੇ ਤੋਂ ਬਗੈਰ। ਵੀਡੀਓ ਪਈਆਂ ਭਾਜੀ, ਇੱਥੋਂ ਪਤਾ ਨਹੀਂ ਲੱਗਦਾ ਉਹ ਵੀ ਏਜੰਸੀਆਂ ਦਾ ਬੰਦਾ ਸੀਗਾ। ਢਿੱਲੋਂ ਸਾਹਿਬ ਇਹ ਦੱਸਿਓ। ਥੈਂਕ ਯੂ ਜੀ, ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਦੇਖੋ ਗੱਲ ਇਹ ਏਜੰਸੀਆਂ ਬੜਾ ਕੁਛ ਕਰਦੀਆਂ, ਬਹੁਤ ਕੁਛ ਕਰਦੀਆਂ, ਲੇਕਿਨ ਕੁਛ ਇੱਕ ਮਾਮਲੇ ਇਹੋ ਜਿਹੇ ਹੁੰਦੇ ਹੈ। ਮੇਰੀ ਸੋਚ ਕੁਛ ਹੋਰ ਹੈ, ਤੁਸੀਂ ਸਵਾਲ ਕੁਛ ਇਹੋ ਜਿਹਾ ਕੀਤਾ। ਮੈਂ ਇਸ ਸਵਾਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕੌਣ ਏਜੰਸੀਆਂ ਦਾ ਬੰਦਾ ਕੌਣ ਨਹੀਂ। ਲੇਕਿਨ ਇੱਕ ਗੱਲ ਸਪਸ਼ਟ ਹੈ ਮੈਂ ਕਹਿਣੀ ਚਾਹੁੰਦਾ ਕਿ ਜੋ ਕੁਛ ਗੜਬੜ ਹੋਇਆ ਹੈ ਉਹ ਸਾਰੇ ਦਾ ਸਾਰਾ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਜਿਹੜੀ ਇਹਨਾਂ ਦੀ ਵੱਖਰੀ ਪਛਾਣ ਹੈ, ਇੱਕ ਵੱਖਰਾ ਸੁਭਾਅ ਹੈ, ਵੱਖਰਾ ਕਰੈਕਟਰ ਹੈ, ਉਹਦੇ ਚੱਲਦਿਆਂ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਰਹੇ ਹਾਂ ਕਿ ਸਾਰੇ ਭਾਰਤ ਦੇ ਵਿੱਚੋਂ ਅਸੀਂ ਨੰਬਰ 1 ਦੇ ਉੱਤੇ ਹਾਂ। ਇੱਕ ਉਹ ਟਾਈਮ ਸੀ ਜਦੋਂ ਜੰਗ ਯੁੱਧ ਜਿਹੜੇ ਹੈ ਉਹ ਤਲਵਾਰਾਂ ਨਾਲ ਹੁੰਦੇ ਸੀ। ਬੰਦੇ ਦਾ ਬਾਹੂਬਲ, ਬੰਦੇ ਦੀ ਤਾਕਤ, ਫਿਜ਼ੀਕਲ ਪਾਵਰ ਹੈ ਜਿਹੜੀ ਉਹ ਬੜਾ ਮੈਟਰ ਕਰਦੀ ਹੁੰਦੀ ਸੀ। ਲੇਕਿਨ ਜਿਵੇਂ ਜਿਵੇਂ ਤਕਨੀਕ ਵੱਧਦੀ ਗਈ, ਤਕਨੀਕ ਵਧਣ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਜਿਹੜੇ ਭਾਈਚਾਰੇ ਨੂੰ ਅਸੀਂ ਇਹ ਸਮਝਦੇ ਹੁੰਦੇ ਸੀ ਵੀ ਇਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦਾ ਤਕਨੀਕ ਤੇ ਕਬਜ਼ਾ ਹੋ ਗਿਆ, ਉਹਨਾਂ ਦਾ ਸੱਤਾ ਤੇ ਕਬਜ਼ਾ ਹੋ ਗਿਆ, ਤੇ ਫਿਰ ਉਹ ਸਬਕ ਸਿਖਾਉਣ ਤੇ ਆ ਗਏ। ਸਬਕ ਸਿਖਾਉਣ ਵਾਸਤੇ ਬੜਾ ਕੁਛ ਹੁੰਦਾ। ਸਾਡੇ ਅੰਦਰੋਂ ਵੀ ਬੰਦੇ ਪੱਟੇ ਜਾਂਦੇ ਹੈ, ਬਾਹਰੋਂ ਵੀ ਬੰਦੇ ਵਿੱਚ ਵਾੜੇ ਜਾਂਦੇ ਹੈ, ਬਹੁਤ ਕੁਛ ਹੁੰਦਾ। ਮੈਂ ਅਜੀਤ ਡੋਭਾਲ ਦੀ ਗੱਲ ਕਰਕੇ ਹਟਿਆ, ਤੁਸੀਂ ਕਿਤਾਬ ਲੈ ਲਓ, ਮਲੋਏ ਕ੍ਰਿਸ਼ਨ ਧਰਤੀ, ਖੁੱਲੇ ਭੇਦ, ਓਪਨ ਸੀਕ੍ਰੇਟ ਹੈ। ਉਹਦੇ ਵਿੱਚ ਸਾਰਾ ਕੁਝ ਦੱਸਿਆ ਕਿ ਏਜੰਸੀਆਂ ਕਿਵੇਂ ਆਪਰੇਟ ਕਰਦੀਆਂ, ਕਿਵੇਂ ਕੰਮ ਕਰਦੀਆਂ। ਸੋ ਕੌਣ ਕਿਹਦੇ ਨਾਲ ਗੱਲਾਂ ਕਰਦਾ ਰਿਹਾ, ਕੌਣ ਕਿਹਦੇ ਨਾਲ ਕਿੱਥੇ ਚੱਲ ਰਿਹਾ, ਕਿਹਦੇ ਨਾਲ ਤਾਲੁਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਪਈਆਂ। ਇਸ ਕਰਕੇ ਕਿਸੇ ਦੇ ਮੂੰਹੋਂ ਕੋਈ ਗੱਲ ਕਹਾਉਣੀ ਉਹ ਕਈ ਵਾਰੀ ਚੰਗੀ ਨਹੀਂ ਲੱਗਦੀ, ਕਿਉਂਕਿ ਇਸ ਗੱਲ ਤੇ ਮੈਂ ਕਿਸੇ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ। ਕੱਲ ਨੂੰ ਅਗਲਾ ਕੋਈ ਇਹ ਕਹਿੰਦੇ ਜੀ ਇਹ ਸਿੱਖ ਵਿਰੋਧੀ ਹੈ ਜੀ, ਇਹ ਫਲਾਨਾ ਬੰਦਾ। ਹੁਣ ਕਿਉਂਕਿ ਇੱਕ ਮਿੱਥ ਬਣੀ ਹੋਈ ਵੀ ਹੈ ਵੀ ਆਹ ਬੰਦਾ ਚੰਗਾ ਤੇ ਆਹ ਬੰਦਾ ਮਾੜਾ ਹੈ। ਪਹਿਲਾਂ ਵੀ ਦੀਵਾਨਾ ਸਾਹਿਬ ਕਰਕੇ ਗਏ, ਉਹਨਾਂ ਨੇ ਕਿਸੇ ਬੰਦੇ ਵਿਅਕਤੀ ਵਿਸ਼ੇਸ਼ ਦਾ ਨਾਂ ਲਿਆ ਵੀ ਜੀ ਉਹਨੂੰ KPS ਗਿੱਲ ਨੇ ਪਾਵਰ ਦੇ ਵਿੱਚ ਲਿਆਂਦਾ ਵਗੈਰਾ ਵਗੈਰਾ। ਹੁਣ ਕੀ ਕਹਿ ਸਕਦੇ ਆਪਾਂ ਜੇ KPS ਗਿੱਲ ਬੰਦਾ ਕਿਸੇ ਬੰਦੇ ਨੂੰ ਪਾਵਰ ਦੇ ਵਿੱਚ ਲਿਆਉਂਦਾ ਹੈ, ਲਿਆ ਕੇ ਉਹਨੂੰ ਕਿਸੇ ਸੰਸਥਾ ਦਾ ਮੁਖੀ ਬਣਾਉਂਦਾ ਹੈ, ਤੇ KPS ਗਿੱਲ ਕੌਣ ਸੀ? ਉਹ ਵੀ ਤਾਂ ਇੰਡੀਅਨ ਸਟੇਟ ਦਾ ਬੰਦਾ ਹੀ ਸੀ। ਇੰਡੀਅਨ ਸਟੇਟ ਦੇ ਕਹਿੰਦੇ ਸਾਰਾ ਕੁਛ ਹੋ ਰਿਹਾ ਸੀ। ਜੇ ਫਿਰ ਵੱਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਏਜੰਸੀਆਂ ਦੇ ਹੱਥਾਂ ਚਲੀਆਂ ਗਈਆਂ ਤਾਂ ਰੱਬ ਰੱਖ ਹੀ ਹੈ। ਜੀ ਢਿੱਲੋਂ ਸਾਹਿਬ, ਆਪਾਂ ਲਾਈਨਾਂ ਸਾਰੀਆਂ ਫਰੈਸ਼ ਕਰਦੀਆਂ, ਪਰ ਖਬਰ ਜ਼ਰੂਰ ਸਾਂਝੀ ਕਰਨੀ। ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਕਿਵੇਂ ਲੱਗੀ ਕਰੋਨਾ ਦੀ ਲਾਗ? ਚੰਦੂ ਮਾਜਰਾ ਦਾ ਅਕਬਾਲੀਆ ਇਨਕਸਾਫ ਆਇਆ ਜੀ। ਚੰਦੂ ਮਾਜਰਾ ਸਾਹਿਬ ਨੇ ਇੱਕ ਰੇਡੀਓ
ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ ਕਿ ਉਹ ਕੁਛ ਹਰਮੰਦਰ ਸਾਹਿਬ ਆਪਣਾ ਹਜੂਰ ਸਾਹਿਬ ਦੇ ਵਿੱਚ ਹੋਇਆ ਹੈ, ਉਹਦੇ ਬਾਰੇ ਉਹਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਪਰ ਉਹਨੇ ਇੱਕ ਗੱਲ ਮੰਨੀ ਹੈ, ਉਹਨੇ ਇਹ ਮੰਨੀ ਹੈ ਕਿ ਮੈਨੂੰ ਬਹੁਤ ਸਾਰੇ ਲੋਕਾਂ ਦੇ ਮਹਾਰਾਸ਼ਟਰ ਦੇ ਵਿੱਚੋਂ ਫੋਨ ਆਉਂਦੇ ਸੀ ਕਿ ਜੀ ਅਸੀਂ ਲੇਬਰ ਵਾਲੇ ਲੋਕ ਆ, ਅਸੀਂ ਮਜ਼ਦੂਰੀ ਕਰਨ ਵਾਸਤੇ ਆਏ ਸੀ ਤੇ ਸਾਡਾ ਕੋਈ ਪ੍ਰਬੰਧ ਕਰੋ, ਅਸੀਂ ਵਾਪਸ ਜਾਣਾ ਚਾਹੁੰਦੇ ਆ, ਆਪੋ ਆਪਣੇ ਘਰਾਂ ਨੂੰ ਸਾਨੂੰ ਤੁਸੀਂ ਕਰਵਾਓ। ਚੰਦੂ ਮਾਜਰਾ ਸਾਹਿਬ ਕਹਿੰਦੇ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਪੰਜਾਬ ਸਰਕਾਰ ਨੇ 80 ਬੱਸਾਂ ਭੇਜੀਆਂ, ਕਿਉਂਕਿ ਪਾਰਲੀਮੈਂਟ ਦੇ ਮੈਂਬਰ ਰਹੇ ਹੈ ਤੇ ਪਾਰਲੀਮੈਂਟ ਦਾ ਮੈਂਬਰ ਸ਼ਰਦ ਪਵਾਰ ਵੀ ਹੈ। ਇਹਨੇ ਕਿਹਾ ਕਿ ਮੈਂ ਸ਼ਰਦ ਪਵਾਰ ਨੂੰ ਫੋਨ ਕੀਤਾ ਕਿ ਸ਼ਰਦ ਪਵਾਰ ਜੀ ਕਿਰਪਾ ਕਰਕੇ ਤੁਸੀਂ ਆਪਣੀ ਸਰਕਾਰ ਵੱਲੋਂ ਇਹ ਹੁਕਮ ਜਾਰੀ ਕਰਵਾ ਦਿਓ ਕਿ ਸਾਡੇ ਬੰਦੇ ਜਿਹੜੇ ਮਹਾਰਾਸ਼ਟਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਬੈਠੇ ਹੈ ਉਹ ਹਜੂਰ ਸਾਹਿਬ ਜਾਣਾ ਚਾਹੁੰਦੇ ਆ, ਉਹਨਾਂ ਨੂੰ ਰੋਕਿਆ ਨਾ ਜਾਵੇ। ਚੰਦੂ ਮਾਜਰੇ ਦੇ ਕਹਿਣ ਮੁਤਾਬਕ ਕਹਿੰਦੇ ਸ਼ਰਦ ਪਵਾਰ ਦੇ ਕਹਿਣ ਤੋਂ ਬਾਅਦ ਉਧਮ ਠਾਕਰੇ ਨੇ ਇੱਕ ਜਨਰਲ ਆਰਡਰ ਕੱਢਤਾ ਸੀ ਕਿ ਜੇ ਕੋਈ ਵੀ ਪੰਜਾਬੀ ਮਜ਼ਦੂਰ ਹਜੂਰ ਸਾਹਿਬ ਜਾਂਦਾ ਉਹਨੂੰ ਰਸਤੇ 'ਚ ਰੋਕਿਆ ਨਾ ਜਾਵੇ, ਤੇ ਉਹ ਲੋਕ ਕਾਫੀ ਤਾਦਾਦ ਦੇ ਵਿੱਚ ਹਜੂਰ ਸਾਹਿਬ ਆ ਗਏ ਸੀ। ਹਜੂਰ ਸਾਹਿਬ ਆ ਕੇ ਫਿਰ ਪ੍ਰੋਬਲਮ ਆ ਗਈ ਕਿ ਉਹ ਰਹਿਣ ਕਿੱਥੇ। ਚੰਦੂ ਮਾਜਰਾ ਜੀ ਕਹਿੰਦੇ ਆ ਕਿ ਮੈਂ ਫਿਰ ਜਿਹੜੇ ਲੰਗਰ ਸਾਹਿਬ ਵਾਲੇ ਬਾਬੇ ਹੈ, ਬਾਬਾ ਬਲਵਿੰਦਰ ਸਿੰਘ ਹੋਰੀ ਤੇ ਨਗੇਂਦਰ ਸਿੰਘ ਹੋਰੀ, ਉਹਨਾਂ ਨੂੰ ਮੈਂ ਫੋਨ ਕੀਤਾ ਕਿ ਬਾਬਾ ਜੀ ਇਹ ਬੰਦੇ ਆਪਣੇ ਆ, ਤੁਸੀਂ ਇਹਨਾਂ ਨੂੰ ਇੱਥੇ ਰੱਖੋ, ਇਹਨਾਂ ਨੂੰ ਕਮਰੇ ਵਗੈਰਾ ਦੇ ਦਿਓ ਤੇ ਇਹ ਇਹਨਾਂ ਬੱਸਾਂ 'ਚ ਚਲੇ ਜਾਣਗੇ। ਹੁਣ ਵੱਡੀ ਗੱਲ ਇਹ ਹੈ ਕਿ ਇਹ ਬਾਬਾ ਬਲਵਿੰਦਰ ਸਿੰਘ ਹੋਰਾਂ ਦਾ ਵੀ ਵੀਡੀਓ ਆ ਗਿਆ, ਉਹਨਾਂ ਨੇ ਕਿਹਾ ਜੀ ਅਸੀਂ ਸਾਰੇ ਲੋਕਾਂ ਦਾ ਟੈਸਟ ਇੱਥੇ ਕਰਵਾਇਆ ਸੀ ਜਿਹੜੇ ਹਜੂਰ ਸਾਹਿਬ ਸ਼ਰਧਾਲੂ ਆਏ ਸੀ। ਡਾਕਟਰ ਸਾਹਿਬ ਤੋਂ ਵੀ ਇਹ ਗੱਲ ਆ ਗਈ ਹੈ ਕਿ ਜੀ ਇੱਥੇ ਰੋਜ਼ ਡਾਕਟਰ ਆਉਂਦੇ ਸੀ ਤੇ ਇਹਨਾਂ ਦਾ ਚੈੱਕਅਪ ਕਰਦੇ ਸੀ, ਇਹਨਾਂ 'ਚ ਲੱਛਣ ਕੋਈ ਹੈ ਨਹੀਂ ਸੀ। ਲੇਕਿਨ ਜੇ ਲੱਛਣ ਨਹੀਂ ਸੀਗੇ ਤਾਂ ਫਿਰ ਤੇਰੇ ਇੰਨੇ ਲੋਕ ਵੱਡੀ ਤਾਦਾਦ ਦੇ ਵਿੱਚ ਕਰੋਨਾ ਦੀ ਇਲਾਜ ਨਾਲ ਪੀੜਤ ਹੋ ਗਏ ਤੇ ਉਹ ਹੋਏ ਕਿਵੇਂ। ਦੂਜੇ ਪਾਸੇ ਜੇ ਅਸੀਂ ਹਜੂਰ ਸਾਹਿਬ ਦੀ ਗੱਲ ਦੇਖੀਏ ਤਾਂ ਉੱਥੋਂ ਵੀ ਇਹ ਗੱਲ ਆ ਗਈ ਕਿ ਹਜੂਰ ਸਾਹਿਬ ਇਹ ਤੋਂ ਪਹਿਲਾਂ ਸਿਰਫ 2 ਜਾਂ 3 ਬੰਦੇ ਕਰੋਨਾ ਪੇਸ਼ੈਂਟ ਸੀਗੇ ਤੇ ਉਹ ਬਾਹਰਲੇ ਸੀ, ਉਹਨਾਂ ਦਾ ਗੁਰੂ ਘਰ ਦੇ ਨਾਲ ਕੋਈ ਤਾਲੁਕ ਨਹੀਂ, ਨਾ ਤਾਂ ਉਹ ਤਖਤ ਸਾਹਿਬ ਨਾਲ ਰਿਲੇਟਡ ਸੀ ਤੇ ਨਾ ਹੀ ਉਹ ਲੰਗਰ ਸਾਹਿਬ ਵਾਲੇ ਗੁਰੂ ਘਰ ਨਾਲ ਰਿਲੇਟਡ ਸੀਗੇ। ਉਹ ਅੱਜ ਸੀ ਇੰਨੇ ਬੰਦੇ ਕੀ ਹੋਏ। ਇਹਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਕੁਛ ਲੋਕ ਕਹਿ ਰਹੇ ਹੈ ਕਿ ਜਿਹੜੇ ਮਜ਼ਦੂਰ ਦੂਰ ਦਰਾਡੇ ਕੰਮ ਕਰਦੇ ਸੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਭਾਵੇਂ ਹਜੂਰ ਸਾਹਿਬ ਦੇ ਵਿੱਚ ਕੇਸ ਘੱਟ ਸੀਗੇ, ਲੇਕਿਨ ਇਹ ਗੱਲ ਤਾਂ ਫੈਕਟ ਹੈ ਨਾ ਕਿ ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਜੇ ਕਰੋਨਾ ਵਾਇਰਸ ਤੋਂ ਪੀੜਤ ਲੋਕ ਹੈਗੇ ਤਾਂ ਉਹ ਮਹਾਰਾਸ਼ਟਰ 'ਚ ਹੈ। ਜੇ ਉਹ ਹਜੂਰ ਸਾਹਿਬ ਤੋਂ ਦੂਰ ਦਰੇਡੇ ਕੰਮ ਕਰਦੇ ਹੋਣਗੇ, ਪੋਸੀਬਲ ਹੈ ਕਿ ਉਹਨਾਂ ਵਿੱਚੋਂ ਕਿਸੇ ਬੰਦੇ ਨੂੰ ਲਾਗ ਲੱਗੀ ਹੋਵੇ। ਉਹ ਲਾਗ ਵਾਲੇ ਬੰਦੇ ਕਿੰਨੀਆਂ ਬੱਸਾਂ 'ਚ ਚੜ ਗਏ, ਕੋਈ ਇਹਦਾ ਹਿਸਾਬ ਕਿਤਾਬ ਨਹੀਂ। ਚੰਦੂ ਮਾਜਰਾ ਜੀ ਅੱਗੇ ਵੀ ਗੱਲ ਕਹਿੰਦੇ ਆ, ਕਹਿੰਦੇ ਫਿਰ ਮੈਨੂੰ ਦੁਬਾਰਾ ਫੋਨ ਆਏ ਜਦੋਂ ਕੁਛ ਬੰਦੇ ਆ ਗਏ, ਇਹਦੀ ਸਾਨੂੰ ਤਾਂ ਪਤਾ ਨਹੀਂ ਲੱਗਿਆ, ਅਸੀਂ ਤਾਂ ਆਪੋ ਆਪਣੀਆਂ ਫੈਕਟਰੀਆਂ ਦੇ ਮੂਹਰੇ ਖਲੋਤੇ ਹਾਂ, ਅਸੀਂ ਵੀ ਜਾਣਾ ਚਾਹੁੰਦੇ ਹਾਂ। ਪਰ ਉਹਨਾਂ ਨੇ ਕਿਹਾ ਕਿ ਬਲਾਚੌਰ ਦੇ ਕੁਝ ਬੰਦਿਆਂ ਦੇ ਮੈਨੂੰ ਫੋਨ ਆਏ ਸੀ। ਚੰਦੂ ਮਾਜਰਾ ਜੀ ਫਿਰ ਇਹ ਵੀ ਗੱਲ ਕਹਿੰਦੇ ਆ ਕਿ ਮੈਨੂੰ ਸਨੌਰ ਜਿੱਥੋਂ ਮੇਰਾ ਮੁੰਡਾ MLA ਹੈ ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਉੱਥੋਂ ਦੇ ਲੋਕਾਂ ਦੇ ਵੀ ਫੋਨ ਆਏ ਵੀ ਅਸੀਂ ਫਸੇ ਬੈਠੇ ਹਾਂ ਤੇ ਸਾਰਾ ਕੁਛ ਕਰੋ। ਤਾਂ ਅੱਗੇ ਚੰਦੂ ਮਾਜਰਾ ਜੀ ਕਹਿੰਦੇ ਆ ਕਿ ਮੈਂ ਫਿਰ PITC ਜਿਹੜਾ ਡਿਪਾਰਟਮੈਂਟ ਹੈ ਇਹਦੇ ਵਿੱਚ ਜਿਹੜੇ ਸਾਡੇ ਕੁਛ ਬੰਦੇ ਬੈਠੇ ਆ, ਕੁਛ ਅਫਸਰ ਬੈਠੇ ਆ, ਕੁਛ ਮਿੱਤਰ ਪਿਆਰੇ ਬੈਠੇ ਹੈ, ਉਹਨਾਂ ਨੂੰ ਮੈਂ ਫੋਨ ਕੀਤਾ ਜੀ ਸਾਡਾ ਤਾਲਮੇਲ ਕਰਵਾਓ। ਉਹਨਾਂ ਨੇ ਬੱਸਾਂ ਵਾਲਿਆਂ ਨਾਲ ਤਾਲਮੇਲ ਕਰਵਾਇਆ, ਫਿਰ ਬੱਸਾਂ ਵਾਲਿਆਂ ਨੂੰ ਐਡਰੈਸ ਦਿੱਤੇ ਡਰਾਈਵਰਾਂ ਕੰਡਕਟਰਾਂ ਨੂੰ ਕਿ ਭਾਈ ਫਲਾਨੀ ਫੈਕਟਰੀ ਦੇ ਮੂਹਰੇ ਸਾਡੀ ਲੇਬਰ ਖੜੀ ਹੈ, ਜਿਹੜੇ ਲੇਬਰ ਹੈ ਪੰਜਾਬੀ ਲੇਬਰ ਵਾਲੇ ਹੈ, ਇਹਨਾਂ ਨੂੰ ਕਿਰਪਾ ਕਰਕੇ ਤੁਸੀਂ ਚੜਾ ਲਿਆਓ, ਤੇ ਇਹ ਚੜਾ ਕੇ ਲੈ ਕੇ ਆਏ ਹੈ। ਇਹ ਉਹਨਾਂ ਨੇ ਸਾਰੀ ਗੱਲ ਮੰਨ ਲਈ। ਉਹਨਾਂ ਨੇ ਇਕਵਾਲ ਇਹ ਨਹੀਂ ਕੀਤਾ ਕਿ ਕਰੋਨਾ ਵਾਇਰਸ ਇਹਨਾਂ ਤੋਂ ਫੈਲਿਆ ਹੈ। ਜਲਦੀ ਸਾਹਿਬ ਜਿਹੜੇ ਮਜ਼ਦੂਰ ਹੈ, ਇਹ ਸ਼ਰਧਾਲੂਆਂ ਦਾ ਹੱਕ ਬਣਦਾ ਆਪਣੇ ਘਰਾਂ 'ਚ ਆਉਣ ਦਾ, ਤਾਂ ਮਜ਼ਦੂਰਾਂ ਦਾ ਵੀ ਹੱਕ ਬਣਦਾ, ਉਹ ਵੀ ਚਾਹੁੰਦੇ ਕਿ ਉਹ ਆਪਣੇ ਘਰ ਆਉਣ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਉਹ ਉਹਨਾਂ ਬੱਸਾਂ 'ਚ ਕਿਉਂ ਆ ਗਏ, ਸਰਕਾਰ ਦੀਆਂ ਬੱਸਾਂ 'ਚ ਬਹਿ ਗਏ। ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਲੋਕਾਂ ਦੇ ਬੱਸਾਂ 'ਚ ਬੈਠਣ ਤੋਂ ਪਹਿਲਾਂ ਉਹਨਾਂ ਦੇ ਟੈਸਟ ਹੋਣੇ ਚਾਹੀਦੇ ਸੀ। ਜਿਹੜੇ ਪਹਿਲੇ ਸ਼ਰਧਾਲੂ ਬੈਠੇ ਹੈ, ਕਹਿੰਦੇ ਆ ਬਾਬੇ ਕਹਿੰਦੇ ਹੈ ਜਾਂ ਤਖਤ ਸਾਹਿਬ ਵਾਲੇ ਕਹਿੰਦੇ ਆ ਮੈਨੇਜਮੈਂਟ ਕਿ ਇਹਨਾਂ ਦੇ ਟੈਸਟ ਲਗਾਤਾਰ ਹੁੰਦੇ ਰਹੇ ਹੈ, ਤੇ ਜਿਹੜੇ ਉਹ ਲੋਕ ਆਏ ਇਹਦਾ ਮਤਲਬ ਉਹਨਾਂ ਦੇ ਟੈਸਟ ਨਹੀਂ ਸੀ ਹੋਏ। ਬਗੈਰ ਟੈਸਟ ਹੋਇਆਂ ਤੋਂ ਜੇ ਬੰਦੇ ਉੱਥੇ ਆ ਗਏ ਹੈ ਤਾਂ ਇਹਦਾ ਮਤਲਬ ਹੈ ਵੀ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਲਾਗ ਲੱਗੀ ਹੋਣੀ ਹੈ, ਇਨਫੈਕਸ਼ਨ ਹੋਣੀ ਹੈ, ਔਰ ਉਹ ਇਨਫੈਕਸ਼ਨ ਇੱਥੋਂ ਤੱਕ ਫੈਲਦੀ ਹੈ। ਹੁਣ ਵੱਡਾ ਸਵਾਲ ਇਹ ਪਹਿਲਾਂ ਹੁੰਦਾ ਕਿ ਸਿਆਸੀ ਰੋਟੀਆਂ ਸੇਕਣੋਂ ਹਟ ਨਹੀਂ ਰਹੇ। ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦਾ ਲੀਡਰ ਹੈ, ਉਹ ਸਟੇਟ ਦੇ ਵਿੱਚ ਵਜ਼ੀਰ ਵੀ ਰਹੇ ਹੈ, ਉਹ ਕੇਂਦਰ ਦੇ ਵਿੱਚ ਕਈ ਵਾਰੀ ਪਾਰਲੀਮੈਂਟ ਦੇ ਮੈਂਬਰ ਵੀ ਬਣੇ ਹੈ। ਇਹਦਾ ਬੰਦਾ ਸ਼ਰੇਆਮ ਇੱਕ TV ਨੈਟਵਰਕ ਦੇ ਉੱਤੇ ਇਹ ਗੱਲ ਕਹਿ ਰਿਹਾ ਹੈ ਕਿ ਹਾਂ ਅਸੀਂ ਉਹਨਾਂ ਬੰਦਿਆਂ ਨੂੰ ਬੁਲਾਇਆ ਹੋਇਆ ਹੈ, ਅਸੀਂ ਉਹਨਾਂ ਦਾ ਪ੍ਰਬੰਧ ਕੀਤਾ ਕਿ ਉਹ ਮਜ਼ਦੂਰ ਵੀ ਆ ਜਾਣ ਸ਼ਰਧਾਲੂਆਂ 'ਚ ਮਿਲ ਕੇ, ਤੇ ਫਿਰ ਆਪਾਂ ਨੂੰ
ਕਿਸੇ ਹੋਰ ਨੂੰ ਲਾਭਾ ਦੇਣ ਦੀ ਤਾਂ ਲੋੜ ਹੀ ਨਾ ਰਹਿ ਜਾਂਦੀ ਕਿ ਜੀ ਇਹ ਤਾਂ ਜੀ ਫਲਾਣਿਆਂ ਨੇ ਇੰਤਜ਼ਾਮ ਨਹੀਂ ਕੀਤਾ ਜੀ, ਇਹਦੇ ਲਈ ਆਹ ਜ਼ਿੰਮੇਵਾਰ ਹੈ ਜੀ, ਇੱਥੇ ਸਰਕਾਰ ਨੇ ਆਹ ਨਹੀਂ ਕੀਤਾ ਜੀ, ਇੱਥੇ ਕਾਂਗਰਸ ਨੇ ਆਹ ਨਹੀਂ ਕੀਤਾ, ਇੱਥੇ ਫਲਾਣੇ ਨੇ ਨਹੀਂ ਕੀਤਾ। ਬੰਦੇ ਤਾਂ ਤੁਹਾਡੇ ਆਪ ਦੇ ਦੱਸੀ ਜਾਂਦੇ ਕਿ ਅਸੀਂ ਜਿਹੜੇ ਬੰਦਿਆਂ ਦਾ ਹੱਕ ਨਹੀਂ ਬਣਦਾ ਸੀ ਉਹਨਾਂ ਨੂੰ ਵੀ ਸਰਕਾਰੀ ਗੱਡੀਆਂ 'ਚ ਬਿਠਾਇਆ, ਬਗੈਰ ਟੈਸਟ ਤੋਂ ਬਿਠਾਇਆ। ਤੇ ਬਗੈਰ ਟੈਸਟ ਦੇ ਵਿੱਚੋਂ ਇਹੀ ਤਾਂ ਜਿਹੜੀ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਆਪਾਂ, ਸੋਸ਼ਲ ਡਿਸਟੈਂਸ ਆਹੀ ਤਾਂ ਹੈ ਕਿ ਇਹ ਬੰਦੇ ਤੋਂ ਬੰਦੇ ਨੂੰ ਲਾਗ ਲੱਗਦੀ ਹੈ। ਇੱਕ ਨੂੰ ਲਾਗ ਲੱਗ ਗਈ, ਉਹ ਜਿੰਨੇ ਬੰਦਿਆਂ ਨੂੰ ਮਿਲਦਾ ਤਾਂ ਉਹਨੇ ਮਲਟੀਪਲਾਈ ਹੋ ਜਾਂਦੇ ਆ, ਉਹ ਅੱਗੇ ਕਿੰਨੇ ਬੰਦਿਆਂ ਨੂੰ ਮਿਲਦਾ ਤੇ ਕੁਛ ਦੀ ਕੁਛ ਹੋ ਜਾਂਦਾ ਹੈ। ਪੰਜਾਬ ਦੇ ਵਿੱਚ ਕੁਝ ਜ਼ਿਲ੍ਹੇ ਉਹ ਸੀ ਜਿਹੜੇ ਬਿਲਕੁਲ ਗ੍ਰੀਨ ਜ਼ੋਨ ਦੇ ਵਿੱਚ ਸੀ। ਪੰਜਾਬ ਦੇ ਵਿੱਚ ਜਿਹੜੇ ਪਹਿਲੇ ਕੇਸ ਆਏ ਆ, ਜਿਵੇਂ ਬਲਦੇਵ ਸਿੰਘ ਆ ਗਿਆ ਸੀ ਨਵਾਂ ਸ਼ਹਿਰ ਵਾਲਾ, ਉਹ ਸਾਰੇ ਦੇ ਸਾਰੇ ਮਤਲਬ ਜਿਹੜੇ ਹੈਗੇ ਠੀਕ ਹੋ ਗਏ ਸੀ ਪੇਸ਼ੈਂਟ। ਪਰ ਹੁਣ ਜਿਹੜਾ ਹੈਗਾ ਇਸ ਵੇਲੇ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ, ਦੂਜੇ ਸੂਬਿਆਂ ਦੇ ਬਰਾਬਰ ਹੀ ਜਾ ਰਹੇ ਹਾਂ ਅਸੀਂ। ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਮੇਰਾ ਖਿਆਲ ਹੈ ਵੀ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਬਿਆਨ ਹੈ, ਜਿਹੜਾ ਉਹਨਾਂ ਨੇ ਇਨਕਸ਼ਾਫ ਕੀਤਾ ਹੈ, ਮੈਂ ਕਹੂੰਗਾ ਵੀ ਇਹ ਇੱਕ ਇਨਕਸ਼ਾਫ ਹੈ, ਜਿਹੜਾ ਇਹ ਉਹਨਾਂ ਦਾ ਇਕਵਾਲੀਆ ਬਿਆਨ ਹੈ ਕਿ ਉਹਨਾਂ ਨੇ ਇਹ ਬੰਦੇ ਬਣਵਾਏ ਸੀ। ਔਰ ਉਹਦੇ ਚ ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਇਨਫੈਕਟਡ ਹੋਣਗੇ, ਪਰ ਜੇ ਲਾਗ ਲੱਗੀ ਹੈ ਕਿਸੇ ਤੋਂ ਤਾਂ ਲੱਗੀ ਹੈ ਨਾ, ਤਾਂ ਫਿਰ ਜ਼ਿੰਮੇਵਾਰ ਕੌਣ ਹੈ? ਇਹ ਇੱਕ ਵੱਡਾ ਸਵਾਲ ਹੈ ਜੀ। ਬਿਲਕੁਲ ਜੀ, ਮੈਂ ਜਾਣਕਾਰੀ ਦੇਣੀ ਚਾਹੁੰਦਾ, ਜੇ ਤੁਸੀਂ ਮੌਂਟਰੀਅਲ ਤੋਂ ਟੋਰਾਂਟੋ ਜਾਂ ਟੋਰਾਂਟੋ ਤੋਂ ਮੌਂਟਰੀਅਲ ਜਾਣਾ ਜੀ, ਬੈਸਟ ਕੈਨੇਡੀਅਨ ਰਾਈਡ ਸਰਵਿਸ ਦਾ 514 560 6613। ਕਿਸੇ ਵੀ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਹੈ ਜਾਂ ਬਾਈ ਕਰਨੀ, ਸੋਮਲ ਵਾਚ ਕਲੌਕ ਐਂਡ ਪਾਰਟਸ 905 790 2188। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੰਪਨੀ ਖੋਲਣੀ ਹੈ, ਟਰੱਕਿੰਗ ਕੰਪਨੀ, ਜਾਣੀ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੈਗੀ, CVOR ਲੈਣਾ, IFTA ਲੈਣਾ ਆ, ਤੇ ਤੁਸੀਂ G&G ਟਰੱਕਿੰਗ ਐਂਡ ਸੋਲਿਊਸ਼ਨ ਨੂੰ ਕਾਲ ਕਰ ਸਕਦੇ 905 461 2525। ਬੇਸਮੈਂਟ ਬਣਾਉਣੀ ਹੈ, ਬੇਸਮੈਂਟ ਲੀਗਲ ਕਰਾਉਣੀ ਹੈ, ਵਾਸ਼ਰੂਮ ਬਣਾਉਣਾ, ਰੈਨੋਵੇਸ਼ਨ ਕਰਾਉਣੀ ਹੈ, ਹਰਦਿਆਲ ਸਿੰਘ ਚੀਤਾ 647 409 9915। ਵਧੀਆ ਸੋਫਾ ਲੈਣਾ ਬੈਸਟ ਕੁਆਲਿਟੀ ਦੇ ਵਿੱਚ, ਰਾਉਂਡ ਸ਼ੇਪ, L ਸ਼ੇਪ ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ 905 799 8877। ਆਪਾਂ ਕਾਲਾਂ ਲੈ ਲਈਏ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 0407। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੱਲ ਇਸ ਤਰ੍ਹਾਂ ਵੀ ਜਿਹੜੀ ਮੋਹਾਲੀ ਉਹ ਥਾਣੇਦਾਰ ਨੇ ਕੇਸ ਦਰਜ ਕਰਿਆ, ਉਹ ਉੱਥੇ ਉਹਨੂੰ ਸਮੇਤ ਸੈਣੀ ਨੂੰ ਨਾ ਪੇਸ਼ ਹੋਣਾ ਹੀ ਪੈਣਾ ਜੀ, ਕਿਉਂਕਿ ਜੇਕਰ ਥਾਣੇਦਾਰ ਦੇ ਵਿੱਚ ਦਿਲ ਹੋਇਆ, ਦਿਮਾਗ ਹੋਇਆ, ਉਹਨੂੰ ਕੋਈ ਨਾ ਸੁਪਰੀਮ ਕੋਰਟ ਕੁਛ ਕਰ ਸਕਦੀ ਹੈ, ਨਾ ਮੋਦੀ ਕੁਛ ਕਰ ਸਕਦਾ, ਕੋਈ ਕੋਰਟ ਕੁਛ ਨਹੀਂ ਕਰ ਸਕਦੀ। ਜਦੋਂ FIR ਦਰਜ ਹੋ ਜਾਏ ਨਾ, ਉਹਨੂੰ ਸੁਪਰੀਮ ਕੋਰਟ ਵੀ ਨਹੀਂ ਤੋੜ ਸਕਦੀ। ਉਹ ਥਾਣੇਦਾਰ ਦੀ ਮਰਜ਼ੀ ਆ। ਇਹ ਥਾਣੇਦਾਰ ਦਾ ਹੁਣ ਦੇਖਦੇ ਆ ਵੀ ਦਿਲ ਕੰਮ ਕਰਦਾ, ਦਿਮਾਗ ਕੰਮ ਕਰਦਾ, ਇਹ ਤਾਂ ਉਹਨੂੰ ਜਾਣਾ ਹੀ ਪੈਣਾ ਉੱਥੇ, ਤੇ ਉਹਨੇ ਅਰੈਸਟ ਕਰਨਾ ਹੀ ਕਰਨਾ ਹੈ ਜੀ। ਹਾਂਜੀ, ਧੰਨਵਾਦ ਜੀ, ਧੰਨਵਾਦ। ਹਾਂਜੀ ਵੀਰ ਜੀ, ਸ਼ਾਰਟ ਦੇ ਵਿੱਚ ਰੱਖਿਓ, ਆਪਣੇ ਕੋਲ ਟਾਈਮ ਥੋੜਾ ਰਹਿ ਗਿਆ। ਹਾਂਜੀ 2956। ਮੈਂ ਤਾਂ ਇਹੀ ਪੁੱਛਣਾ ਸੀਗਾ ਜੀ, ਜੱਬੂ ਜਿਹੜਾ ਫੜਿਆ ਭਗਵਾਨਪੁਰੀਆ, ਇਹਨੂੰ ਸੱਚੀ ਕਰੋਨਾ ਸੀ ਜਾਂ ਜਿੱਦਾਂ ਬਈ ਕੋਈ ਸਕੀਮ ਆ, ਜਿੱਦਾਂ ਹੁਣ ਕੱਲੇ ਨੂੰ ਉਹਨੂੰ ਕੱਢ ਲਿਆ, ਜਾਂ ਤਾਂ ਇਹ 10-15 ਜਿੱਦਾਂ ਬੰਦੇ, ਚਲੋ ਬਾਕੀ ਤਾਂ ਢਿੱਲੋਂ ਸਾਹਿਬ ਹੋਣੀ ਦੱਸਣਗੇ ਜੀ, ਕਾਲੀ ਆ ਤੁਹਾਨੂੰ ਵੀ। ਓਕੇ ਬਾਈ ਜੀ, ਇਹਦੇ ਬਾਅਦ ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਜੱਗੂ ਭਗਵਾਨਪੁਰੀਆ ਬਾਰੇ। ਬਿਲਕੁਲ ਜੀ, ਪਹਿਲਾਂ ਤਾਂ ਇਹ ਸੀ ਕਿ ਉਹ ਪੋਜ਼ਿਟਿਵ ਆ ਗਿਆ, ਲੇਕਿਨ ਬਾਅਦ ਦੇ ਵਿੱਚ ਉਹਦੇ 2 ਟੈਸਟ ਹੋ ਰਹੇ ਹੈ। ਕਿਹਾ ਗਿਆ ਕਿ ਉਹ ਟੈਸਟ ਨੈਗੇਟਿਵ ਹੈ, ਇਸ ਵੇਲੇ ਉਹ ਅੰਡਰ ਜਿਹੜਾ ਹੈਗਾ ਸਰਵੀਲੈਂਸ ਹੈ। ਲੇਕਿਨ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਹੋਰ ਨਹੀਂ ਕੱਢੇ, ਕੱਲਾ ਕੱਢਿਆ, ਉਹ ਅਸਲ ਦੇ ਵਿੱਚ ਉਹਦੇ ਖਿਲਾਫ ਇਲਜ਼ਾਮ ਹੈ। ਇਹ ਐਵੀਡੈਂਸ ਆਈ ਹੈ, ਪੁਲਿਸ ਕਹਿੰਦੀ ਹੈ ਕਿ ਉਹਦੇ ਖਿਲਾਫ ਇਹ ਸਬੂਤ ਆ ਗਏ ਕਿ ਜਿਹੜਾ ਦਲਵੀਰ ਸਿੰਘ ਢਿੱਲੋਂ ਸਰਪੰਚ ਕਤਲ ਕੀਤਾ ਸੀ, ਉਹਦੇ ਵਿੱਚ ਉਹਦੀ ਇਨਵੋਲਵਮੈਂਟ ਹੈ, ਤੇ ਉਹਨੂੰ ਪੁੱਛਗਿੱਛ ਵਾਸਤੇ ਲੈਦਾ ਹੈ ਇਨਵੋਲਵਮੈਂਟ ਹੈ ਕਿ ਨਹੀਂ ਹੈ, ਇਹ ਜਾਣਨ ਵਾਸਤੇ। ਇਸ ਕਰਕੇ ਪ੍ਰੋਟੈਕਸ਼ਨ ਬ੍ਰਾਂਡ ਦੇ ਉੱਤੇ ਇਕੱਲੇ ਦੀ ਲੋੜ ਸੀ, ਇਕੱਲੇ ਨੂੰ ਉਹਨਾਂ ਨੇ ਲੈਦਾ ਹੈ, ਦੂਜਿਆਂ ਦੀ ਕੋਈ ਲੋੜ ਨਹੀਂ ਸੀ, ਉਹਨਾਂ ਨੂੰ ਨਹੀਂ ਬੁਲਾਇਆ ਜੀ। ਚਲੋ ਸਾਹਿਬ, ਇੱਕ ਖਬਰ ਸਾਂਝੀ ਜ਼ਰੂਰੀ ਕਰਨੀ ਹੈ। ਹੁਣ ਅਰਧ ਸੈਨਿਕ ਬਲਾਂ ਤੋਂ ਇਲਾਵਾ ਜੇਲਾਂ ਵੀ ਆਈਆਂ ਕਰੋਨਾ ਦੀ ਮਾਰ ਹੇਠ। ਬਿਲਕੁਲ ਜੀ, ਮਹਾਰਾਸ਼ਟਰ ਦੇ ਵਿੱਚ ਆਰਥਰ ਜੇਲ੍ਹ, ਆਰਥਰ ਰੋਡ ਤੇ ਜੇਲ੍ਹ ਹੈ ਜੀ, ਉਸ ਜੇਲ੍ਹ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਹੈਗੇ ਆ ਬੰਦੀ, ਕਿਉਂਕਿ ਸਾਰਿਆਂ ਨੂੰ ਅਸੀਂ ਕੈਦੀ ਨਹੀਂ ਕਹਿ ਸਕਦੇ, ਕੈਦੀ ਉਹ ਹੁੰਦੇ ਆ ਜਿਨ੍ਹਾਂ ਨੂੰ ਸਜ਼ਾ ਹੋਗੀ ਜੀ, ਜਿਹੜਾ ਇਹ ਬਗੈਰ ਸਜ਼ਾ ਤੋਂ ਅੰਡਰ ਟ੍ਰਾਇਲ ਹੁੰਦੇ ਆ, ਉਹਨਾਂ ਨੂੰ ਅਸੀਂ ਹਵਾਲਾਤੀ ਕਹਿੰਦੇ ਆ ਜੀ। ਲੇਕਿਨ ਸਾਰਿਆਂ ਦੇ ਵਾਸਤੇ ਜੇ ਕੋਈ ਸ਼ਬਦ ਦਾ ਇਸਤੇਮਾਲ ਕਰਨਾ ਹੋਵੇ ਤਾਂ ਅਸੀਂ ਉਹਨਾਂ ਨੂੰ ਬੰਦੀ ਕਹਿੰਦੇ ਆ ਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ ਜੀ। ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਕਾਫੀ ਸਾਰੇ ਜਿਹੜੇ ਹੈਗੇ ਆ ਉੱਥੇ ਪੋਜ਼ਿਟਿਵ ਆ ਗਏ ਆ, ਔਰ ਜੇਲ੍ਹ ਵਿਭਾਗ ਨੂੰ ਬੜੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਅੱਜ ਜੱਗੂ ਭਗਵਾਨਪੁਰੀ ਗੇ ਵਾਲੀ ਗੱਲ ਵੀ ਆ ਗਈ, ਪਟਿਆਲਾ ਜੇਲ੍ਹ ਦੇ ਵਿੱਚ ਸੀ ਉਹ, ਔਰ ਪਟਿਆਲਾ ਜੇਲ੍ਹ ਦੇ ਵਿੱਚ ਵੀ ਕਾਫੀ ਖਲਬਲੀ ਮੱਚੀ ਹੋਈ ਹੈ। ਉੱਥੇ ਵੀ ਜਿੰਨੇ ਮੁਲਾਜ਼ਮ ਵਗੈਰਾ ਵੀ ਨਾਲ ਉਹਨਾਂ ਦੇ ਅਟੈਚ ਹੁੰਦੇ ਆ, ਜਿਹੜੇ ਉਹਨਾਂ ਦੀ ਦੇਖਭਾਲ ਕਰਦੇ ਆ, ਕੁਛ ਨਾਲ ਦੇ ਸਾਥੀ ਵੀ ਹੁੰਦੇ ਆ, ਭਾਵੇਂ ਇਕੱਲੇ ਸੈੱਲ ਦੇ ਵਿੱਚ ਹੀ ਬੰਦ ਕੀਤਾ ਹੋਵੇ, ਪਰ ਫਿਰ ਵੀ ਕੁਛ ਮੁਕੱਦਮੇ ਬਾਲ ਹੁੰਦੇ ਆ, ਮੁਲਾਕਾਤ ਤੇ ਕਰ ਜਾਂਦੇ ਆਪਾਂ, ਉਦੋਂ ਵੀ ਮੇਲ ਮਿਲਾਪ ਹੋ ਜਾਂਦਾ। ਇਵੇਂ ਜਿਵੇਂ ਪਹਿਲਾਂ ਖਬਰਾਂ ਆਈਆਂ ਸੀ ਸ਼ੁਰੂ ਦੇ ਵਿੱਚ ਕਿ CRPF ਦੇ ਕਾਫੀ ਸਾਰੇ ਬੰਦਿਆਂ ਨੂੰ
ਕਰੋਨਾ ਵਾਇਰਸ ਹੋ ਗਏ ਜੀ, ਉਹਦੇ ਵਿੱਚ ਟ੍ਰੀਟਮੈਂਟ ਵੀ ਹੋ ਰਿਹਾ ਸੀ, ਸੀਆਰਪੀਐਫ ਦੇ ਜਵਾਨ ਦੀ ਮੌਤ ਵੀ ਹੋ ਗਈ ਸੀ। ਅੱਜ ਖਬਰ ਆ ਗਈ ਹੈ ਕਿ BSF ਦੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਹੋ ਗਿਆ। ਇਹਦਾ ਮਤਲਬ ਜੇ BSF ਦੇ ਜਵਾਨਾਂ ਨੂੰ ਪਹਿਲਾਂ ਆਪਦੀ ਯੂਨਿਟ ਦੇ ਵਿੱਚ ਹੋਇਆ, ਆਪਦੇ ਹੋਇਆ, ਬਾਅਦ ਦੇ ਵਿੱਚ ਫਿਰ ਉਹ ਪਰਿਵਾਰਾਂ ਤੱਕ ਵੀ ਗੱਲ ਪਹੁੰਚ ਗਈ ਜੀ। ਸੋ ਹੁਣ ਇਹ ਜਿਹਨੂੰ ਅਸੀਂ ਬਹੁਤ ਸੁਰੱਖਿਅਤ ਇਲਾਕੇ ਕਹਿ ਸਕਦੇ ਹਾਂ, ਇਹਨਾਂ ਦੇ ਵਿੱਚ ਤਾਂ ਬਾਹਰੋਂ ਬੰਦਾ ਜਾਂਦਾ ਹੀ, ਇਹ ਜਾਂਦਾ ਕੋਈ ਤਾਂ ਕਿਸੇ ਇਨਫੈਕਟਡ ਬੰਦਾ ਉੱਥੇ ਕਿਵੇਂ ਪਹੁੰਚ ਗਿਆ, ਜਾਂ ਉਹਦੇ ਵਿੱਚ ਲੱਛਣ ਪਹਿਲਾਂ ਦਿਸੇ ਨਹੀਂ ਸੀ। ਜੇ ਜੇਲ੍ਹਾਂ ਤੱਕ ਚਲੀ ਗਈ, ਪਾਰਾਮਿਲਟਰੀ ਫੋਰਸਿਸ ਤੱਕ ਚਲੀ ਗਈ, ਜਿਨ੍ਹਾਂ ਨੂੰ ਅਰਧ ਸੈਨਿਕ ਬਲ ਕਹਿ ਦਿੰਦੇ ਆ, ਤਾਂ ਫਿਰ ਤਾਂ ਬਚਿਆ ਹੀ ਕੋਈ ਨਹੀਂ ਜੀ। ਇਸ ਤੋਂ ਬਾਅਦ ਤਾਂ ਇਕੱਲੀ ਫਿਰ ਆਰਮੀ ਰਹਿ ਗਈ ਹੈ। ਆਮ ਲੋਕ ਪਹਿਲਾਂ ਹੀ ਸ਼ਿਕਾਰ ਹੈ। ਸੋ ਜੋ ਪਹਿਲਾਂ ਖਦਸ਼ੇ ਪ੍ਰਗਟ ਕੀਤੇ ਸੀ, WHO ਨੇ ਕਿਹਾ ਸੀਗਾ ਕਿ ਬਹੁਤ ਭਿਆਨਕ ਬਿਮਾਰੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪ੍ਰਕੋਪ ਹੈ ਜਿਹੜਾ ਬੜਾ ਭਿਆਨਕ ਹੋਊਗਾ। ਚੰਦੀ ਸਾਹਿਬ ਨੂੰ ਜਾਪ ਲੈ ਕੇ ਗੱਲ ਬਿਲਕੁਲ ਉਧਰ ਨੂੰ ਤੁਰ ਰਹੀ ਹੈ, ਉਸੇ ਦਿਸ਼ਾ ਜਾ ਰਹੀ ਹੈ ਜੀ। ਬਿਲਕੁਲ ਜੀ, ਆਪਾਂ ਇੱਕ ਕਾਲ ਲੈ ਲਈਏ ਕਿਉਂਕਿ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ ਤਾਂ ਆਪਣਾ ਸਮਾਂ ਸਮਾਪਤ ਆ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। ਹਾਂਜੀ ਸਰ ਚੰਦੀ ਸਾਹਿਬ, ਜਿੱਦਾਂ ਆਪਾਂ ਕੱਲ ਵੀ ਕਿਹਾ ਸੀ ਵੀ ਹਜੂਰ ਸਾਹਿਬ ਤੋਂ ਜਿਹੜੇ ਯਾਤਰੀ ਆਏ ਉਹ ਤੇ ਘੁਸਪੈਠ ਹੋਈ ਆ, ਢਿੱਲੋਂ ਸਾਹਿਬ ਨੇ ਦੱਸਦਾ ਸਰ ਵਿਸਤਾਰ ਬਹੁਤ ਵਧੀਆ। ਬਾਕੀ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਜਿਹੜੇ ਹੁਣ ਸੁਖਵੀਰ ਬਾਦਲ ਨੇ ਕਿਹਾ ਵੀ ਹਰਿਆਣਾ ਦੀ ਤਰਜ਼ ਤੇ ਕਿਸਾਨਾਂ ਨੂੰ 10,000 ਰੁਪਏ ਜੋ ਹਰਿਆਣਾ ਗਵਰਨਮੈਂਟ ਪਰ ਏਕੜ ਦਿੰਦੀ ਆ, ਪੰਜਾਬ ਨੂੰ ਵੀ ਮਿਲਣਾ ਚਾਹੀਦਾ। ਪਿੱਛੇ ਅਸੀਂ ਇਹ ਮੁੱਦਾ ਉਠਾਇਆ ਸੀ, ਹਰਿਆਣਾ ਦੇ ਵਿੱਚ ਜਿਹੜੇ ਹੈਲਥ ਵਰਕਰਾਂ ਦੀ ਡਬਲ ਤਨਖਾਹ ਹੋ ਗਈ ਆ, ਪਰ ਪੰਜਾਬ 'ਚ 10,000 ਮਿਨੀਮਮ ਬੇਸ ਤੋਂ ਵੀ ਘੱਟ ਮਿਲ ਰਹੀ। ਇਹਦੇ ਬਾਰੇ ਜੇ ਅੱਜ ਟਾਈਮ ਹੋਇਆ ਠੀਕ ਹੈ, ਕੱਲ ਜ਼ਰੂਰ ਦੱਸੋ। ਥੈਂਕ ਯੂ। ਜੀ ਢਿੱਲੋਂ ਸਾਹਿਬ, ਆਪਣਾ ਜਿਹੜਾ ਸਮਾਂ ਤੇ 1 ਮਿੰਟ ਹੀ ਰਹਿ ਗਿਆ, ਜੇ ਕਵਰ ਹੋ ਸਕਦਾ ਤਾਂ ਦੇਖ ਲਓ। ਦੇਖੋ ਗੱਲ ਇਹ ਕਿ ਹੁਣ ਪੰਜਾਬ ਜਿਹੜਾ ਹੈਗਾ ਕਿਸੇ ਵੇਲੇ ਹਰਿਆਣਾ ਪੰਜਾਬ ਦਾ ਭਾਗ ਸੀ ਜੀ, ਲੇਕਿਨ ਅੱਜ ਇੰਡਸਟਰੀ ਦੇ ਪੱਖ ਤੋਂ ਸਾਰੇ ਪੱਖਾਂ ਤੋਂ ਹਰਿਆਣਾ ਪੰਜਾਬ ਤੋਂ ਕਿਤੇ ਉੱਤੇ ਜਾ ਰਿਹਾ ਹੈ ਜੀ। ਹਰਿਆਣੇ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ, ਉਹ ਸਰਕਾਰਾਂ ਉਹ ਬਣਦੀਆਂ ਨੇ ਜਿਹੜੀਆਂ ਕੇਂਦਰ ਦੇ ਫਿੱਟ ਹੁੰਦੀਆਂ ਜੀ। ਉੱਥੇ ਕੇਂਦਰ ਨੇ ਵੀ ਉਹਨਾਂ ਦੀ ਆਰਥਿਕਤਾ ਨੂੰ ਖੜੇ ਕਰਨ ਵਾਸਤੇ ਪੂਰਾ ਕੀਤਾ। ਪੰਜਾਬ ਦੇ ਵਿੱਚੋਂ ਤਾਂ ਜੇ ਇੰਡਸਟਰੀ ਬਾਹਰ ਗਈ ਹੈ, ਅਸੀਂ ਜਿਹੜੀ ਗੁਆਂਢੀ ਸੂਬਿਆਂ ਨੂੰ, ਪਹਾੜੀ ਸੂਬਿਆਂ ਨੂੰ ਬੈਨੀਫਿਟ ਦਿੱਤੇ ਹੈ, ਇੱਥੋਂ ਇੰਡਸਟਰੀ ਜੁੜ ਗਈ, ਇਹ ਸਾਰੀਆਂ ਗੱਲਾਂ ਹੈਗੀਆਂ ਜੀ। ਇਸ ਲਈ ਉਹਦਾ ਮੁਕਾਬਲਾ ਹੋ ਹੀ ਨਹੀਂ ਸਕਦਾ। ਹਰਿਆਣਾ ਹਰ ਚੀਜ਼ ਦੇ ਵਿੱਚ ਸਾਡੇ ਨਾਲ ਅੱਗੇ, ਅਸੀਂ ਹਰਿਆਣੇ ਤੋਂ ਬਹੁਤ ਪਿਛੜ ਗਏ। ਅਸੀਂ ਨੰਬਰ 1 ਤੇ ਜਿਹੜਾ ਰਾਜ ਹੁੰਦਾ ਸੀ ਉਹ 23ਵੇਂ ਨੰਬਰ ਤੇ ਚਲਾ ਗਿਆ, ਤੇ ਹਰਿਆਣਾ ਜਿਹੜਾ ਪਹਿਲੇ ਨੰਬਰਾਂ ਤੇ ਆ ਗਿਆ। ਸੋ ਸੁਖਵੀਰ ਸਿੰਘ ਬਾਦਲ ਉਹਨੇ ਕਹੀ ਜਾਂਦਾ ਕਿ ਇਹਨੂੰ ਤਾਂ ਜੋ ਮਰਜ਼ੀ ਕਹਿੰਦੇ, ਜੋ ਆਪਦੀ ਸਰਕਾਰ ਸੀ ਉਦੋਂ ਪਹਿਲਾਂ ਦਿੱਤਾ ਸੀ, ਉਦੋਂ ਵੀ ਇਹੀ ਕੁਛ ਸੀ। ਉਦੋਂ ਹਰਿਆਣੇ 'ਚ ਵੀ ਸਰਕਾਰ ਉਹਨਾਂ ਦੇ ਮਿੱਤਰਾਂ ਦੀ ਸੀ, ਪੰਜਾਬ ਦੇ ਵਿੱਚ ਵੀ ਸਾਂਝੀ ਸਰਕਾਰ ਸੀ, ਤੇ ਕੇਂਦਰ ਦੇ ਵਿੱਚ ਵੀ ਸਾਂਝੀ ਸਰਕਾਰ ਸੀ ਜੀ। ਧੰਨਵਾਦ ਢਿੱਲੋਂ ਸਾਹਿਬ, ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਸਾਰੇ ਵੀ ਜਿਹੜੀਆਂ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ, ਡ੍ਰੌਪ ਕਰ ਦਿਓ ਜੀ, ਆਪਾਂ ਔਨ ਏਅਰ ਨਹੀਂ ਕਰ ਸਕਦੇ। ਇੱਕ ਮੈਂ ਮਨਮੋਹਨ ਵਾਰਸ ਦੇ ਗੀਤ ਦੇ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਕਰਦਾ। ਹਲਚਲ ਪ੍ਰੋਗਰਾਮ ਲੈ ਕੇ ਵੀਰ ਹੋਣੀ ਸਟੂਡੀਓ 'ਚ ਪਹੁੰਚ ਚੁੱਕੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੈਵ ਅ ਨਾਈਸ ਵੀਕਐਂਡ। ਆਪਾਂ ਮਿਲਾਂਗੇ ਜੀ ਮੰਡੇ ਨੂੰ। ਬਹੁਤ ਬਹੁਤ ਧੰਨਵਾਦ।